ਧੱਕੇ ਮਾਰਨ ਦਾ ਮੁਲਾਜ਼ਮ ਯਾਰ दुकान इन्हें करना बंद की गई है। ਕਿੰਨਾ ਕਾਰਨ ਜਿਹੜੇ ਆਪਣੇ ਆਏ ਆ ਸਿੱਧੂ ਸਾਹਿਬ ਉਹਨਾਂ ਕਰਨ ਬੰਦ ਕਰਵਾਈ। ਇੰਡੀਆ ਨਿਊਜ਼ ਪੰਜਾਬ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕੁਲਵਿੰਦਰ ਸਿੰਘ। ਕਿ ਪੰਜਾਬ ਦੇ ਵਿੱਚੋਂ ਵੀਆਈਪੀ ਕਲਚਰ ਪੂਰੇ ਤਰੀਕੇ ਦੇ ਨਾਲ ਖਤਮ ਹੋ ਚੁੱਕਿਆ ਹੈ। ਕਾਂਗਰਸ ਨੇ ਸੂਬੇ ਦੀ ਸੱਤਾ ਸੰਭਾਲਦੇ ਹੀ ਮੰਤਰੀਆਂ ਅਤੇ ਸਰਕਾਰੀ ਬਾਬੂਆਂ ਦੀਆਂ ਗੱਡੀਆਂ ਤੋਂ ਲਾਲ ਨੀਲੀਆਂ ਅਤੇ ਪੀਲੀਆਂ ਬੱਤੀਆਂ ਨੂੰ ਹਟਾਉਣ ਦਾ ਫਰਮਾਨ ਜਾਰੀ ਕੀਤਾ ਸੀ। ਸਰਕਾਰ ਦੇ ਇਸ ਕਦਮ ਦੀ ਹਰ ਕਿਸੇ ਨੇ ਸ਼ਲਾਘਾ ਵੀ ਕੀਤੀ ਸੀ। ਪਰ ਕੀ ਵੀਆਈਪੀ ਹੋਣ ਕਲਚਰ ਖਤਮ ਹੋਣ ਦਾ ਮਤਲਬ ਇਹ ਹੈ ਕਿ ਬੱਤੀਆਂ ਹਟਾ ਦਿੱਤੀਆਂ ਗਈਆਂ ਕਿ ਮੰਤਰੀਆਂ ਦੇ ਮਨਾਂ ਵਿੱਚੋਂ ਵੀਆਈਪੀ ਹੋਣ ਦਾ ਸਵਾਲ ਲੈ ਚੁੱਕਿਆ ਹੈ। ਤੇ ਇਹ ਸਵਾਲ ਅਬੋਹਰ ਦੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਖੜਾ ਹੋਇਆ, ਜਿੱਥੇ ਲਾਲ ਬੱਤੀ ਤਾਂ ਨਹੀਂ ਸੀ ਪਰ ਫਿਰ ਵੀ ਆਮ ਲੋਕ ਪਰੇਸ਼ਾਨ ਹੁੰਦੇ ਰਹੇ। ਕੌਣ ਧੱਕੇ ਮਾਰਨ ਦਾ ਮੁਲਾਜ਼ਮ ਯਾਰ ਦੁਕਾਨ ਇਹਨਾਂ ਕਰਨ ਬੰਦ ਕੀਤੀ ਗਈ ਹੈ। ਕਿੰਨਾ ਕਾਰਨ ਜਿਹੜੇ ਆਪਣੇ ਆਏ ਆ ਸਿੱਧੂ ਸਾਹਿਬ ਉਹਨਾਂ ਕਰਨ ਬੰਦ ਕਰਵਾਈ। ਦਰਅਸਲ ਪੰਜਾਬ ਸਰਕਾਰ ਨੇ ਆਪਣੀ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਸੂਬੇ ਦੇ ਵਿੱਚੋਂ ਵੀਆਈਪੀ ਕਲਚਰ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਸੀ। ਮੰਤਰੀਆਂ ਅਤੇ ਅਫਸਰਾਂ ਦੀਆਂ ਗੱਡੀਆਂ ਤੋਂ ਲਾਲ ਨੀਲੀਆਂ ਬੱਤੀਆਂ ਲਾਪਤਾ ਹੋ ਗਈਆਂ ਸਨ, ਜਿਸ ਦਾ ਕਿ ਹਰ ਕਿਸੇ ਨੇ ਸਵਾਗਤ ਵੀ ਕੀਤਾ ਸੀ। ਪਰ ਸਵਾਲ ਸਿਰਫ ਗੱਡੀਆਂ ਤੋਂ ਬੱਤੀਆਂ ਹਟਾਉਣ ਦਾ ਨਹੀਂ ਸੀ, ਆਮ ਲੋਕਾਂ ਨੂੰ ਇਸ ਕਲਚਰ ਤੋਂ ਹੋਣ ਵਾਲੀ ਪਰੇਸ਼ਾਨੀ ਦਾ ਵੀ ਸੀ, ਜੋ ਸ਼ਾਇਦ ਅਜੇ ਵੀ ਬਰਕਰਾਰ ਹੈ। ਅਬੋਹਰ ਦੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਫੇਰੀ ਦੇ ਦੌਰਾਨ ਕੁਝ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਪੰਜਾਬ ਸਰਕਾਰ ਵੀਆਈਪੀ ਕਲਚਰ ਖਤਮ ਕਰਨ ਦਾ ਐਲਾਨ ਕਰ ਚੁੱਕੀ ਹੈ। ਗੱਡੀਆਂ ਤੋਂ ਲਾਲ ਤੇ ਨੀਲੀਆਂ ਬੱਤੀਆਂ ਉਤਾਰ ਦਿੱਤੀਆਂ ਗਈਆਂ ਨੇ। ਪਰ ਕੀ ਵਾਕਿਆ ਹੀ ਸਿਰ ਬੱਤੀਆਂ ਹਟਾ ਦੇਣ ਦੇ ਨਾਲ ਵੀਆਈਪੀ ਕਲਚਰ ਖਤਮ ਹੋ ਗਿਆ ਹੈ? ਇਹ ਸਵਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਬੋਹਰ ਫੇਰੀ ਦੇ ਦੌਰਾਨ ਮੁੜ ਤੋਂ ਖੜਾ ਹੋ ਗਿਆ ਹੈ। ਸਵਾਲ ਇਸ ਲਈ ਕਿਉਂਕਿ ਕੈਬਨਿਟ ਮੰਤਰੀ ਦੀ ਫੇਰੀ ਦੇ ਦੌਰਾਨ ਵੀਆਈਪੀ ਕਲਚਰ ਦੀ ਝਲਕ ਇੱਕ ਵਾਰ ਮੁੜ ਤੋਂ ਸਭ ਦੇ ਸਾਹਮਣੇ ਸੀ। ਮੰਤਰੀ ਸਾਹਿਬ ਦੀ ਆਮਦ ਤੋਂ ਪਹਿਲਾਂ ਸ਼ਹਿਰ ਵਿੱਚ ਥਾਂ-ਥਾਂ ਨਾਕੇ ਲਾਏ ਗਏ। ਜਿੱਥੋਂ ਕਾਫਲਾ ਲੰਘਣਾ ਸੀ ਉੱਥੋਂ ਆਮ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ। ਮਰੀਜ਼ ਖੱਜਲ ਖੁਆਰ ਹੁੰਦੇ ਰਹੇ। ਸਿੱਧੂ ਦੇ ਜਲਸੇ ਦੇ ਲਈ ਦੁਕਾਨਾਂ ਦੇ ਸ਼ਟਰ ਡਾਊਨ ਕਰਵਾ ਦਿੱਤੇ ਗਏ। ਸਿੱਧੂ ਤੱਕ ਪਹੁੰਚਣ ਦੇ ਲਈ ਲੋਕ ਜੱਦੋ ਜਹਿਦ ਕਰਦੇ ਰਹੇ, ਪਰ ਗਨਮੈਨ ਧੱਕੇ ਮਾਰਦੇ ਰਹੇ। ਲੋਕਾਂ ਨੂੰ ਮੰਤਰੀ ਜੀ ਤੱਕ ਪਹੁੰਚਣ ਨਾ ਦਿੱਤਾ ਗਿਆ। ਲੋਕਾਂ ਨੂੰ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। बच्चा बीमार है, एलर्जी ज़्यादा है, इसलिए आपको क्यों रोक रहे हैं? ये तो हमें भी नहीं पता, अभी ये नहीं पता क्यों रोक रहे हैं। ਮਾਰੀ ਜਾਂਦੇ ਯਾਰ ਕੌਣ ਧੱਕੇ ਮਾਰਨ ਦਾ ਮੁਲਾਜ਼ਮ ਯਾਰ ਮੁਲਾਜ਼ਮ ਮਾਰ ਰਹੇ ਨੇ ਕਿਉਂ ਮਾਰ ਰਹੇ ਨੇ? ਬਾਹਰ ਦਾ ਪ੍ਰੋਬਲਮ ਇਸ ਤੋਂ ਅੰਦਰ ਚੱਲੇ ਜੱਟ ਸਾਹਿਬ ਨਾਲ ਹੀ। ਦੁਕਾਨ ਇਹਨਾਂ ਕਰਨ ਬੰਦ ਕੀਤੀ ਗਈ ਹੈ। ਕਿੰਨਾ ਕਾਰਨ ਜਿਹੜੇ ਆਪਣੇ ਆਏ ਆ ਸਿੱਧੂ ਸਾਹਿਬ ਉਹਨਾਂ ਕਰਨ ਬੰਦ ਕਰਵਾਈ। ਵੀ ਕਹਿੰਦੇ ਬੰਦ ਕਰ ਦੋ, ਫਾਲਤੂ ਆਦਮੀ ਨੇ ਇੱਥੇ ਖੜਾ ਹੋਵੇ ਉਹਨਾਂ ਨੇ ਕਰਵਾਈ। ਸਾਰੀ ਮਾਰਕੀਟ ਬੰਦ ਅੰਦਾਜ਼ਾ ਕਿੰਨੀਆਂ ਦੁਕਾਨਾਂ ਹੋਣਗੀਆਂ? ਹੈ ਕੋਈ 100 ਦੁਕਾਨ ਤੇ ਗਈ। ਉਧਰ ਸਿੱਧੂ ਸਾਹਿਬ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਤਰਕ ਸੀ ਕਿ ਗੱਡੀਆਂ ਤੋਂ ਬੱਤੀਆਂ ਹਟਾ ਦਿੱਤੀਆਂ ਗਈਆਂ ਨੇ, ਪਰ ਥੋੜੀ ਬਹੁਤੀ ਸੁਰੱਖਿਆ ਰੱਖਣੀ ਜ਼ਰੂਰੀ ਹੈ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਵੀਆਈਪੀ ਕਲਚਰ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਇਹ ਪਹਿਲੀ ਸਰਕਾਰ ਹੈ ਜਿਹਨੂੰ ਮੋਦੀ ਸਾਹਿਬ ਨੇ ਵੀ ਫੋਲੋ ਕੀਤਾ। ਨਾ ਸਾਡੀ ਗੱਡੀ ਦੇ ਉੱਤੇ ਕੋਈ ਸਾਇਰਨ ਲੱਗਿਆ ਹੈ ਤੇ ਨਾ ਕੋਈ ਹੋਰ ਹੈ, ਲੇਕਿਨ ਅਸੀਂ ਇਹ ਵੀ ਨਹੀਂ ਕਰ ਸਕਦੇ ਕਿ ਬੇਗੈਰਤ ਹੋ ਕੇ ਇਕੱਲੇ ਹੀ ਫਿਰਦੇ ਤੁਰਦੇ ਰਹੀਏ, ਕੋਈ ਐਰਾ ਗੈਰਾ ਨੱਥੂ ਖੈਰਾ ਆ ਕੇ ਟਾਂਕਾ ਲਾ ਜੇ। ਮੰਤਰੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ, ਪਰ ਸਵਾਲ ਹੈ ਕਿ ਆਮ ਲੋਕਾਂ ਤੋਂ ਮੰਤਰੀ ਸਾਹਿਬ ਨੂੰ ਕੀ ਖਤਰਾ ਸੀ? ਕਿਉਂ ਦੁਕਾਨਾਂ ਬੰਦ ਕਰਵਾ ਕੇ ਦੁਕਾਨਦਾਰਾਂ ਦੀ ਦਿਹਾੜੀ ਮਾਰ ਦਿੱਤੀ ਗਈ? ਮਰੀਜ਼ ਕਿਉਂ ਪਰੇਸ਼ਾਨ ਹੁੰਦੇ ਰਹੇ? ਸ਼ਾਇਦ ਮੰਤਰੀ ਸਾਹਿਬ ਨੂੰ ਇਸ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ ਕਿ ਵੀਆਈਪੀ ਕਲਚਰ ਖਤਮ ਕਰਨਾ ਸਿਰਫ ਬੱਤੀਆਂ ਲਾ ਦੇਣਾ ਨਹੀਂ ਹੁੰਦਾ, ਬਲਕਿ ਆਪਣੇ ਅਹੁਦੇ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਪਰੇਸ਼ਾਨੀ ਦਾ ਧਿਆਨ ਰੱਖਣਾ ਵੀ ਹੁੰਦਾ ਹੈ। ਰਣਜੀਤ ਸਿੰਘ, ਇੰਡੀਆ ਨਿਊਜ਼ ਪੰਜਾਬ, ਅਬੋਹਰ। ਸੋ ਸਿੱਧੂ ਸਾਹਿਬ ਦਾ ਦਾਅਵਾ ਸੀ ਕਿ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਵੀਆਈਪੀ ਕਲਚਰ ਖਤਮ ਕਰਨ ਦਾ ਐਲਾਨ ਕੀਤਾ ਹੈ, ਪਰ ਉਹਨਾਂ ਦੀ ਫੇਰੀ ਤੋਂ ਬਾਅਦ ਕੁਝ ਸਵਾਲ ਜ਼ਰੂਰ ਖੜੇ ਹੋਏ ਨੇ। ਸਵਾਲ ਨੇ ਕਿ ਕੀ ਪੰਜਾਬ ਦੇ ਵਿੱਚੋਂ ਵੀਆਈਪੀ ਕਲਚਰ ਖਤਮ ਹੋ ਗਿਆ ਹੈ? ਸਵਾਲ ਇਹ ਵੀ ਹੈ ਕਿ ਸਰਕਾਰ ਆਪਣੇ ਵਾਅਦੇ ਦੇ ਵਿੱਚ ਆਖਰ ਕਿੰਨੀ ਕੁ ਸਫਲ ਹੋਈ ਹੈ। ਸਿੱਧੂ ਸਾਹਿਬ ਅਬੋਹਰ ਗਏ ਸੀ ਤਾਂ ਸਵਾਲ ਇਹ ਵੀ ਨੇ ਕਿ ਮੰਤਰੀ ਜੀ ਦੀ ਆਮਦ ਦੇ ਉੱਤੇ ਦੁਕਾਨਾਂ ਬੰਦ ਕਰਵਾਉਣਾ ਆਖਰ ਕਿੰਨਾ ਸਹੀ ਹੈ। 100 ਦੇ ਕਰੀਬ ਦੁਕਾਨਾਂ ਬੰਦ ਹੋਣ ਦੀ ਉਹਨਾਂ ਦੁਕਾਨਦਾਰਾਂ ਨੇ ਗੱਲ ਆਖੀ ਹੈ, ਤੇ ਉਹਨਾਂ ਦਾ ਜੋ ਰੁਜ਼ਗਾਰ ਸੀ, ਇੱਕ ਦਿਨ ਦਾ ਰੁਜ਼ਗਾਰ ਮਾਰ ਦਿੱਤਾ ਗਿਆ, ਉਸ ਦੀ ਭਰਪਾਈ ਕੌਣ ਕਰੇਗਾ? ਸਵਾਲ ਇਹ ਵੀ ਹੈ ਕਿ ਕੀ ਮੰਤਰੀਆਂ ਤੱਕ ਲੋਕਾਂ ਦੀ ਪਹੁੰਚ ਆਸਾਨ ਹੋਈ ਹੈ ਵੀਆਈਪੀ ਕਲਚਰ ਖਤਮ ਕਰਨ ਤੋਂ ਬਾਅਦ? ਸਵਾਲ ਇਹ ਵੀ ਹੈ ਕਿ ਆਖਰ ਬੱਤੀਆਂ ਲੱਥੀਆਂ ਨੇ, ਪਰ ਆਖਰ ਸੋਚ ਕਦੋਂ ਬਦਲੇਗੀ?
ਸੋ ਅਬੋਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਨੇ ਜਿੱਥੇ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹੁੰਚੇ ਸੀ ਤੇ ਉਹਨਾਂ ਦੀ ਫੇਰੀ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਸੀ ਤੇ ਇਹਨਾਂ ਤਿਆਰੀਆਂ ਦੀ ਵਜ੍ਹਾ ਕਰਕੇ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਵਾਲ ਇਹ ਉੱਠਿਆ ਕਿ ਆਖਰ ਕੀ VIP ਕਲਚਰ ਸੱਚਮੁੱਚ ਖਤਮ ਹੋ ਚੁੱਕਿਆ ਹੈ। ਇਸ ਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਚੰਡੀਗੜ੍ਹ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਜੁੜੇ ਨੇ, ਤੁਹਾਡਾ ਤਾਰੂਫ ਉਹਨਾਂ ਦੇ ਨਾਲ ਕਰਵਾ ਦੇਣਾ। ਗੁਰਪ੍ਰੀਤ ਸਿੰਘ ਜੀ ਨੇ ਸਾਡੇ ਨਾਲ ਕਾਂਗਰਸ ਤੋਂ ਤੇ ਇਸ ਤੋਂ ਇਲਾਵਾ ਸਤਵੀਰ ਸਿੰਘ ਬਾਲੀਆ ਜੀ ਨੇ ਆਮ ਆਦਮੀ ਪਾਰਟੀ ਤੋਂ। ਗੁਰਪ੍ਰੀਤ ਜੀ, ਕੀ ਪੰਜਾਬ ਦੇ ਵਿੱਚ ਉਹ ਖਤਮ ਹੋ ਗਿਆ VIP ਕਲਚਰ? ਜੀ VIP ਕਲਚਰ ਦੀ ਡੈਫੀਨੇਸ਼ਨ ਜਿਹੜੀ ਹੈ, ਜੇ ਤੁਸੀਂ ਇਹ ਕਹੋ ਵੀ ਕੋਈ ਮੰਤਰੀ ਕਿਸੇ ਜਗ੍ਹਾ ਤੇ ਜਾਂਦਾ ਹੈ ਜੀ ਤੇ ਐਡਮਿਨਿਸਟ੍ਰੇਸ਼ਨ ਜਾਂ ਉੱਥੋਂ ਦਾ ਜਿਹੜਾ ਅਮਲਾ ਫੈਲਾ ਹੈ ਉਹਦੀ ਇੱਜ਼ਤ ਨਾ ਕਰੇ, ਉਹਦੀ ਰਿਸਪੈਕਟ ਨਾ ਕਰੇ ਤੇ ਮੰਤਰੀ ਇਕੱਲਾ ਹੀ ਤੁਰਿਆ ਫਿਰਦਾ ਰਹੇ ਤੇ ਲੋਕੀ ਆਪਦੇ ਦਫ਼ਤਰਾਂ 'ਚ ਬੈਠੇ ਰਹਿਣ, ਤਾਂ ਉਹ ਤਾਂ ਨਹੀਂ ਖਤਮ ਹੋਇਆ ਤੇ ਨਾ ਹੋਣਾ ਚਾਹੀਦਾ। ਲਾਲ ਬੱਤੀਆਂ ਉਤਾਰ ਦਿੱਤੀਆਂ ਗਈਆਂ ਨੇ। ਸਿੱਧੂ ਸਾਹਿਬ ਹਬੋਰ ਗਏ ਆ। ਹਬੋਰ ਦੇ ਵਿੱਚ ਜਿਹੜੇ ਲੋਕਲ MLA BJP ਦੇ ਜਿੱਤੇ ਨੇ, ਇਹ ਦੁਕਾਨਾਂ ਸਾਰੀਆਂ ਬੰਦ ਕਰਾਉਣੀਆਂ, ਇਹ BJP ਵਾਲਿਆਂ ਦੀ ਸ਼ਰਾਰਤ ਹੈ ਇਸੇ ਮਸਲੇ ਵਾਸਤੇ, ਤਾਂ ਕਿ ਕੱਲ੍ਹ ਨੂੰ ਸਵਾਲ ਖੜਾ ਹੋਵੇ ਕਿ ਇਹ ਜੀ VIP ਕਲਚਰ ਹੈ। ਮੰਤਰੀ ਗਿਆ ਔਰ ਨਾਲ ਉਹਦੇ ਕੌਣ ਗਿਆ? ਸੁਨੀਲ ਜਾਖੜ PPCC ਦਾ ਪ੍ਰਧਾਨ। ਸਰ, ਤੁਸੀਂ ਕਹਿ ਰਹੇ ਹੋ ਕਿ BJP ਨੇ ਬੰਦ ਕਰਾਈਆਂ ਨੇ ਦੁਕਾਨਾਂ? MP ਵੀ ਹੈ, MP ਬਿਲਕੁਲ ਬੰਦ ਕਰਾਈਆਂ BJP ਨੇ। ਔਰ ਜੇ ਉੱਥੇ ਪੁਲਿਸ ਉਹਨਾਂ ਦੀ ਦੁਕਾਨਾਂ ਦੇ ਸਾਹਮਣੇ ਖੜੀ ਹੈ, ਮੈਂ ਤੁਹਾਡੇ ਕਲਿੱਪ ਦੇ ਵਿੱਚ ਦੇਖ ਰਿਹਾ ਸੀ, ਪਿੱਛੋਂ ਮੋਟਰਸਾਈਕਲ ਬਿਲਕੁਲ ਵਧੀਆ ਲੰਘ ਰਹੇ ਸੀਗੇ, 2 ਲੇਡੀਜ਼ ਖੜੀਆਂ ਕੀਤੀਆਂ, ਇੱਕ ਦੇ ਮੋਢੇ ਤੇ ਬੱਚਾ ਹੈ, ਉਹ ਕਹਿੰਦੀ ਮੈਂ ਬੱਚਾ ਦਿਖਾਉਣ ਜਾਣਾ। ਮੈਨੂੰ ਇਹ ਦੱਸੋ, ਜਿਹੜਾ ਨਵਜੋਤ ਸਿੰਘ ਸਿੱਧੂ ਆਪਦਾ ਕਾਫਲਾ ਸੜਕ ਤੇ ਜਾਂਦਾ, ਰੋਕ ਕੇ ਡਿੱਗੇ ਫੌਜੀ ਨੂੰ ਹਸਪਤਾਲ ਪਹੁੰਚਾ ਸਕਦਾ ਹੈ, ਉਹ ਕਿਸੇ ਗਰੀਬ ਦੇ ਬੱਚੇ ਨੂੰ ਇਸ ਕਰਕੇ ਰੁਕਵਾਉਣ ਦੇਊਗਾ ਕਿ ਮੈਂ ਇੱਥੇ ਆਇਆ ਮੈਂ ਇਸ ਕਰਕੇ ਤੁਸੀਂ ਹਸਪਤਾਲ ਨਹੀਂ ਜਾ ਸਕਦੇ? ਜਿਹੜਾ ਉਹਨਾਂ ਔਰਤਾਂ ਨੇ ਸਰ ਬਿਆਨ ਦਿੱਤਾ, ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ? ਉਹਨਾਂ ਔਰਤਾਂ ਨੇ ਕਿਉਂ ਕਿਹਾ ਕਿ ਸਾਨੂੰ ਜਾਣ ਨਹੀਂ ਦੇ ਰਹੇ ਇਸ ਪਾਸਿਓਂ? ਗਰੀਬ ਔਰਤ ਹੈ, ਜੇ ਗਰੀਬ ਔਰਤ ਨੂੰ ਉਹਨੇ ਕਿਹਾ ਵੀ ਇੱਧਰ ਦੀ ਨਾ ਲੰਘੋ ਉਧਰ ਦੀ ਲੰਘ ਜਾਓ, ਔਰ ਉੱਥੇ ਅਗਲਾ ਕਵੇ ਜੀ ਵੀ ਮੈਂ ਤਾਂ ਇੱਥੋਂ ਹੀ ਲੰਘਣਾ ਹੈ, ਤਾਂ ਉਹਦੇ ਵਿੱਚ ਹੋ ਸਕਦਾ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਰੋਕਤਾ ਹੋਵੇ। ਪਰ ਇਹਦਾ ਇਹ ਮਤਲਬ ਨਹੀਂ ਆ ਵੀ ਸਿੱਧੂ ਸਾਹਿਬ ਨੇ ਕਿਹਾ ਵੀ ਜਿੱਥੇ ਮੈਂ ਆਇਆ ਉੱਥੋਂ ਆਵਾਜਾਈ ਬੰਦ ਕਰ ਦਿਓ, ਦੁਕਾਨਾਂ ਦੇ ਸ਼ਟਰ ਬੰਦ ਕਰਾ ਦਿਓ। VIP ਕਲਚਰ ਤਾਂ ਹੁੰਦਾ ਜੇ ਐਡਮਿਨਿਸਟ੍ਰੇਸ਼ਨ ਨੂੰ ਹਦਾਇਤ ਹੁੰਦੀ। ਸਿੱਧੂ ਸਾਹਿਬ ਨੇ ਕਿਹਾ ਤਾਂ ਨਹੀਂ, ਪਰ ਸਿੱਧੂ ਸਾਹਿਬ ਦੀ ਵਜ੍ਹਾ ਕਰਕੇ ਤਾਂ ਹੋਇਆ ਸਰ। ਸਪੀਚ ਦੇਣੀ ਆ ਉੱਥੇ ਸਾਰੀਆਂ। ਦੇਖੋ, ਓਵਰ ਰਿਐਕਸ਼ਨ ਬਾਈ ਲੋਕਲ ਐਡਮਿਨਿਸਟ੍ਰੇਸ਼ਨ ਡਜ਼ ਨਾਟ ਮੀਨ ਦੈਟ ਦੀ ਮਿਨਿਸਟਰ ਇਜ਼ ਇੰਡਲਜਿੰਗ ਇਨ VIP ਕਲਚਰ। ਜੇ ਲੋਕਲ ਐਡਮਿਨਿਸਟ੍ਰੇਸ਼ਨ ਦੀ ਓਵਰ ਇੰਟੈਲੀਜੈਂਸ ਹੈ ਔਰ ਉਹਦੇ ਕਰਕੇ ਖਰਾਬੀ ਲੋਕਾਂ ਨੂੰ ਹੋਈ ਹੈ, ਉਹਦੇ ਤੇ ਬਕਾਇਦਾ ਐਕਸ਼ਨ ਵੀ ਬਾਅਦ ਚ ਹੋਣਾ ਹੈ। ਲੋਕਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੰਨਾ ਦਬਾਅ ਕਿਉਂ ਹੈ ਜੋ ਤੁਸੀਂ ਦਿਖਾ ਰਹੇ ਹੈ? ਇਹ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੋਊਗਾ ਕੋਈ ਦਬਾਅ ਨਹੀਂ ਹੈ, ਸਰਕਾਰ ਵੱਲੋਂ ਕੋਈ ਦਬਾਅ ਨਹੀਂ। ਸਿੱਧੂ ਸਾਹਿਬ ਪਹਿਲੀ ਵਾਰੀ ਤੁਹਾਡੀ ਸਰਕਾਰ ਦੇ ਅਧੀਨ ਨਹੀਂ ਆਉਂਦੀ ਸਰ ਕਿਸੇ ਸ਼ਹਿਰ ਚ। ਸਿੱਧੂ ਸਾਹਿਬ ਇਹ ਬੇਟਾ ਇੱਕ ਗੱਲ ਸੁਣੋ, ਆਉਂਦੀ ਹੈ। ਸਿੱਧੂ ਸਾਹਿਬ ਪਹਿਲਾ ਸ਼ਹਿਰ ਹੈ ਹਬੋਰ ਜਿੱਥੇ ਗਏ ਨੇ ਤੇ ਦੁਕਾਨਾਂ ਬੰਦ ਹੋ ਗਈਆਂ। ਕਿਉਂ ਬੰਦ ਹੋਈਆਂ? ਕਿਉਂਕਿ ਲੋਕਲ MLA ਜਿਹੜਾ ਉਹ BJP ਦਾ ਹੈ। ਸਿੱਧੂ ਸਾਹਿਬ ਅੰਮ੍ਰਿਤਸਰ ਵੀ ਜਾਂਦੇ ਆ, ਸਿੱਧੂ ਸਾਹਿਬ ਗੁਰਦਾਸਪੁਰ ਵੀ ਗਏ ਆ, ਸਿੱਧੂ ਸਾਹਿਬ ਸਾਰੇ ਸ਼ਹਿਰਾਂ 'ਚ ਫਿਰਦੇ ਆ। ਕਿੰਨੀਆਂ ਕੁ ਦੁਕਾਨਾਂ ਅੱਗੇ ਬੰਦ ਹੋਈਆਂ ਤੇ ਕਿੰਨੇ ਕੁ ਲੋਕਾਂ ਨੂੰ ਰੋਕਿਆ ਗਿਆ ਆਵਾਜਾਈ ਤੋਂ ਕਿਉਂਕਿ ਸਿੱਧੂ ਸਾਹਿਬ ਆਏ ਆ। ਸੋ ਇਹ ਅੱਜ ਦਾ ਮਸਲਾ ਉੱਠਣਾ ਇਹ ਲਾਜ਼ਮੀ ਸੀ। ਔਰ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਕਿਉਂਕਿ ਉਹਦੇ ਆਉਣ ਤੋਂ ਪਹਿਲਾਂ ਉੱਥੇ ਲੋਕਲ ਜੋ ਕੁਝ ਚੱਲ ਰਿਹਾ ਸੀਗਾ ਉਦੋਂ ਦਿਸਦਾ ਸੀ ਵੀ ਕੋਈ ਨਾ ਕੋਈ ਸ਼ਰਾਰਤ ਹੋ ਸਕਦੀ ਹੈ। ਨਹੀਂ ਗੁਰਪ੍ਰੀਤ ਜੀ, ਤੁਸੀਂ ਕਹਿ ਰਹੇ ਹੋ ਕਿ BJP ਦੇ ਵਿਧਾਇਕ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ। ਤੁਸੀਂ ਕਹਿ ਰਹੇ ਹੋ BJP ਦੇ ਵਿਧਾਇਕ ਨੇ ਦੁਕਾਨਾਂ। ਅਸੀਂ ਤੁਹਾਨੂੰ ਦੁਬਾਰਾ ਤੋਂ ਬਾਈਟ ਸੁਣਵਾ ਦਿੰਦੇ ਹਾਂ ਉੱਥੇ ਲੋਕਾਂ ਦੇ ਸਰ, ਜਿਹੜੀ ਅਸੀਂ ਬਿਆਨ ਲਏ ਨੇ ਲੋਕਾਂ ਨੇ ਜੋ ਕੁਝ ਕਿਹਾ, ਤੁਹਾਨੂੰ ਉਹ ਅਸੀਂ ਸੁਣਵਾ ਦਿੰਦੇ ਹਾਂ ਇੱਕ ਵਾਰ ਦੁਬਾਰਾ ਤੋਂ। ਹਾਂ ਬਿਲਕੁਲ, ਮੈਂ ਇੱਕ ਵਾਰ ਜ਼ਰੂਰ ਤੁਹਾਨੂੰ ਸੁਣਾਉਣਾ ਚਾਹੂੰਗਾ। ਤੁਸੀਂ ਕਹਿ ਰਹੇ ਹੋ ਕਿ BJP ਨੇ ਬੰਦ ਕਰਵਾ ਦਿੱਤੇ ਨੇ, ਸਰਕਾਰ ਤੁਹਾਡੀ ਹੈ ਤੇ BJP ਦਾ ਵਿਧਾਇਕ ਉੱਥੇ ਦੁਕਾਨਾਂ ਬੰਦ ਕਰਵਾ ਦੇਵੇ। ਸਰ ਫਿਰ ਸਵਾਲ ਤੁਹਾਡੀ ਸਰਕਾਰ ਦੀ ਕਾਬਲੀਅਤ ਤੇ ਵੀ ਉੱਠਦੇ ਨੇ ਕਿ ਕੋਈ ਹੋਰ ਵਿਧਾਇਕ ਆ ਕੇ ਦੁਕਾਨਾਂ ਬੰਦ ਕਰਵਾ ਦੇਵੇ ਇਸ ਤਰੀਕੇ ਨਾਲ। ਤੇ ਤੁਹਾਨੂੰ ਅਸੀਂ ਸਰ ਇੱਕ ਵਾਰ ਬਾਈਟ ਮਾਫ ਕਰਨਾ, ਮੈਂ ਇੱਕ ਮਿੰਟ ਰੋਕ ਕੇ ਤੁਹਾਨੂੰ ਬਾਈਟ ਜ਼ਰੂਰ ਸੁਣਾਉਣੀ ਚਾਹੂੰਗਾ ਕਿ ਜਿਹੜੀ ਮਹਿਲਾਵਾਂ ਨੂੰ ਜਾਂ ਉੱਥੇ ਦੁਕਾਨਦਾਰਾਂ ਨੇ ਕੀ ਕੁਝ ਕਿਹਾ। ਜਿਵੇਂ ਤੁਹਾਨੂੰ ਹਾਂ ਜੀ एनर्जी ज़्यादा है इसलिए। आपको क्यों रोक रहे हैं? ये तो हमें भी नहीं पता, अभी ये नहीं पता क्यों रोक रहे हैं। कौन धक्के मारे थे? मुलाजिम मार रहे हैं। क्यों मार रहे हैं? ਵਾਰਡ ਦਾ ਪ੍ਰੋਗਰਾਮ ਇਸ ਅੰਦਰ ਚੱਲੇ ਜਾਖੜ ਸਾਹਿਬ ਦੇ ਨਾਲ ਹੀ। ਦੁਕਾਨ ਇਹਨਾਂ ਕਰਨ ਬੰਦ ਕੀਤੀ ਗਈ ਹੈ। ਕਿੰਨਾ ਕਾਰਨ? ਜਿਹੜੇ ਆਪਣੇ ਆਏ ਆ ਸਿੱਧੂ ਸਾਹਿਬ, ਅੱਛਾ, ਉਹਨਾਂ ਕਰਨ ਬੰਦ ਕਰਵਾਈ ਵੀ ਕਹਿੰਦੇ ਬੰਦ ਕਰ ਦਿਓ, ਫਾਲਤੂ ਆਦਮੀ ਨੇ ਇੱਥੇ ਖੜਾ ਹੋਵੇ, ਉਹਨਾਂ ਨੇ ਕਰਵਾਈ।
ਸਾਰੀ ਬੰਦ ਮਾਰਕੀਟ ਬੰਦ ਹੈ। ਅੰਦਾਜ਼ਾ ਕਿੰਨੀਆਂ ਦੁਕਾਨਾਂ ਹੋਣਗੀਆਂ? ਇਹ ਕੋਈ 100 ਕੁ ਦੁਕਾਨ ਤੇ ਗਈ। ਸੋ ਸਰ ਦੁਕਾਨਦਾਰ ਨੂੰ ਤੁਸੀਂ ਸੁਣਿਆ ਹੋਣਾ, ਉਹ ਕਹਿ ਰਹੇ ਨੇ ਕਿ 100 ਦੁਕਾਨਾਂ ਨੇ ਉਰੇ। ਸਾਨੂੰ ਪ੍ਰਸ਼ਾਸਨ ਵਾਲੇ ਨੇ ਕਿਹਾ ਹੈ ਕਿ ਜੇਕਰ ਤੁਸੀਂ ਬੰਦ ਨਹੀਂ ਕਰੋਗੇ ਤਾਂ ਸ਼ਾਇਦ ਸਾਨੂੰ ਆਰਮੀ ਬੁਲਾਉਣੀ ਪਏਗੀ। ਦੁਕਾਨਦਾਰਾਂ ਨੇ ਨਹੀਂ ਕਿਹਾ, ਇੱਕ ਦੁਕਾਨਦਾਰ ਬਿਆਨ ਦੇ ਰਿਹਾ, ਉਹਦੇ ਨਾਲ ਆਸੇ-ਪਾਸੇ ਕੋਈ ਬੰਦਾ ਨਹੀਂ। ਔਰ ਜਿੰਨੀਆਂ ਦੁਕਾਨਾਂ ਉਹ ਗਿਣਾ ਰਿਹਾ ਕੀ ਹਬੋਰ 'ਚ ਸਿਰਫ ਉਹੀ ਦੁਕਾਨਾਂ ਨੇ। ਦੂਸਰੀ ਗੱਲ ਜਿਹੜੀਆਂ ਬੀਬੀਆਂ ਨਹੀਂ ਤੁਸੀਂ ਉਦੋਂ ਹੀ ਮੰਨੋਗੇ ਜਦੋਂ ਸਾਰੇ ਦੁਕਾਨਦਾਰ ਕਹਿ ਦੇਣਗੇ ਆ ਕੇ। ਔਰ ਸਾਨੂੰ ਅੱਗੇ ਮੈਂ ਬੀਜੇਪੀ ਦੇ ਕਿਸੇ ਦੁਕਾਨਦਾਰ ਦਾ ਬਿਆਨ ਸੁਣ ਕੇ ਤੁਹਾਡੇ ਚੈਨਲ ਦੇ ਉੱਤੇ ਥੋੜਾ ਮੰਨ ਲੂੰਗਾ ਕਿ ਜਿਹੜਾ ਸਾਰੇ ਦੁਕਾਨਦਾਰ ਇਹੋ ਕਹਿ ਰਹੇ ਆ। ਤੁਸੀਂ ਕਿਵੇਂ ਕਿਹਾ ਕਿ ਉਹ ਬੀਜੇਪੀ ਦਾ? ਤੁਸੀਂ ਖੜਾ ਮਿਨਿਸਟਰ ਬੋਲ ਰਿਹਾ, ਪਬਲਿਕ ਜਗ੍ਹਾ ਤੇ ਬੋਲ ਰਿਹਾ ਹੈ। ਤੁਹਾਡੇ ਕੋਲ ਕੀ ਸਬੂਤ ਹੈ ਕਿ ਉਹ ਬੀਜੇਪੀ ਦਾ ਦੁਕਾਨਦਾਰ ਹੈ? ਤੁਹਾਡੇ ਕੋਲੇ ਕੀ ਸਬੂਤ ਹੈ ਵੀ ਸਾਡਾ ਪੱਤਰਕਾਰ ਉੱਥੇ ਗਿਆ ਸੀ, ਸਾਡੇ ਪੱਤਰਕਾਰ ਨੇ ਉਸ ਦੁਕਾਨਦਾਰ ਨੂੰ ਪੁੱਛਿਆ, ਇਹ ਸਵਾਲ ਕੀਤਾ ਹੈ। ਸਾਡਾ ਪੱਤਰਕਾਰ ਉੱਥੇ ਮੌਜੂਦ ਸੀ ਸਰ, ਸਾਡੇ ਪੱਤਰਕਾਰ ਨੇ ਸਵਾਲ ਕੀਤਾ ਉਸ ਦੁਕਾਨਦਾਰ ਨੂੰ ਕਿ ਤੁਹਾਨੂੰ ਪਰੇਸ਼ਾਨੀ ਕੀ ਹੋ ਰਹੀ ਹੈ। ਮੈਂ ਬਾਈਟ ਸੁਣੀ ਹੈ, ਤੁਹਾਡੇ ਪੱਤਰਕਾਰ ਦੀ ਗੱਲ ਵੀ ਸੁਣੀ ਹੈ, ਸਵਾਲ ਵੀ ਸੁਣਿਆ, ਜਵਾਬ ਵੀ ਸੁਣਿਆ। ਤੁਸੀਂ ਮੇਰਾ ਜਵਾਬ ਨਹੀਂ ਸੁਣ ਰਹੇ ਕਿ ਉੱਥੇ ਦੁਕਾਨਾਂ ਪਿੱਛੇ ਸ਼ਟਰ ਕਿੰਨੇ ਬੰਦ ਹੈ। ਉਹ ਸਾਰੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਘਰੇ ਚਲੇ ਗਏ, ਇਕੱਲਾ ਹੀ ਖੜਾ ਸੀ। ਬਿਲਕੁਲ, ਉਹ ਕੱਲ ਚਲੇ ਨਹੀਂ ਗਏ, ਉਹਨਾਂ ਤੇ ਬੰਦ ਕਰਵਾਈਆਂ ਗਈਆਂ ਨੇ। ਸਵਾਲ ਇਸੇ ਲਈ ਤਾਂ ਸਵਾਲ ਉੱਠ ਰਹੇ ਨੇ, ਨਹੀਂ ਤਾਂ ਸਰ ਇਸ ਦੇ ਵਿੱਚ ਕਿਸੇ ਨੂੰ ਦਿੱਕਤ ਕੀ ਤੀ? ਸਵਾਲ ਤਾਂ ਇਸੇ ਲਈ ਉੱਠ ਰਹੇ ਨੇ ਨਾ ਕਿ ਮੰਤਰੀ ਸਾਹਿਬ ਆ ਰਹੇ ਨੇ, ਉਹਨਾਂ ਦੀ ਸਿਕਿਉਰਿਟੀ ਦੇ ਲਿਹਾਜ਼ ਨਾਲ ਤੁਸੀਂ ਲੋਕਲ ਦੁਕਾਨਦਾਰਾਂ ਦੀਆਂ ਦੁਕਾਨਾਂ ਹੀ ਬੰਦ ਕਰਵਾ ਦਿੱਤੀਆਂ। ਫਿਰ ਦੱਸੋ ਨਾ, ਫਿਰ ਵੀਆਈਪੀ ਕਲਚਰ ਕਿੱਥੇ ਮੁੱਕ ਗਿਆ? ਨਹੀਂ ਕਰਵਾਈਆਂ, ਬਿਲਕੁਲ ਗਲਤ ਹੈ। ਕੋਈ ਐਡਮਿਨਿਸਟ੍ਰੇਸ਼ਨ ਨੇ ਧੱਕਾ ਨਹੀਂ ਕੀਤਾ ਔਰ ਆਪਣੀ ਮਨਮਰਜ਼ੀ ਨਾਲ ਦੁਕਾਨਾਂ ਬੰਦ ਹੋਈਆਂ ਸਿਰਫ ਤੇ ਸਿਰਫ ਇਹ ਦਿਖਾਉਣ ਵਾਸਤੇ ਕਿ ਸਰਕਾਰ ਜਿਹੜੀ ਆਪਦੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹਿ ਚੁੱਕਿਆ, ਉਹਦੇ ਤੇ ਥੋੜਾ ਜਿਹਾ ਧਿਆਨ ਦਿਓ ਕਿ ਨਵਜੋਤ ਸਿੰਘ ਸਿੱਧੂ ਘੱਟੋ ਘੱਟ 15-20 ਸ਼ਹਿਰਾਂ 'ਚ ਜਾ ਚੁੱਕਿਆ ਔਰ ਉੱਥੇ ਉਹ ਜਾ ਕੇ ਬੋਲ ਵੀ ਚੁੱਕਿਆ। ਉੱਥੇ ਕਿੰਨੇ ਕੁ ਸ਼ਟਰ ਡਾਊਨ ਹੋਏ ਸੀ, ਉੱਥੇ ਕਿੰਨੀਆਂ ਕੁ ਲੋਕਾਂ ਨੂੰ ਸਹੂਲੀਅਤ ਹੋਈ ਹੈ। ਉਹੀ ਤਾਂ ਅਸੀਂ ਪੁੱਛ ਰਹੇ ਨਾ ਕਿ ਫਿਰ ਅਬੋਹਰ ਦੇ ਵਿੱਚ ਐਦਾਂ ਦੀ ਨੌਬਤ ਕਿਉਂ ਆ ਗਈ? ਫੌਜੀ ਨੂੰ ਹਸਪਤਾਲ ਪਹੁੰਚਾਉਂਦਾ ਹੈ। ਦਰਅਸਲ ਉਹ ਪ੍ਰੋਗਰਾਮ ਉਸ ਅਜਿਹੀ ਥਾਂ ਦੇ ਉੱਤੇ ਰੱਖਿਆ ਗਿਆ ਸੀ ਜਿੱਥੇ ਕਿ ਦੁਕਾਨਾਂ ਪ੍ਰਸ਼ਾਸਨ ਨੂੰ ਬੰਦ ਕਰਵਾਉਣੀਆਂ ਪੈ ਗਈਆਂ ਸਰ। ਪ੍ਰਸ਼ਾਸਨ ਨੂੰ ਦੁਕਾਨਾਂ ਬੰਦ ਕਰਵਾਉਣੀਆਂ ਪੈ ਗਈਆਂ ਕਿਉਂਕਿ ਪ੍ਰੋਗਰਾਮ ਹੀ ਅਸੀਂ ਥਾਂ ਦੇ ਉੱਤੇ ਰੱਖਿਆ ਗਿਆ ਸੀ। ਮਿਨਿਸਟਰ ਜਾ ਕੇ ਖੇਤਾਂ 'ਚ ਪ੍ਰੋਗਰਾਮ ਕਰੇ, ਮਿਨਿਸਟਰ ਲੋਕਾਂ ਵਾਸਤੇ ਗਿਆ ਕਿ ਉੱਥੇ ਨਹੀਂ, ਫਿਰ ਮਿਨਿਸਟਰ ਦੁਕਾਨਾਂ ਬੰਦ ਕਰਾ ਕੇ ਪ੍ਰੋਗਰਾਮ ਕਰੇ ਸਰ। ਮਾਰਕੀਟ 'ਚ ਨਾ ਕਰਾਂ ਕਿਉਂਕਿ ਸ਼ਾਇਦ ਦੁਕਾਨਾਂ ਬੰਦ ਹੋ ਜਾਣ। ਮਿਨਿਸਟਰ ਫਿਰ ਦੁਕਾਨਾਂ ਬੰਦ ਕਰਾ ਕੇ ਪ੍ਰੋਗਰਾਮ ਕਰੇ, ਉਹ ਜਾਇਜ਼ ਹੈ? ਮੈਨੂੰ ਤਾਂ ਤੁਹਾਡੇ ਸਵਾਲ ਮੈਨੂੰ ਤਾਂ ਰਾਹਗੀਰਾਂ ਨੂੰ ਰੋਕ ਕੇ ਥਾਂ ਦੇ ਉੱਤੇ ਨਾਕੇ ਲਵਾ ਕੇ ਮਿਨਿਸਟਰ ਪ੍ਰੋਗਰਾਮ ਕਰੇ, ਉਹ ਠੀਕ ਹੈ? ਉਹੀ ਤਾਂ ਅਸੀਂ ਪੁੱਛ ਰਹੇ ਹਾਂ ਕਿ ਵੀਆਈਪੀ ਕਲਚਰ ਤਾਂ ਫਿਰ ਕਿਤੇ ਗਿਆ ਨਹੀਂ, ਠੀਕ ਹੈ। ਮਿਨਿਸਟਰ ਜ਼ਰੂਰੀ ਹੈ, ਆਮ ਲੋਕਾਂ ਦੀ ਖੱਜਲ ਖੁਆਰੀ ਦੀ ਕੋਈ ਦਿੱਕਤ ਨਹੀਂ। ਮਿਨਿਸਟਰ ਜ਼ਰੂਰੀ ਹੈ, ਮੰਤਰੀ ਸਾਹਿਬ ਦਾ ਪ੍ਰੋਗਰਾਮ ਜ਼ਰੂਰੀ ਹੈ। ਕਿਸੇ ਨੇ ਦਵਾਈ ਲੈਣੀ ਹੈ, ਕਿਸੇ ਨੇ ਆਵਾਜਾਈ ਦੇ ਵਿੱਚ ਜਾਣਾ ਹੈ, ਉਹਦੀ ਕੋਈ ਦਿੱਕਤ ਨਹੀਂ ਹੈ। ਹੋਰ ਬੋਲੋ, ਤੁਸੀਂ ਜੋ ਕੁਝ ਕਰਨਾ ਕਰ ਲਓ, ਫਿਰ ਚੁੱਪ ਕਰਕੇ ਸਵਾਲ ਜਵਾਬ ਸੁਣ ਲਓ। ਵਾਲੀਆ ਸਾਹਿਬ, ਤਸੱਲੀ ਕਰ ਲਓ। ਸਤਵੀਰ ਸਿੰਘ ਵਾਲੀਆ ਜੀ, ਵਾਰੀ ਜਵਾਬ ਦੇ ਦੂੰਗਾ ਬਟ ਡੋਂਟ। ਵਾਲੀਆ ਸਾਹਿਬ, ਤਸਵੀਰਾਂ ਤੁਸੀਂ ਵੀ ਵੇਖਿਆ ਨੇ, ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਖਤਮ ਹੋ ਗਿਆ ਵੀਆਈਪੀ ਕਲਚਰ? ਦੇਖੋ, ਵੀਆਈਪੀ ਕਲਚਰ ਖਤਮ ਹੋਣ ਦੀ ਗੱਲ ਜਿਹੜੇ ਸਾਡੇ ਕਾਂਗਰਸ ਦੇ ਸਾਥੀ ਕਹਿ ਰਹੇ ਨੇ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਗਿਆ। ਸਿਰਫ ਲਾਲ ਬੱਤੀਆਂ ਬੰਦ ਕਰਨ ਨਾਲ ਵੀਆਈਪੀ ਕਲਚਰ ਖਤਮ ਨਹੀਂ ਹੁੰਦਾ। ਗੱਡੀਆਂ ਦੇ ਹੂਟਰ ਤਾਂ ਅੱਜ ਵੀ ਵੱਜਦੇ ਫਿਰਦੇ ਨੇ। ਬਿਲਕੁਲ, ਅੱਜ ਵੀ ਮੰਤਰੀਆਂ ਦੇ ਅੱਗੇ ਪਿੱਛੇ ਗੱਡੀਆਂ ਹੂਟਰ ਮਾਰਦੀ ਫਿਰਦੀਆਂ, ਲੋਕਾਂ ਨੂੰ ਪਿੱਛੇ ਕਰਦੇ ਫਿਰਦੇ ਨੇ ਤੇ ਰਸਤੇ ਬੰਦ ਕਰਕੇ ਮੰਤਰੀ ਦੀਆਂ ਗੱਡੀਆਂ ਲੰਘਾਉਂਦੇ ਫਿਰਦੀਆਂ ਨੇ। ਬਿਲਕੁਲ ਗਲਤ। ਤੇ ਹੁਣ ਦੇਖੋ, ਤੁਹਾਡੇ ਸਾਹਮਣੇ ਜੋ ਗੱਲ ਆਈ ਹੈ ਕਿ ਕਿੰਨੀ ਸਿਕਿਉਰਿਟੀ ਖੜੀ ਸੀਗੀ, ਕਿੱਥੇ ਸੀ ਸਿਕਿਉਰਿਟੀ? ਕਿੱਦਾਂ ਚੇਨ ਬਣਾ ਕੇ ਸਿਵਲ ਦੇ ਵਿੱਚ ਸਭ ਨੇ ਵਾਈਟ ਸਫਾਰੀ ਸੂਟ ਪਾ ਕੇ ਚੇਨ ਬਣਾਈ ਹੋਈ ਸੀਗੀ ਕਿ ਪਬਲਿਕ ਦਾ ਨੁਮਾਇੰਦਾ ਜਦ ਪਬਲਿਕ 'ਚ ਆਇਆ ਹੈ ਉਹ ਪਬਲਿਕ ਨੂੰ ਮਿਲੇਗਾ ਨਹੀਂ। ਕਿੱਥੇ ਲਿਖਿਆ ਵੀ ਨਹੀਂ ਮਿਲਿਆ? ਇਹਨਾਂ ਨੇ ਤਾਂ ਆਪਣਾ ਲੋਕਾਂ ਨੂੰ ਐਡਰੈਸ ਕੀਤਾ, ਲੋਕਾਂ ਨੂੰ ਓਪਨਲੀ ਗੱਲਾਂ ਕੀਤੀਆਂ। ਜਵਾਬ ਦੇ ਲੈਣ ਦਿਓ ਤੁਸੀਂ। ਡੋਂਟ ਸੇ ਥਿੰਗਸ ਵਿਚ ਆਰ ਨਾਟ ਟਰੂ। ਸਰ ਤੁਸੀਂ 10 ਮਿੰਟ ਬੋਲਦੇ, ਮੈਂ ਵਿੱਚ ਨਹੀਂ ਬੋਲ ਰਿਹਾ। ਮੈਂ ਬੋਲ, ਪਰ ਸਹੀ ਬੋਲ, ਬਾਅਦ 'ਚ ਬੋਲ ਦਿਓ। ਹਾਂ, ਸੱਚ ਬੋਲ। ਐਵੇਂ ਮਜਬੂਰੀ ਆਮ ਆਦਮੀ ਪਾਰਟੀ ਵਾਲੇ ਝੂਠ ਨਾ ਬੋਲੋ। ਤੁਹਾਡੇ ਸਾਹਮਣੇ ਸਾਰਾ ਸੀਗਾ। ਇੱਕ ਵਾਰ ਕੈਪਟਨ ਸਾਹਿਬ ਵੀ ਕਿਸਾਨਾਂ ਦਾ ਦਰਦ ਸੁਣਨ ਵਾਸਤੇ ਗਏ ਸੀਗੇ। ਕਿਵੇਂ ਕੈਪਟਨ ਸਾਹਿਬ ਦੇ ਆਲੇ ਦੁਆਲੇ ਪੁਲਿਸ ਵਾਲਿਆਂ ਨੇ ਘੇਰਾ ਪਾ ਲਿਆ ਸੀ, ਕਿਸੇ ਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਸੀ। ਇਹਨਾਂ ਨੂੰ ਇਹ ਨਹੀਂ ਸਮਝਿਆ Z+ ਸਿਕਿਉਰਿਟੀ ਕੀ ਹੁੰਦੀ ਹੈ। ਸਿਰਫ ਬਾਹਰੇ ਗੱਲਾਂ ਕਰਕੇ Z+ ਸਿਕਿਉਰਿਟੀ ਕੀ ਹੁੰਦੀ ਹੈ ਪਹਿਲਾਂ ਸਮਝ ਲਓ। ਸਰ ਮੈਂ ਗੱਲ ਕਰ ਲਵਾਂ ਸਰ। ਕੈਪਟਨ ਸਾਹਿਬ ਦੇ ਆਲੇ ਦੁਆਲੇ ਨਹੀਂ ਸੀ ਸਰ, ਮੈਂ ਗੱਲ ਕਰ ਲਵਾਂ। ਸਰਕਾਰ ਦੀ ਜ਼ਿੰਮੇਵਾਰੀ ਹੈ Z+ ਸਿਕਿਉਰਿਟੀ ਵਾਲਿਆਂ ਦੀ। ਗੱਲ ਕਰ ਲਵਾਂ। ਫਿਰ ਉਹ ਗਏ ਕਿਉਂ ਸੀ ਉੱਥੇ? ਉਹ ਤਾਂ ਤੁਸੀਂ ਕੇਜਰੀਵਾਲ ਨੂੰ ਵੇਖ ਲਓ, ਉਹ ਕਿੰਨੀਆਂ ਗੱਡੀਆਂ ਲੈ ਕੇ ਤੁਰਦਾ ਹੈ। ਸਰ ਮੈਂ ਉਹੀ ਗੱਲ, ਔਰ ਉਹਦੇ ਕੋਲ ਮਹਿਕਮਾ ਵੀ ਕੋਈ ਨਹੀਂ। ਉਹਨਾਂ ਬਾਰੇ ਵੀ ਗੱਲ ਕਰਾਂਗੇ। ਪਹਿਲਾਂ ਤੁਹਾਡੀ ਗੱਲ ਤਾਂ ਕਰ ਲਈਏ ਨਾ। ਉਹ ਵੀ ਮੈਂ ਤੁਹਾਡਾ ਆਪਣਾ ਕੰਪਲੀਟ ਕਰੂੰਗਾ, ਚਿੰਤਾ ਨਾ ਕਰੋ। ਉਹ ਵੀ ਤੁਹਾਡੇ ਸਵਾਲ ਦਾ ਪੂਰਾ ਜਵਾਬ ਦਊਂਗਾ। ਹਾਂ, ਦਿਓ। ਤੇ ਤੁਹਾਡੇ ਸਾਹਮਣੇ ਲੋਕਾਂ ਦਾ ਦਰਦ ਵੀ ਤੁਹਾਡੇ ਸਾਹਮਣੇ ਹੈ ਕਿ ਕੋਈ ਇੱਕ ਜਨਾਨੀ ਖੜੀ ਹੈ ਬੱਚਾ ਚੱਕੀ ਬਸ, ਛੋਟਾ ਜਿਹਾ ਬੱਚਾ ਲਈ ਔਰ ਉਹ ਤਾਂ ਕਹਾਇਆ ਗਿਆ। ਉਹ ਹਸਪਤਾਲ ਜਾਣਾ ਚਾਹੁੰਦੀ ਸੀਗੀ
ਤੇ ਉਹਨੂੰ ਰੋਕਿਆ ਗਿਆ। ਇੱਕ ਔਰਤ ਉਸ ਤੋਂ ਬਾਅਦ ਨਾ ਪਾਸੇ ਔਰਤ ਕੋਈ ਨਾ ਪਿੱਛੇ ਔਰਤ। ਸਰ ਪਹਿਲਾਂ ਤੁਸੀਂ ਉਹ 15 ਮਿੰਟ ਬੋਲ ਲਓ ਜੀ, ਬਾਅਦ ਚ ਅਸੀਂ ਬੋਲ ਲਾਂਗੇ। ਮੈਂ ਤਾਂ ਕੋਈ ਗਲਤ ਕਹਿ ਰਿਹਾ ਤਾਂ ਮੈਂ ਤਾਂ ਕਹਿ ਰਿਹਾ ਤੇਰੇ ਸਾਹਮਣੇ ਇੱਕ ਔਰਤ ਸੀ ਨਾ, ਦੋ ਜਨਾਨੀਆਂ ਖੜੀਆਂ ਸੀ, ਫਿਰ ਤੁਸੀਂ ਕਿਉਂ ਕਹਿੰਦੇ ਔਰਤਾਂ ਖੜੀਆਂ ਸੀ? ਸਰ ਵਿੱਚ ਇੰਟਰਵੀਨ ਨਾ ਕਰੋ ਨਾ। ਚੱਲ ਮੈਂ ਬੋਲਦਾ ਨਹੀਂ, ਹੁਣ ਤੂੰ ਬੋਲ ਲੈ। ਉਸ ਤੋਂ ਮੈਂ ਫਿਰ ਆਪਦੀ ਵਾਰੀ ਚ ਬੋਲੂਗਾ। ਤੁਸੀਂ 15 ਮਿੰਟ ਲਾ ਲਿਓ, ਕੋਈ ਬੋਲੋ, ਗੱਲ ਨਹੀਂ। ਬੋਲੋ। ਇਹਨਾਂ ਨੂੰ ਬਾਅਦ ਚ ਨਾ ਬੋਲੋ, ਮੈਂ ਕਹਤਾ ਨਾ, ਹੁਣ ਉਹਨਾਂ ਨੂੰ ਲੋੜ ਨਹੀਂ ਹੈ ਕਹਿਣ ਦੀ, ਸਿਫਾਰਸ਼ਾਂ ਦੀ ਲੋੜ ਨਹੀਂ, ਤੁਸੀਂ ਗੱਲ ਕਰੋ। ਤੇ ਹੁਣ ਤੁਹਾਡੇ ਸਾਹਮਣੇ ਸਾਰੀ ਗੱਲ ਹੈਗੀ ਸੀ। ਮਾਰਕੀਟ ਦੀ ਦੁਕਾਨਾਂ ਇਹ ਕਹਿੰਦੇ ਬੀਜੇਪੀ ਨੇ ਬੰਦ ਕੀਤੀਆਂ। ਐਡਮਿਨਿਸਟ੍ਰੇਸ਼ਨ ਕਿਹਦਾ ਸੀਗਾ? ਕੀ ਪੰਜਾਬ ਸਰਕਾਰ ਦੀ ਨਕਾਰਾ ਹੋ ਗਈ ਹੈ? ਪੰਜਾਬ ਸਰਕਾਰ ਦੀ ਪੁਲਿਸ ਦੀ ਨਕਾਰਾ ਹੋ ਗਈ ਹੈ? ਪੰਜਾਬ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਦਾ ਨਕਾਰਾ ਹੋ ਗਿਆ ਕਿ ਉਹ ਕੋਈ ਧੱਕੇ ਨਾਲ ਦੁਕਾਨਾਂ ਬੰਦ ਕਰਾਉਣ ਗਿਆ ਔਰ ਉਹਨੂੰ ਰੋਕ ਨਹੀਂ ਸਕੀ? ਅਗਲਾ ਦੁਕਾਨ ਬੰਦ ਕਰਾਉਣਾ ਚਾਹੁੰਦਾ ਸੀ, ਬੰਦ ਕਰ ਦਈਏ। ਇਹ ਖੁਦ ਐਡਮਿਟ ਕਰ ਰਹੇ ਇਸ ਚੀਜ਼ ਨੂੰ। ਤੁਹਾਡੇ ਸਾਹਮਣੇ ਕਿੰਨੀਆਂ ਵਾਰਦਾਤਾਂ ਪੰਜਾਬ 'ਚ ਹੋ ਚੁੱਕੀਆਂ। ਮੈਂ ਧੱਕੇ ਨਾਲ ਖਿਲਾ ਦਿਆਂ। ਇੱਕ ਜਿਹੜੇ ਆਰਐਸਐਸ ਦੇ ਪ੍ਰਚਾਰਕ ਸੀ ਲੁਧਿਆਣਾ 'ਚ, ਉਹਨਾਂ ਦਾ ਮਰਡਰ ਹੋਇਆ, ਹੁਣ ਤੱਕ ਉਹਨਾਂ ਦਾ ਨਹੀਂ ਲੱਭਿਆ। ਬੇਅਦਬੀ ਜਿਹੜੀ ਕਿ ਅਕਾਲੀਆਂ ਟਾਈਮ ਤੇ ਹੋਈ ਸੀਗੀ, ਨਾ ਤਾਂ ਉਹਨਾਂ ਤੋਂ ਕੋਈ ਬੰਦਾ ਫੜਿਆ ਗਿਆ, ਨਾ ਕਾਂਗਰਸ ਤੋਂ, ਜਦ ਕਿ 2 ਪੁਲਿਸ ਵਾਲੇ ਵਿੱਚ ਸੀਗੇ। ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ ਸੀਗੀਆਂ, ਅਣਪਛਾਤੇ ਪੁਲਿਸ ਵਾਲੇ ਅਕਾਲੀਆਂ ਨੇ ਕਿਹਾ ਸੀਗਾ, ਤੇ ਉਹ ਅਣਪਛਾਤੇ ਪੁਲਿਸ ਵਾਲੇ ਅੱਜ ਤੱਕ ਕਾਂਗਰਸ ਨਹੀਂ ਫੜ ਸਕੀ। ਤੇ ਇਹ ਇਹਨਾਂ ਦੀ ਹਾਲਾਤ ਨੇ ਜਿਹੜੇ ਕਿ ਇਹਨਾਂ ਦੇ ਐਡਮਿਨਿਸਟ੍ਰੇਟਿਵ ਹਾਲ ਹੋਏ ਨੇ। ਜੇ ਸਰਕਾਰ ਦਾ ਫੇਲਿਅਰ ਹੈਗਾ, ਇਹਨਾਂ ਨੂੰ ਸਿਰਫ ਸਿਕਿਉਰਿਟੀ ਇਹਨਾਂ ਦੇ ਅੱਗੇ ਪਿੱਛੇ ਤੁਰਨ ਵਾਸਤੇ ਚਾਹੀਦੀ ਹੈ, ਨਾ ਕਿ ਇਹਨਾਂ ਨੂੰ ਪਬਲਿਕ ਦੀ ਸੇਵਾ ਵਾਸਤੇ ਚਾਹੀਦੀ ਹੈ। ਹੁਣ ਦੂਜੀ ਗੱਲ, ਸਿੱਧੂ ਸਾਹਿਬ ਆਪਣੇ ਆਪ ਨੂੰ ਇੱਕ ਪਬਲਿਕ ਸਰਵੈਂਟ ਕਹਾਉਂਦੇ ਨੇ। ਅਸੀਂ ਵੀ ਆਪਣੇ ਮਾਈਂਡ 'ਚ ਬਾਕੀ ਦੇ ਕਿਰਦਾਰਾਂ ਨਾਲੋਂ ਸਿੱਧੂ ਸਾਹਿਬ ਦਾ ਕਿਰਦਾਰ ਥੋੜਾ ਠੀਕ ਸਮਝਦੇ ਸੀਗੇ, ਪਰ ਅੱਜ ਜੋ ਦੇਖਿਆ ਕਿ ਸਿੱਧੂ ਸਾਹਿਬ ਨੇ ਜੋ ਸਟੇਟਮੈਂਟ ਦਿੱਤੀ, ਕਹਿੰਦੇ ਜੀ ਮਾੜਾ ਮੋਟਾ ਦਾ ਚੱਲਦਾ ਹੈ। ਉਹਨਾਂ ਨੇ ਸਟੇਟਮੈਂਟ ਸੁਣੋ, ਉਹ ਕਹਿੰਦੇ ਮਾੜਾ ਮੋਟਾ ਦਾ ਚੱਲਦਾ, ਕੀ ਅਸੀਂ ਇਕੱਲੇ ਤੁਰੇ ਫਿਰੀਏ? ਇਹ ਲਫ਼ਜ਼ ਹੀ ਨਹੀਂ ਇਸਤੇਮਾਲ ਕੀਤਾ। ਕੀ ਅਸੀਂ ਇਕੱਲੇ ਤੁਰੀ ਫਿਰੀਏ? ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ। ਤੇ ਮੈਂ ਪੁੱਛਣਾ ਚਾਹੁੰਦਾ ਆਪਣੇ ਕਾਂਗਰਸ ਦੇ ਪ੍ਰਵਕਤਾ ਜੀ ਨੂੰ ਤੇ ਤੁਹਾਡੇ ਮਾਧਿਅਮ ਤੇ ਸਿੱਧੂ ਸਾਹਿਬ ਨੂੰ, ਕਿ ਉਹਨਾਂ ਨੂੰ ਪਬਲਿਕ ਨੇ ਵੋਟਾਂ ਪਾ ਕੇ ਇੱਥੇ ਤੱਕ ਪਹੁੰਚਾਇਆ ਤੇ ਉਹ ਪਬਲਿਕ ਸਰਵੈਂਟ ਨੇ। ਜਦੋਂ ਪਬਲਿਕ ਨੂੰ ਮਿਲਣਗੇ ਹੀ ਨਹੀਂ, ਪਬਲਿਕ ਦੀ ਗੱਲ ਸੁਣਨਗੇ ਹੀ ਨਹੀਂ, ਤੇ ਉਹਨਾਂ ਦਾ ਕੀ ਫਾਇਦਾ ਇੱਥੇ ਸਰਕਾਰ ਜਿੱਦਾਂ ਰਹਿਣ ਦਾ? ਉਹ ਕੀ ਕੰਮ ਪਬਲਿਕ ਵਾਸਤੇ ਕਰਨਗੇ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਬਲਿਕ ਚਾਹੁੰਦੀ ਕੀ ਹੈ? ਠੀਕ ਹੈ ਸਰ। ਗੁਰਪ੍ਰੀਤ ਜੀ ਇੱਕ ਮਿੰਟ, ਅਸੀਂ ਗਰੇਵਾਲ ਸਾਹਿਬ ਦਾ ਵੀ ਬਿਆਨ ਲੈ ਲਈਏ ਫਿਰ ਤੁਹਾਡੇ ਕੋਲ ਮਾਰਦੀਆਂ ਫਿਰਨਗੀਆਂ। ਤੇ ਠੀਕ ਹੈ ਬਾਲੀ ਸਾਹਿਬ, ਮੈਂ ਰੋਕਣਾ ਚਾਹੂੰਗਾ ਤੁਹਾਨੂੰ। ਹਰਜੀਤ ਗਰੇਵਾਲ ਜੀ ਇੱਕ ਮੈਂ ਫਿਰ ਕੇਜਰੀਵਾਲ ਜੀ ਬਾਰੇ ਇਹਨਾਂ ਨੇ ਪੁੱਛਿਆ ਸੀਗਾ, ਉਹ ਮੈਂ ਜਵਾਬ ਦੇਣਾ ਚਾਹੂੰਗਾ ਇੱਕ, ਕਿਉਂਕਿ ਫਿਰ ਇਹ ਕਹਿਣਗੇ ਵੀ ਤੁਸੀਂ ਉਹ ਗੱਲ ਨਹੀਂ ਕੀਤੀ। ਤੁਸੀਂ ਦਿੱਲੀ 'ਚ ਮੀਡੀਆ ਨੇ ਵੀ ਤਕਰੀਬਨ ਲਾਈਵ ਦਿਖਾਇਆ ਕਈ ਵਾਰੀ, ਤੇ ਮੀਡੀਆ 'ਚ ਆਂਦੀ ਵੀ ਰਹੀਆਂ ਕਿ ਅਰਵਿੰਦ ਕੇਜਰੀਵਾਲ ਜੀ ਪਬਲਿਕ ਨੂੰ ਕਿਵੇਂ ਮਿਲਦੇ ਨੇ, ਕਿਵੇਂ ਲੋਕਾਂ ਦੇ ਘਰ ਜਾਂਦੇ, ਸੜਕਾਂ ਤੇ ਜਾਂਦੇ ਆ। ਦਿੱਲੀ ਨੂੰ ਪੰਜਾਬ 'ਚ ਦੇਖੋ ਤੁਸੀਂ ਕਿਵੇਂ ਆਇਆ ਸੀ ਉਹ। ਅਸੀਂ ਅੰਨੇ ਤਾਂ ਨਹੀਂ ਗਏ, ਪੰਜਾਬ ਦੇ ਵਿੱਚ ਟੂ ਕਰਦਾ ਫਿਰਦਾ ਸੀ, ਉਦੋਂ ਨਹੀਂ ਦੇਖਿਆ ਤੁਸੀਂ? ਪੰਜਾਬ 'ਚ ਤੁਸੀਂ 3 ਵਾਰੀ ਅਟੈਕ ਕਰਵਾਇਆ ਉਹਨਾਂ ਤੇ। 3 ਵਾਰੀ ਅਟੈਕ ਅਸੀਂ ਕਰਵਾਇਆ, ਸੁਣ ਲਓ ਜੀ। ਦੇਖੋ ਇਹ ਵੇਖਣ ਵਾਲੇ ਸੁਣ ਲੈਣ, 3 ਵਾਰੀ ਕੇਜਰੀਵਾਲ ਤੇ ਅਟੈਕ ਕਾਂਗਰਸ ਨੇ ਕਰਵਾਇਆ। ਜੇ ਪੰਜਾਬ 'ਚ 3 ਵਾਰੀ ਅਟੈਕ ਹੋਇਆ, 86 ਅਟੈਕ ਹੋਇਆ, 86 ਅਟੈਕ ਜਿਹੜਾ 3 ਵਾਰੀ ਹੋਇਆ, ਉਸ ਤੋਂ ਬਾਅਦ ਪੰਜਾਬ ਨੂੰ ਪ੍ਰੋਟੈਕਸ਼ਨ ਦੇ ਪੰਜਾਬ ਗਵਰਨਮੈਂਟ ਨੇ ਆਪਣੀ ਜ਼ਿੰਮੇਵਾਰੀ ਸਮਝੀ ਪ੍ਰੋਟੈਕਸ਼ਨ ਦੇਣ ਦੀ। ਸਾਡਾ ਕਸੂਰ ਇਹ ਹੋ ਗਿਆ ਕਿ ਜਦੋਂ ਕੇਜਰੀਵਾਲ ਨੇ ਬੇਅਦਬੀ ਕੀਤੀ ਸੀ ਔਰ ਮੈਨੀਫੈਸਟੋ ਤੇ ਹਰਮੰਦਰ ਸਾਹਿਬ ਦੀ ਫੋਟੋ ਤੇ ਝਾੜੂ ਲਾਇਆ ਸੀ, ਅਸੀਂ ਫੜ ਕੇ ਅੰਦਰ ਨਹੀਂ ਕੀਤੇ। ਔਰ ਉਦੋਂ ਦੀ ਮੌਜੂਦਾ ਗਵਰਨਮੈਂਟ ਜੇ ਫੜ ਕੇ ਅੰਦਰ ਕੀਤੀ ਹੁੰਦੀ ਨਾ, ਤੇ ਬੇਅਦਬੀ ਦਾ ਪਹਿਲਾ ਜਿਹੜਾ ਸੋਲੂਸ਼ਨ ਹੈ, ਉਹ ਪਹਿਲੀ ਬੇਅਦਬੀ ਦਾ ਫੜ ਕੇ ਬੰਦਾ ਅੰਦਰ ਕੀਤਾ ਹੁੰਦਾ। ਅਰਵਿੰਦ ਕੇਜਰੀਵਾਲ ਜੀ ਨੇ ਉਸ ਤੋਂ ਬਾਅਦ ਜਾ ਕੇ ਹਰਮੰਦਰ ਸਾਹਿਬ ਮੱਥਾ ਟੇਕਿਆ, ਸਾਫ਼ ਭਾਂਡਿਆਂ 'ਚ ਕੱਪੜਾ ਮਾਰਿਆ, ਸਾਫ਼ ਭਾਂਡਿਆਂ 'ਚ। ਤੇ ਮੈਨੂੰ ਇਹ ਦੱਸ ਦਿਓ, ਧੋਤੇ ਭਾਂਡਿਆਂ 'ਚ ਕੱਪੜਾ ਮਾਰਿਆ, ਦੱਸ ਦਿਓ ਜੇ ਤੁਹਾਨੂੰ ਧੋਤੇ ਵੇ ਭਾਂਡਿਆਂ 'ਚ ਕੱਪੜਾ ਮਾਰਿਆ, ਜੇ ਤੁਹਾਨੂੰ ਔਰ ਸੁੱਚਾ ਸਿੰਘ ਛੋਟੇ ਨੂੰ ਕਿਹਾ ਜੇ ਤੂੰ ਝੂਠ ਬੋਲ ਦਿੰਦਾ, ਜੇ ਤੂੰ ਕਹਿ ਦਿੰਦਾ। ਠੀਕ ਹੈ ਬਾਲੀਆ ਸਾਹਿਬ, ਕੋਈ ਗੱਲ ਨਹੀਂ, ਅਸੀਂ ਥੋੜਾ ਜਿਹਾ ਗਰੇਵਾਲ ਸਾਹਿਬ ਨੂੰ ਵਿੱਚ ਜੋੜ ਲਈਏ। ਮੈਂ 2 ਮਿੰਟ ਤੁਹਾਨੂੰ ਰੋਕਣਾ ਚਾਹੂੰਗਾ। ਠੀਕ ਹੈ, ਅਸੀਂ ਵੀਆਈਪੀ ਕਲਚਰ ਤੇ ਅਸੀਂ ਗੱਲ ਕਰੀਏ। ਬਾਲੀਆ ਸਾਹਿਬ, ਮੈਂ 2 ਮਿੰਟ ਰੋਕਣਾ ਚਾਹੂੰਗਾ ਤੁਹਾਨੂੰ। ਠੀਕ ਹੈ ਜੀ, ਅਸੀਂ ਬੇਅਦਬੀ ਦੀ ਗੱਲ ਨਹੀਂ ਕਰ ਰਹੇ, ਅਸੀਂ ਅੱਜ ਵੀਆਈਪੀ ਕਲਚਰ ਦੀ ਗੱਲ ਕਰ ਰਹੇ ਹਾਂ। ਗਰੇਵਾਲ ਸਾਹਿਬ, ਤੁਹਾਡੇ ਆਉਣ ਤੋਂ ਪਹਿਲਾਂ ਸਵਾਲ ਅਸੀਂ ਨਵਜੋਤ ਸਿੰਘ ਸਿੱਧੂ ਦੀ ਅਸੀਂ ਅਬੋਹਰ ਫੇਰੀ ਦੀ ਗੱਲ ਕਰ ਰਹੇ ਸੀ। ਬਾਲੀਆ ਸਾਹਿਬ 2 ਮਿੰਟ ਮੈਂ ਰੋਕਣਾ ਚਾਹੂੰਗਾ ਤੁਹਾਨੂੰ ਪਲੀਜ਼। ਗੁਰਪ੍ਰੀਤ ਜੀ ਇੱਕ ਮਿੰਟ, ਗਰੇਵਾਲ ਸਾਹਿਬ ਨੂੰ ਵਿੱਚ ਅਸੀਂ ਜੋੜ ਲਈਏ, ਉਹਨਾਂ ਦੇ ਵੀ ਪਹਿਲਾਂ ਗੱਲ ਸੁਣ ਲਈਏ ਇੱਕ ਵਾਰ ਸਰ, ਤੁਹਾਡੇ ਕੋਲ ਜ਼ਰੂਰ ਆਊਂਗਾ। ਬਾਲੀਆ ਸਾਹਿਬ ਮੈਂ ਰੋਕਣਾ ਚਾਹੂੰਗਾ ਤੁਹਾਨੂੰ 2 ਮਿੰਟ। ਗਰੇਵਾਲ ਸਾਹਿਬ, ਇਸ ਤੋਂ ਪਹਿਲਾਂ ਅਸੀਂ ਸਿੱਧੂ ਸਾਹਿਬ ਦੀ ਜਿਹੜੀ ਅਬੋਹਰ ਫੇਰੀ ਆ ਉਹਦੀ ਗੱਲ ਕਰ ਰਹੇ ਸੀਗੇ। ਸਿੱਧੂ ਸਾਹਿਬ ਦੇ ਉੱਥੇ ਜਾਣ ਦੀ ਵਜ੍ਹਾ ਕਰਕੇ ਕੁਝ ਦੁਕਾਨਾਂ ਬੰਦ ਹੋਈਆਂ ਨੇ, ਇਸ ਤੋਂ ਇਲਾਵਾ ਬੀਬੀਆਂ ਆਪਣੇ ਬੱਚੇ ਲਈ ਦਵਾਈ ਲੈਣ ਜਾ ਰਹੀਆਂ ਸੀ, ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ। ਤੇ ਸਵਾਲ ਅਸੀਂ ਇਹ ਚੁੱਕ ਰਹੇ ਸੀ ਕਿ ਕੀ ਪੰਜਾਬ 'ਚੋਂ ਵੀਆਈਪੀ ਕਲਚਰ ਖਤਮ ਹੋ ਗਿਆ ਹੈ? ਇਸ ਸਵਾਲ ਦੇ ਜਵਾਬ 'ਚ ਗੁਰਪ੍ਰੀਤ ਜੀ ਨੇ ਕਿਹਾ ਹੈ ਕਿ ਜਿਹੜੀਆਂ ਉੱਥੇ ਦੁਕਾਨਾਂ ਬੰਦ ਹੋਈਆਂ ਸੀ ਉੱਥੋਂ ਦੇ ਲੋਕਲ ਵਿਧਾਇਕ ਨੇ ਕਰਵਾਈਆਂ ਨੇ, ਬੀਜੇਪੀ ਦੇ ਵਿਧਾਇਕ ਨੇ। ਹਾਂਜੀ, ਇਸ ਤਰ੍ਹਾਂ ਮੈਂ ਇਹਦੇ 'ਚ ਕਹਿਣਾ ਚਾਹੂੰਗਾ ਕਿ ਪਹਿਲਾਂ ਤਾਂ ਵੀਆਈਪੀ ਕਲਚਰ ਕੀ ਆ ਉਹਨੂੰ ਸਮਝਣ ਦੀ ਜ਼ਰੂਰਤ ਆ। ਵੀਆਈਪੀ ਕਲਚਰ ਜਿਹੜਾ ਇੱਕ ਤਾਂ ਇਹਨਾਂ ਦਾ ਸਿੰਬਲ ਸੀਗਾ, ਜਿਹੜੀ ਰੈੱਡ ਲਾਈਟ ਸੀ, ਉਹ ਸਿੰਬਲ ਇਹਨਾਂ ਨੇ ਹਟਾਤਾ, ਉਹ ਮੰਨਦੇ ਆ ਜੀ।
ਉਹਦੇ ਲਈ ਇਹਨਾਂ ਦੇ ਧੰਨਵਾਦੀ ਆ। ਪਰ ਕਲਚਰ ਜਿਹੜਾ ਹੈਗਾ ਉਹ ਇਹ ਆ ਕਿ ਜਿਹੜੇ ਵਿਅਕਤੀ ਕਿਸੇ ਦੇ ਪਰਿਵਾਰ ਦੇ ਵੀ ਹੋਣ, ਕਿਸੇ ਮਿਨਿਸਟਰ ਦੇ ਜਾਂ ਸੀਐਮ ਦੇ ਜਾਂ ਕੋਈ ਵੀ ਅਧਿਕਾਰੀ ਹੋਵੇ, ਉਹ ਇਸ ਚੀਜ਼ ਨੂੰ ਇੰਜੋਏ ਕਰਦੇ ਹੋਣ, ਜਿਹੜਾ ਸਟੇਟਸ ਆ ਪੋਲੀਟੀਕਲ ਜਾਂ ਜੋ ਵੀ ਉਹਨਾਂ ਨੂੰ ਮਿਲਿਆ ਹੋਇਆ ਮਿਨਿਸਟਰ ਦਾ ਜਾਂ ਸਰਕਾਰੀ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਣ ਜਿਹਦੇ ਉਹ ਅਧਿਕਾਰੀ ਨਾ ਹੋਣ। ਤੇ ਇਹਦੇ 'ਚ ਦੇਖੋ ਸਿੱਧੂ ਸਾਹਿਬ ਦੀ ਜਿਹੜੀ ਧਰਮ ਪਤਨੀ ਆ ਉਹ ਵੀ ਮੀਟਿੰਗਾਂ ਜਾ ਕੇ ਬੈਠਦੀ ਆ ਔਰ ਕਈ ਵਾਰ ਅਫਸਰਾਂ ਕੋਲੋਂ ਰਿਪੋਰਟ ਵੀ ਲੈਂਦੀ ਆ। ਮਨਪ੍ਰੀਤ ਬਾਦਲ ਜੀ ਦੀ ਪਤਨੀ ਵੀ ਬੈਠਦੀ ਆ, ਰਿਪੋਰਟ ਵੀ ਲੈਂਦੀ ਆ। ਮਹਾਰਾਣੀ ਪਟਿਆਲਾ ਵੀ ਜਿਹੜੀ ਉਦਘਾਟਨ ਵੀ ਕਰਦੇ ਆ ਕਈ ਜਗ੍ਹਾ ਔਰ ਕਈ ਜਗ੍ਹਾ ਜਾ ਕੇ ਬੈਠਦੇ ਵੀ ਆ। ਹਾਲਾਂਕਿ ਉਹਨਾਂ ਤਿੰਨਾਂ ਚੋਂ ਕਿਸੇ ਨੂੰ ਵੀ ਹੁਣ ਅਧਿਕਾਰ ਨਹੀਂ ਹੈ ਇਸ ਚੀਜ਼ ਦਾ, ਉਹਦਾ ਇਸਤੇਮਾਲ ਕਰਦੇ ਆ। ਔਰ ਦੂਸਰਾ ਜਿਹੜੀਆਂ ਇਹ ਦੁਕਾਨਾਂ ਬੰਦ ਹੋਈਆਂ, ਬੀਜੇਪੀ ਕਿਉਂ ਦੁਕਾਨਾਂ ਬੰਦ ਕਰਵਾਏਗੀ? ਉਹਦੀ ਗੱਲ ਇਹ ਆ ਕਿ ਜਦੋਂ ਲਾਮ ਲਸ਼ਕਰ ਜ਼ਿਆਦਾ ਹੋਏਗਾ ਤਾਂ ਦੁਕਾਨਾਂ ਡਰ ਨਾਲ ਵੀ ਬੰਦ ਹੋ ਜਾਂਦੀਆਂ ਨੇ। ਦੁਕਾਨਾਂ ਇਸ ਕਰਕੇ ਵੀ ਬੰਦ ਹੋ ਜਾਂਦੀਆਂ ਨੇ ਕਿ ਉੱਥੇ ਖੜੇ ਹੋਣ ਦੀ ਜਗ੍ਹਾ ਨਹੀਂ ਹੁੰਦੀ, ਉਹ ਸੋਚਦੇ ਸਾਡਾ ਨੁਕਸਾਨ ਹੋਏਗਾ, ਤਦ ਵੀ ਬੰਦ ਹੋ ਜਾਂਦੀਆਂ ਨੇ। ਮੈਂ ਇਹ ਸਮਝਦਾ ਕਿ ਇੰਨਾ ਲਾਮ ਲਸ਼ਕਰ ਸਿੱਧੂ ਸਾਹਿਬ ਤਾਂ ਇਹਦੇ ਵਿਰੋਧੀ ਸੀ ਔਰ ਮਨਪ੍ਰੀਤ ਬਾਦਲ ਸਪੈਸ਼ਲੀ, ਪਰ ਹੁਣ ਉਹ ਸਾਰੀਆਂ ਚੀਜ਼ਾਂ ਉਹ ਕਰਨ ਲੱਗ ਗਏ ਨੇ। ਔਰ ਅੱਜ ਪੰਜਾਬ ਦੇ ਲੋਕ ਵੀ ਇਸ ਚੀਜ਼ ਲਈ ਪਰੇਸ਼ਾਨ ਨੇ ਕਿਉਂਕਿ ਸਾਨੂੰ ਪਹਿਲਾਂ ਆਪਣੇ ਤੇ ਕਰਕੇ ਦਿਖਾਉਣਾ ਚਾਹੀਦਾ। ਸਾਡੇ ਫਰਨਾਂਡਿਸ ਸਾਹਿਬ ਜਿਹੜੇ ਸੀ, ਉਹ ਜਾਰਜ ਫਰਨਾਂਡਿਸ, ਉਹ ਮਿਨਿਸਟਰ ਸੀਗੇ, ਡਿਫੈਂਸ ਮਿਨਿਸਟਰ। ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਤਾਂ ਜਾ ਕੇ ਦੇਖਿਆ ਉਹਨਾਂ ਦੇ ਘਰ ਨੂੰ ਜਿਹੜਾ ਗੇਟ ਸੀ ਕੋਠੀ ਨੂੰ, ਉਹ ਵੀ ਨਹੀਂ ਸੀ ਲੱਗਿਆ ਹੋਇਆ ਐਜ਼ ਏ ਡਿਫੈਂਸ ਮਿਨਿਸਟਰ ਔਰ ਕਿਸੇ ਨੂੰ ਰੋਕ ਟੋਕ ਨਹੀਂ ਸੀ ਉਹਨਾਂ ਨੂੰ ਮਿਲਣ ਦੀ, ਜਾਣ ਦੀ। ਲੋਕ ਖੁੱਲ੍ਹੇ ਆਮ ਜਾਂਦੇ ਸੀ, ਉਹ ਗੱਲ ਕਰਦੇ ਸੀ VIP ਕਲਚਰ ਦੇ ਖਿਲਾਫ, ਤਾਂ ਉਹਨਾਂ ਦੀ ਗੱਲ ਦਾ ਬੜਾ ਪ੍ਰਭਾਵ ਪੈਂਦਾ ਸੀ। ਤੇ ਅੱਜ ਜਿਹੜੇ ਲੋਕ ਗੱਲ ਕਰਦੇ ਆ ਉਹਨਾਂ ਦਾ ਆਪਣਾ ਕੀ ਹਾਲ ਆ, ਉਹਨਾਂ ਦੀ ਕੋਠੀਆਂ ਤੇ ਕਿਸ ਤਰ੍ਹਾਂ ਫੋਰਸ ਲੱਗੀ ਹੋਈ ਆ, ਕਿਸ ਤਰ੍ਹਾਂ ਲੋਕਾਂ ਨੂੰ ਅੰਦਰ ਜਾਣ ਦੀ ਮਨਾਹੀ ਆ, ਉਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ। VIP ਕਲਚਰ ਤਾਂ ਉਹ ਵੀ ਆ ਕਿ ਜਿਹੜੀ ਆਮ ਜਨਤਾ ਨੂੰ ਰਿਸਟ੍ਰਿਕਸ਼ਨ ਹੋਵੇ, ਅਨਨੈਸੈਸਰਲੀ ਰਿਸਟ੍ਰਿਕਸ਼ਨ ਹੋਵੇ। ਤੇ ਇਹ ਤਾਂ ਮੈਂ ਸਮਝਦਾ ਕਿ ਬਾਦਲ ਸਾਹਿਬ ਖੁੱਲ੍ਹੇ ਆਮ ਬੈਠ ਜਾਂਦੇ ਸੀ ਕਿ ਉਹਨਾਂ ਨੂੰ ਆ ਕੇ ਮਿਲੋ। ਇਹ ਠੀਕ ਆ ਕਿ ਉਹਨਾਂ ਦੇ ਆਲੇ ਦੁਆਲੇ ਸਿਕਿਉਰਿਟੀ ਸੀ, ਉੱਥੇ ਵੀ ਕਈ ਲੋਕਾਂ ਨੂੰ ਰੋਕਿਆ ਜਾਂਦਾ ਸੀ, ਮੈਂ ਇਹ ਨਹੀਂ ਕਹਿੰਦਾ, ਮਗਰ ਹੁਣ ਤਾਂ ਬਹੁਤ ਹੀ ਜ਼ਿਆਦਾ ਹੈਗਾ। ਔਰ ਜਿਸ ਤਰ੍ਹਾਂ ਦਾ ਉਹ ਇੰਜੋਏ ਕਰਦੇ ਆ ਸਟੇਟਸ, ਮੈਂ ਸਮਝਦਾ ਉਹ VIP ਕਲਚਰ ਹੈਗਾ, ਅਜੇ ਸਿੰਬਲ ਹਟਿਆ, ਕਲਚਰ ਨਹੀਂ ਹਟਿਆ। ਕਲਚਰ ਹਟਾਉਣ ਦੀ ਜ਼ਰੂਰਤ ਆ, ਉਹ ਤਾਂ ਹਟੇਗਾ ਜਦੋਂ ਪਬਲਿਕ ਅਵੇਅਰ ਹੋ ਜਾਏਗੀ ਔਰ ਇਹ ਵੀ ਆਪਣਾ ਆਚਰਣ ਵੈਸਾ ਕਰਨਗੇ। ਠੀਕ ਹੈ ਗੁਰਪ੍ਰੀਤ ਜੀ। ਮੈਂ ਗਰੇਵਾਲ ਸਾਹਿਬ ਬਹੁਤ ਰਿਸਪਾਂਸਿਬਲ BJP ਦੇ ਪ੍ਰਵਕਤਾ ਨੇ, ਬੜੇ ਸੁਲਝੇ ਹੋਏ ਬੰਦੇ ਨੇ। ਜੋ ਇਹਨਾਂ ਨੇ ਗੱਲਾਂ ਕਹੀਆਂ ਉਹਦੇ ਵਿੱਚ ਜਿੱਥੋਂ ਤੱਕ ਤਾਂ ਇਹ ਤਲਕ ਹੈ ਬਈ VIP ਕਲਚਰ ਅੱਗੇ ਵੱਧ ਗਿਆ। ਲੋਕਾਂ ਦੇ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਦੇ ਵਿੱਚ ਚਪੇੜਾਂ ਪਈਆਂ ਨੇ, ਠੀਕ ਹੈ। ਅਸੀਂ ਨਹੀਂ ਕਹਿੰਦੇ, ਉਹ ਉਹਨਾਂ ਦਾ ਨਿੱਜੀ ਸੀ, ਉਹ ਲੋਕਾਂ ਨੇ ਇਹਨਾਂ ਨੂੰ ਦੱਸਤਾ ਵੀ ਤੁਹਾਡਾ ਆਹ ਰਸਤਾ ਹੈ, 15 MLA ਦੇ ਕੇ ਬਿਠਾਤਾ। ਜਿੱਥੋਂ ਤੱਕ ਸਿੱਧੂ ਦਾ ਤਲਕ ਹੈ, ਨਵਜੋਤ ਸਿੰਘ ਸਿੱਧੂ ਦਾ ਔਰ ਉਹਦੀ ਵਾਈਫ ਦਾ, ਇਹ ਕਹਿੰਦੇ ਆ ਵਾਈਫ ਉਹਦੀ ਤੇ ਮਨਪ੍ਰੀਤ ਦੀ ਜਾ ਕੇ ਉਦਘਾਟਨ ਕਰਦੇ ਪ੍ਰਨੀਤ ਜੀ। ਸਰਕਾਰੀ ਕਿਸੇ ਵੀ ਉਦਘਾਟਨ ਦਾ ਕੰਮ ਨਾ ਮਨਪ੍ਰੀਤ ਦੀ ਵਾਈਫ ਨੇ ਕਦੇ ਕੀਤਾ, ਨਾ ਪ੍ਰਨੀਤ ਨੇ ਕੀਤਾ। ਜੇ ਕਾਂਗਰਸ ਦੇ ਵਰਕਰ ਕੋਈ ਸਮਾਗਮ ਕਰਦੇ ਆ ਔਰ ਉਹਦੇ 'ਚੋਂ ਜਾਂਦੇ ਆ, ਜੇ ਉਹ ਇਲੈਕਸ਼ਨ ਦੇ ਦੌਰਾਨ ਆਪਦੇ ਘਰ ਵਾਲੇ ਦੀ ਸਪੋਰਟ ਵਾਸਤੇ ਲੋਕਾਂ ਨੂੰ ਵੋਟ ਮੰਗਣ ਜਾ ਸਕਦੇ ਆ ਤਾਂ ਉਹ ਆਪਦੇ ਵਰਕਰਾਂ ਨੂੰ ਮਿਲਣ ਨਹੀਂ ਜਾ ਸਕਦੇ। ਦੂਜੀ ਗੱਲ, ਇਹ ਤਾਂ ਇੱਕ ਗੱਲ ਹੋ ਗਈ। ਦੂਜੀ ਗੱਲ, VIP ਸਿਕਿਉਰਿਟੀ ਤੁਸੀਂ ਐਦਾਂ ਕਰੋ ਨਾ ਕਿ ਸਾਰੇ ਇਕੱਠੇ ਬਹਿ ਕੇ ਕਹਿ ਦੇਣ ਬਾਦਲ ਸਾਹਿਬ ਹੋਰੀ ਵੀ ਸਾਡੀ ਸਿਕਿਉਰਿਟੀ ਵਿਦਡਰਾਅ ਕਰ ਲਓ, ਸਾਰਿਆਂ ਦੀ ਵਿਦਡਰਾਅ ਕਰ ਲਓ। ਮੈਂ ਕਹਿੰਦਾ ਇੱਕ ਬੰਦਾ ਗਨਮੈਨ ਦੇ ਦਿਓ, ਜਿਵੇਂ ਪਹਿਲਾਂ ਹੁੰਦਾ ਸੀ CM ਦੇ ਨਾਲ ਵੀ ਇੱਕ ਗਨਮੈਨ ਹੋਵੇ ਤੇ ਇਹਨਾਂ ਦੇ ਬੰਦੇ ਨਾਲ ਇੱਕ ਗਨਮੈਨ ਹੋਵੇ, ਮੰਨ ਲੈਣਗੇ। ਇਹ ਉਦੋਂ ਹੀ ਹਾਈ ਕੋਰਟ 'ਚ ਅਰਜ਼ੀ ਦੇ ਦੇਣਗੇ ਵੀ ਮੈਨੂੰ ਤਾਂ 400 ਬੰਦਾ ਚਾਹੀਦਾ, ਨਹੀਂ ਤਾਂ ਮੈਨੂੰ ਮਾਰ ਦੇਣਗੇ। ਹਾਲਾਤ ਪੰਜਾਬ ਦੇ ਇੰਨੇ ਕੁ ਵਿਗਾੜ ਰੱਖੇ ਹੈ ਕਿ ਇੱਕ ਬੰਦਾ ਇਹਨਾਂ ਦਾ ਹੀ ਮਰਿਆ ਲੁਧਿਆਣੇ ਦੇ ਵਿੱਚ, ਔਰ ਤੁਸੀਂ ਇਹ ਕਹਿੰਦੇ ਆ ਵੀ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਇੰਨੀ ਜ਼ਿਆਦਾ ਕੀਤੀ ਹੈ ਕਿ ਲੋਕਾਂ ਨੂੰ ਮਿਲ ਨਹੀਂ ਦਿੰਦੇ। ਜੇ ਕੋਈ ਸ਼ਰਾਰਤੀ ਅੰਸ਼ ਉੱਥੇ ਮਿਨਿਸਟਰ ਦੇ ਮੱਥੇ 'ਚ ਮਾਰੇ ਗੋਲੀ ਤੇ ਤੁਸੀਂ ਜਵਾਬ ਦਿਓਗੇ, ਉਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਹਾਲਾਤ ਮਾੜੇ ਇਹ ਖੁਦ ਹੀ ਮੰਨ ਗਏ ਹੈਗੇ ਆ, ਇਹ ਖੁਦ ਹੀ ਮੰਨ ਗਏ। ਮੈਂ ਗਰੇਵਾਲ ਜੀ, ਮੈਂ ਤੁਹਾਡੇ ਵਾਂਗੂ ਨਾ ਤਾਂ ਪਾਰਟੀ ਦਾ ਵਧਿਆ ਝੂਠ ਮਾਰਾਂ ਤੇ ਨਾ ਹੀ ਮੈਂ ਆਪਦੇ ਆਪ ਨੂੰ ਸੇਵ ਕਰਨ ਵਾਸਤੇ ਝੂਠ ਮਾਰਾਂ ਆਮ ਆਦਮੀ ਪਾਰਟੀ ਵਾਂਗੂ। ਹਾਲਾਤ ਐਵਰੀਬਡੀ ਨੋਜ਼ ਕਿ ਗਗਨੇਜਾ ਜੀ ਤੋਂ ਬਾਅਦ ਲੁਧਿਆਣੇ 'ਚ ਵਾਰਦਾਤ ਹੋਈ ਆ। ਗੈਂਗਸਟਰਸ ਅੱਜ ਵੀ ਐਗਜ਼ਿਸਟ ਕਰਦੇ ਆ। ਰੋਜ਼ ਸਿੱਧੂ ਸਾਹਿਬ ਦੇ ਬਿਆਨ ਆਉਂਦੇ ਆ ਬਿਕਰਮਜੀਤ ਮਜੀਠੀਏ ਦੇ ਤੇ ਇਹਨਾਂ ਵੱਡੇ VIPਆਂ ਦੇ ਉਲਟ, ਜਿਨ੍ਹਾਂ ਨੂੰ ਸਾਨੂੰ ਅੰਦੇਸ਼ਾ ਵੀ ਇਹਨਾਂ ਨੇ ਹੇਰਾਫੇਰੀਆਂ ਕੀਤੀਆਂ ਔਰ ਉਹਦੇ ਵਿੱਚ ਕੋਈ ਵੀ ਸ਼ਰਾਰਤ ਹੋ ਸਕਦੀ ਹੈ। ਲੇਕਿਨ ਮੈਂ ਹੁਣ ਵੀ ਕਹਿੰਦਾ ਸਿੱਧੂ ਘੱਟੋ ਘੱਟ 20-25 ਸ਼ਹਿਰਾਂ ਦੇ ਵਿੱਚ ਜਾ ਕੇ ਆਇਆ। ਮਨਪ੍ਰੀਤ ਆਪਦੀ ਗੱਡੀ ਅੱਜ ਵੀ ਆਪ ਚਲਾਉਂਦਾ ਹੈ,
ਮਨਪ੍ਰੀਤ ਦੇ ਨਾਲ ਅੱਗੇ ਪਿੱਛੇ 7-7 ਜਿਪਸੀਆਂ ਨਹੀਂ ਹੁੰਦੀਆਂ। ਸੁਖਬੀਰ ਸਿੰਘ ਬਾਦਲ, ਮਲੂਕਾ, ਆ ਤੁਹਾਡੇ ਜਿਹੜੇ ਹਾਰੇ ਵੇ ਐਮਐਲਏ ਆ, ਇੱਥੇ ਸਾਡੇ ਕੋਲ ਮੈਂ ਨਾਂ ਨਹੀਂ ਲੈਂਦਾ, ਬੀਜੇਪੀ ਦੇ ਪ੍ਰਵਕਤਾ ਆਉਂਦੇ ਆ ਜਿਨ੍ਹਾਂ ਦੇ ਨਾਲ ਇੱਕ ਸਿਕਿਉਰਿਟੀ ਗਾਰਡ, ਦੋ ਸਿਕਿਉਰਿਟੀ ਗਾਰਡ, ਜਿਪਸੀ ਮੂਹਰੇ ਲੱਗੀ ਹੁੰਦੀ ਨਹੀਂ ਹੈ। ਠੀਕ ਹੈ, ਫਿਰ ਗੁਰਪ੍ਰੀਤ ਜੀ ਤੁਸੀਂ ਇਹ ਤਾਂ ਮੰਨਦੇ ਹੋ ਕਿ ਪੰਜਾਬ 'ਚ perception ਹਾਲਾਤ ਵੀ ਹੈ। ਮਾੜੇ ਨੇ, ਇਸ ਲਈ VIP ਵਿਧਾਇਕਾਂ ਨੂੰ culture- ਜ਼ਰੂਰੀ ਹੈ, ਸਿਕਿਉਰਿਟੀ ਨਾਲ ਹੀ ਜ਼ਰੂਰੀ ਹੈ। ਪੰਜਾਬ ਦੇ ਵਿੱਚ ਹਾਲਾਤ ਮਾੜੇ ਨੇ, ਇਸ ਲਈ ਜ਼ਰੂਰੀ ਹੈ ਪੰਜਾਬ ਸਿਕਿਉਰਿਟੀ। ਦੇ ਵਿੱਚ ਹਾਲਾਤ ਮਾੜੇ ਮਿਲੇ ਆ ਸਾਨੂੰ, ਅਸੀਂ ਸੁਧਾਰ ਰਹੇ ਹਾਂ। ਇਸੇ ਕਰਕੇ ਹਬੋਰ ਦੀ ਐਡਮਿਨਿਸਟ੍ਰੇਸ਼ਨ ਨੇ ਓਵਰ ਰਿਐਕਟ ਕੀਤਾ, ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ ਕੀਤਾ ਹੈ, ਹੋ ਸਕਦਾ ਓਵਰ ਰਿਐਕਟ ਕੀਤਾ ਹੋਵੇ, ਕਿਉਂਕਿ ਸਾਡਾ ਪ੍ਰਧਾਨ ਕਾਂਗਰਸ ਦਾ ਉੱਥੇ ਹੈ, ਸਾਡਾ ਇੱਕ ਸੀਨੀਅਰ ਮੰਤਰੀ ਉੱਥੇ ਹੈ, ਥੋੜੀ ਜਗ੍ਹਾ ਹੈ ਇਨਕਲੋਜ਼ਰ, ਉਹਦੇ ਵਿੱਚ ਜੇ ਉੱਥੇ ਉਹਨਾਂ ਨੇ ਖੜਾ ਕਰ ਲਿਆ, ਦੁਕਾਨਦਾਰ, ਮੈਂ ਦੁਕਾਨਦਾਰ ਹਾਂ, ਮੈਂ ਕਹਿੰਦਾ ਯਾਰ ਇੰਨਾ ਇਕੱਠਾ, ਮੈਂ ਤਾਂ ਸ਼ਟਰ ਬੰਦ ਹੀ ਕਰ ਲੈਣਾ, ਤੇ ਉਹ ਸਿੱਧੂ ਜਾ ਕੇ ਦੁਕਾਨਾਂ ਦੇ ਸ਼ਟਰ ਖਿਲਾ ਦੇਵੇ। ਨਹੀਂ ਫਿਰ ਸਿੱਧੂ ਸਾਹਿਬ ਕਿਤੇ ਹੋਰ ਪ੍ਰੋਗਰਾਮ ਕਰ ਸਕਦੇ ਸੀ ਸਰ। ਅਸੀਂ ਤਾਂ ਸਵਾਲ ਇਹ ਕਹਿ ਰਹੇ ਹਾਂ ਵੀ ਤੁਸੀਂ ਉਹ ਜਗ੍ਹਾ ਚੁਣੀ, ਉਹ ਗਲਤ ਜਗ੍ਹਾ ਚੁਣੀ ਗਈ, ਉਹਨਾਂ ਦਾ ਤੁਹਾਨੂੰ ਦਰਦ ਨਹੀਂ ਆ? ਤੁਸੀਂ ਮੰਨੋ ਨਾ ਕਿ ਦੁਕਾਨਦਾਰਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਓਕੇ ਸੁਣ ਲਓ, ਮੈਨੂੰ ਇਹ ਦੱਸੋ ਵੀ ਉਹ ਜਗ੍ਹਾ ਸਿੱਧੂ ਸਾਹਿਬ ਨੇ ਚੁਣੀ ਸੀ? ਕਿਸੇ ਨੇ ਵੀ ਚੁਣੀ ਹੋਵੇ, ਪਰ ਆਉਣਾ ਤਾਂ ਸਿੱਧੂ ਸਾਹਿਬ ਨੇ ਸੀ, ਵਜ੍ਹਾ ਤਾਂ ਸਿੱਧੂ ਸਾਹਿਬ ਬੰਨੇ ਜਾਣਗੇ ਨਾ। ਮੰਤਰੀ ਸਾਹਿਬ ਸਿੱਧੂ ਜੀ ਨੇ, ਸਿੱਧੂ ਜੀ ਕਹਿੰਦੇ ਉੱਥੇ ਪ੍ਰੋਗਰਾਮ ਦਿੰਦਾ, ਸਿੱਧੂ ਜੀ ਆਪਣੇ ਪ੍ਰਸ਼ਾਸਨ ਨੂੰ ਕਹਿੰਦੇ ਕਿ ਭਾਈ ਕਿਸੇ ਦੀ ਦੁਕਾਨ ਬੰਦ ਨਹੀਂ ਹੋਣੀ ਚਾਹੀਦੀ। ਬੋਲਦਾ ਬਹੁਤ ਬੋਲਦਾ ਬਿਨਾ ਮਤਲਬ ਤੋਂ। ਭਾਈ ਸਾਹਿਬ, ਕੋਈ ਦੁਕਾਨ ਜ਼ਬਰਦਸਤੀ ਬੰਦ ਨਹੀਂ ਹੋਈ। ਜੇ ਉੱਥੇ ਇੱਕ ਦੁਕਾਨਦਾਰ ਮਹਿਸੂਸ ਕਰਦਾ ਵੀ ਰੌਲਾ ਰੱਪਾ, ਘੰਟਾ ਬੰਦ ਕਰ ਲਓ ਫੇਰ ਖੋਲ ਲਾਂਗੇ, ਉਹਦੇ 'ਚ ਐਡਮਿਨਿਸਟ੍ਰੇਸ਼ਨ ਜਾ ਕੇ ਦੁਕਾਨਾਂ ਨਹੀਂ ਖਲਾਉਂਦੀ ਹੁੰਦੀ। ਔਰ ਮੰਤਰੀ ਕਦੇ ਨਹੀਂ ਮਿੱਥਦਾ ਕਿ ਮੈਂ ਸ਼ਹਿਰ ਦੇ ਫਲਾਨੀ ਥਾਂ 'ਤੇ ਜਾ ਕੇ ਲੈਕਚਰ ਦੇਣਾ, ਕਿਤੇ ਹੋਰ ਨਹੀਂ। ਜੋ ਲੋਕਲ ਐਡਮਿਨਿਸਟ੍ਰੇਸ਼ਨ ਨੇ ਮੰਤਰੀ ਦੇ ਪ੍ਰੋਗਰਾਮ ਦੇ ਮੁਤਾਬਕ ਠੀਕ ਜਗ੍ਹਾ ਸਮਝੀ, ਉੱਥੇ ਉਹਨਾਂ ਨੇ ਅਰੇਂਜਮੈਂਟ ਕੀਤਾ, ਉਹ ਚਲਾ ਗਿਆ, ਜਾ ਕੇ ਬੋਲ ਕੇ ਘਰ ਨੂੰ ਆ ਗਿਆ। ਔਰ ਹਬੋਰ ਸੁਨੀਲ ਜਾਖੜ ਦਾ ਨਿੱਜੀ ਸ਼ਹਿਰ ਹੈ, ਔਰ ਨਿੱਜੀ ਸ਼ਹਿਰ ਦੇ ਵਿੱਚ ਜੇ ਉਹਦੇ ਸਤਿਕਾਰ 'ਚ ਵੀ ਦੁਕਾਨਾਂ ਬੰਦ ਕੀਤੀਆਂ ਤਾਂ ਵੀ ਕੋਈ ਹਰਜ ਨਹੀਂ। ਔਰ ਜੇ ਦੁਕਾਨਾਂ ਇਸ ਕਰਕੇ ਬੰਦ ਨੇ ਕਿ ਇੱਥੇ ਇੰਨੀ ਪੁਲਿਸ ਦਾ ਇੰਨਾ ਰੌਲਾ ਰੱਪਾ ਹੈ, ਘੰਟੇ ਬਾਅਦ ਖੋਲ ਲਾਂਗੇ, ਉਹਦੇ ਵੀ ਕੋਈ ਰੌਲਾ ਨਹੀਂ। ਜੇ ਐਡਮਿਨਿਸਟ੍ਰੇਸ਼ਨ ਨੇ ਜ਼ਬਰਦਸਤੀ ਦੁਕਾਨਾਂ ਬੰਦ ਕਰਾਈਆਂ, ਗਲਤ ਹੈ। ਔਰ ਜੇ ਹੋਇਆ, ਲਿਖ ਕੇ ਕੰਪਲੇਂਟ ਦੇਣ, ਇਨਕੁਆਇਰੀ ਹੋਊਗੀ, ਔਰ ਜਿਹੜਾ ਆਫੀਸਰ ਜ਼ਿੰਮੇਵਾਰ ਹੈ, ਅਖਬਾਰਾਂ 'ਚ ਪੜ੍ਹ ਲਿਓ, ਉਹਦੇ ਦੇ ਖਿਲਾਫ ਐਕਸ਼ਨ ਵੀ ਹੋਊਗਾ। ਤੁਸੀਂ ਸਿੱਧੂ ਸਾਹਿਬ ਦੇ ਮਗਰ ਜਿੰਨਾ ਮਰਜ਼ੀ ਪੈ ਲਓ, ਉਹਦੇ ਵਰਗਾ ਬੰਦਾ ਕੋਈ ਨਹੀਂ ਹੈ ਇੱਕ ਵੀ, ਕਿਉਂਕਿ ਉਹ ਬੰਦਾ ਜਿਹਨੇ 1 ਕਰੋੜ 62 ਲੱਖ ਰੁਪਈਆ ਜੇਬ 'ਚੋਂ ਗਰੀਬਾਂ ਨੂੰ ਦਿੱਤਾ, ਚੈੱਕ ਕੱਟ ਕੇ ਪਰਸਨਲ। ਔਰ ਕਾਫਲਾ ਅੱਜ ਤੱਕ ਰੋਕ ਕੇ ਬਾਦਲ ਸਾਹਿਬ ਨੇ ਕੋਈ ਡਿੱਗਿਆ ਪਿਆ ਬੰਦਾ ਚੱਕਿਆ ਹੋਵੇ? ਬਾਦਲ ਸਾਹਿਬ ਚੰਡੀਗੜ੍ਹੋਂ ਤੁਰਦੇ ਸੀ ਲੰਬੀ 275 ਕਿਲੋਮੀਟਰ ਦੇ ਚੱਪੇ ਤੇ ਪੁਲਸੀਆ ਗਨਮੈਨ ਲੈ ਕੇ ਖੜਦਾ ਸੀ, ਬੰਦੂਕ ਲੈ ਕੇ। ਮੈਨੂੰ ਦਿਖਾ ਦਿਓ, ਕੱਲ ਮੈਂ ਪਟਿਆਲੇ ਗਿਆ ਸੀ, ਸਾਧੂ ਸਿੰਘ ਧਰਮਸੋਟ ਮੇਰੇ ਕੋਲੋਂ ਦੀ ਲੰਘਿਆ, ਇੱਕ ਜਿਪਸੀ ਮੂਹਰੇ ਸੀ, ਜੋ ਕਿ ਪ੍ਰੋਟੋਕਾਲ ਹੈ, ਕੋਈ ਅੱਗੇ ਪਿੱਛੇ ਗੱਡੀ ਨਹੀਂ ਸੀ। ਔਰ ਮੇਰੀ ਗੱਡੀ ਨੂੰ ਹੱਥ ਦਿੱਤਾ ਪੁਲਸੀਏ ਨੇ, ਮੈਂ ਉਹਨੂੰ ਕਿਹਾ ਨਾ, ਮੈਂ ਬਾਹਰ ਹੱਥ ਕੱਢ ਕੇ ਕਿਹਾ ਨੋ, ਐਂਡ ਹੀ ਕੈਪਟ ਕੁਆਇਟ, ਕੋਈ ਹੂਟਰ ਨਹੀਂ ਸੀ। ਹੌਲੀ ਹੌਲੀ ਬਦਲੂਗਾ ਮਾਹੌਲ। ਵੀਆਈਪੀ ਕਲਚਰ ਖਤਮ ਕਰਨ ਦੀ ਸ਼ੁਰੂਆਤ ਹੋਈ ਹੈ, ਚੰਗੀ ਸ਼ੁਰੂਆਤ ਹੋਈ ਹੈ, ਔਰ ਇਹਨੂੰ ਫੋਲੋ ਅਪ ਵੀ ਕੀਤਾ ਜਾਊਗਾ। ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਹੋਊਗੀ? ਇਲਜ਼ਾਮ ਲਾਉਣਾ, ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ? ਜੇ ਉਹਨਾਂ ਦਾ ਕਸੂਰ ਹੈ ਤਾਂ ਹੋਣੀ ਚਾਹੀਦੀ ਹੈ। ਔਰ ਨੋਟਿਸ ਕੌਣ ਲਊਗਾ ਇਸ ਚੀਜ਼ ਦਾ? ਨੋਟਿਸ ਕੌਣ ਲਊਗਾ? ਜੇ ਅਸੀਂ ਵਿਕਰਮ ਜੀ, ਉਹ ਲੋਕ ਲਿਖਤ ਦੇਣਗੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿ ਆ ਸਾਨੂੰ ਉੱਥੇ ਤਕਲੀਫਾਂ ਆਈਆਂ। ਇੱਕ ਵਾਰੀ ਬੰਬੇ ਦੇ ਵਿੱਚ ਤੁਹਾਨੂੰ ਯਾਦ ਹੋਊਗਾ, ਫਡਨਵਿਸ ਨਾ ਗਿਆ ਸੀ, ਉਹਨਾਂ ਦਾ ਮੁੱਖ ਮੰਤਰੀ, ਏਰੀਆ ਲੋਕਲ ਦੁਕਾਨਦਾਰਾਂ ਨੂੰ ਤਕਲੀਫ ਹੋਈ ਹੈ, ਲੋਕਲ ਪ੍ਰਸ਼ਾਸਨ ਨੂੰ, ਉਸੇ ਪ੍ਰਸ਼ਾਸਨ ਦੇ ਸਾਹਮਣੇ ਉਹ ਤਕਲੀਫ ਲੈ ਕੇ ਜਾਣਗੇ ਤੇ ਉਹ ਪ੍ਰਸ਼ਾਸਨ ਉਹਨਾਂ ਦੀ ਗੱਲ ਸੁਣ ਲੂਗਾ। ਸਤਵੀਰ ਵਾਲੀਆ ਸਾਹਿਬ, ਪੰਜਾਬ ਸਿਰਫ ਹਬੋਰ 'ਚ ਹੀ ਵਸਦਾ ਹੈ, ਐਡਮਿਨਿਸਟ੍ਰੇਸ਼ਨ ਸਿਰਫ ਹਬੋਰ 'ਚ ਵਸਦੀ ਹੈ, ਉੱਤੇ ਤੱਕ ਬੈਠੇ ਆ ਕੇ ਦੇਣ ਕੰਪਲੇਂਟ ਆਪਦੀ, ਵੀ ਵਿਲ ਲੁੱਕ ਇਨਟੂ ਇਟ। ਹਾਂਜੀ, ਜੇ ਗੁਰਪ੍ਰੀਤ ਜੀ ਥੋੜੀ ਦੇਰ ਚੁੱਪ ਰਹਿਣਗੇ ਤਾਂ ਮੈਂ ਆਪਣੀ ਗੱਲ ਪੂਰੀ ਕਰ ਸਕੂੰਗਾ। ਚੁੱਪ ਤਾਂ ਮੈਂ ਰਹਿੰਦਾ ਨਹੀਂ, ਭਾਵੇਂ ਜੋਰ ਨਾਲ। ਪਹਿਲੀ ਗੱਲ ਤਾਂ ਮੈਂ ਇਹਨਾਂ ਦੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ, ਜੋ ਉਹਨਾਂ ਨੇ ਖੁਦ ਹੀ ਚਲੋ ਐਡਮਿਟ ਕਰ ਲਿਆ ਕਿ ਪੰਜਾਬ ਦੇ ਮਾਹੌਲ ਬਹੁਤ ਵਿਗੜੇ ਹੋਏ ਨੇ। ਕਿਉਂਕਿ ਦਾਵਾ ਮੇਰੇ 'ਚ ਐਡਮਿਟ ਕਰਨ ਦਾ, ਤੁਹਾਨੂੰ ਆ ਕਿ ਝੂਠ ਨਹੀਂ ਮਾਰਦਾ ਮੈਂ। ਪੰਜਾਬ ਦੇ ਬਹੁਤ ਮਾਹੌਲ ਵਿਗੜੇ ਹੋਏ ਨੇ, ਦਮ ਰੱਖੋ। ਮੇਰੇ ਹਿਸਾਬ ਨਾਲ ਪੰਜਾਬ ਟੈਰਰਿਜ਼ਮ ਤਾਂ ਹੈ ਨਹੀਂ। ਜੇ ਬਹੁਤੀ ਗੱਲ ਕਰੀਏ, ਲੋ ਹੁਣ ਸੁਣ ਲਓ, ਬਹੁਤੀ ਗੱਲ ਕਰੀਏ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਨਹੀਂ ਹੈ, ਆਮ ਆਦਮੀ ਪਾਰਟੀ ਕਹਿ ਰਹੀ ਹੈ। ਇੱਕ ਮਿੰਟ, ਮੇਰੀ ਗੱਲ ਤਾਂ ਕੰਪਲੀਟ ਹੋਣ ਦਿਓ। ਪੰਜਾਬ 'ਚ ਟੈਰਰਿਜ਼ਮ ਤਾਂ ਹੈ ਨਹੀਂ। ਰਹੀ ਗੱਲ ਗੈਂਗਸਟਰ ਦੀ, ਜੇ ਇਹ ਗੈਂਗਸਟਰ ਨੂੰ ਲੈ ਕੇ ਪੰਜਾਬ ਦੇ ਹਾਲਾਤਾਂ ਨੂੰ ਅੰਨਾ ਖਰਾਬ ਦੱਸ ਰਹੇ ਹੈ ਕਿ ਸਿੱਧੂ ਸਾਹਿਬ ਨੂੰ ਥੋਕ ਦੇ ਭੌਜ ਸਿਕਿਉਰਿਟੀ ਗਾਰਡ ਚਾਹੀਦੇ ਕਿ ਲੋਕਾਂ ਨੂੰ ਮਿਲ ਵੀ ਨਾ ਸਕਣ, ਅਰੇ ਇਹਨੂੰ ਡਰ ਹੈ ਕਿ ਉਹਨਾਂ ਨੂੰ ਕੋਈ ਗੋਲੀ ਨਾ ਮਾਰ ਦੇ। ਹਰ ਇੱਕ ਬੰਦੇ ਨੂੰ ਮਿਲਿਆ ਉਹ, ਹਰ ਇੱਕ ਬੰਦੇ ਨੂੰ ਮਿਲਿਆ, ਡਰ ਹੈ ਕਿ ਉਹਨਾਂ ਨੂੰ ਕੋਈ ਗੋਲੀ ਨਾ ਮਾਰ ਦੇ। ਡਰ ਹੈਗਾ। ਇਹ ਕਾਂਗਰਸ ਦੀ ਖੁਦ ਦੀ ਐਡਮਿਸ਼ਨ ਹੈ। ਦੂਜੀ ਗੱਲ,
ਮੈਂ ਕਹਿੰਦਾ ਬਾਦਲ ਸਾਹਿਬ ਨੂੰ ਕੋ ਬਿਨਾਂ ਸਿਕਿਉਰਿਟੀ ਤੋਂ ਸੈਰ ਕਰਨ ਜਾਵਣ ਪਿੰਡ 'ਚ। ਸਰ ਮੈਂ ਬੋਲ ਲਵਾਂ। ਦੂਜੀ ਗਲਤ ਨਾ ਬੋਲ। ਦੂਜੀ ਗੱਲ ਇਹਨਾਂ ਦੀ ਜਸਟ ਬਿਕੋਜ਼ ਯੂ ਆਰ ਆਮ ਆਦਮੀ ਪਾਰਟੀ ਯੂ ਡੋਨਟ ਹੈਵ ਟੂ ਲਾਈ। ਦੂਜੀ ਗੱਲ ਇਹਨਾਂ ਦੀ ਖੁਦ ਦੀ ਐਡਮਿਸ਼ਨ ਹੈ ਜੀ। ਅਤੇ ਮੇਰੀ ਖੁਦ ਦੀ ਐਡਮਿਸ਼ਨ ਮੈਂ ਤਾਂ ਕਿਹਾ ਕਿ ਸਿੱਧੂ ਗੱਲ ਕਰ। ਸਾਹਿਬ ਵਿਕਰਮ ਮਜੀਠੀ ਦੇ ਖਿਲਾਫ ਬਿਆਨ ਦਿੰਦੇ ਰਹਿੰਦੇ ਆ ਤੇ ਉਹਨਾਂ ਨੂੰ ਡਰ ਹੈ ਉਸ ਤੋਂ। ਇਨਡਾਇਰੈਕਟਲੀ ਤਾਂ ਇਹ ਚੀਜ਼ ਐਡਮਿਟ ਡਰ ਹੈਗਾ ਕਿ ਹੈਗਾ ਮਤਲਬ ਉਹਨਾਂ ਨੂੰ ਵਿਕਰਮ ਮਜੀਠੀ ਤੋਂ ਡਰ ਹੈ ਹੈਗਾ ਸਾਰੇ ਅਕਾਲੀਆਂ ਤੋਂ ਡਰ ਹੈ। ਦੇਖੋ ਗੁੰਡਾਗਰਦੀ ਕੀਤੀ ਇਹਨਾਂ ਨੇ, ਰੱਜ ਕੇ ਗੁੰਡਾਗਰਦੀ ਕੀਤੀ ਹੈ, ਨਾਲ ਤੁਸੀਂ ਰਲ ਗਏ ਉਹ ਜੇ ਰੌਲਾ ਪਾਉਣ ਵਾਲੇ ਕਾਂ ਆਲਮੋਸਟ ਨੰਬਰ 2 ਦੀ ਪੋਜੀਸ਼ਨ ਵਾਲਾ ਜਿਹਦੇ ਕੋਲ ਪੂਰੀ ਐਡਮਿਨਿਸਟ੍ਰੇਸ਼ਨ ਹੈ, ਪੂਰਾ ਪੁਲਿਸ ਪ੍ਰਸ਼ਾਸਨ ਹੈ, ਉਹ ਇੱਕ ਐਮਐਲਏ ਤੋਂ ਡਰ ਰਿਹਾ ਹੈ। ਉਹ ਸਾਰਿਆਂ ਨੂੰ ਲੈ ਕੇ ਤੁਰ ਪਏ ਚੰਡੀਗੜ੍ਹ ਤੋਂ ਸਾਰੀ ਪੁਲਿਸ ਲੈ ਜੇ। ਉਹ ਇੱਕ ਐਮਐਲਏ ਤੋਂ ਡਰ ਰਿਹਾ ਹੈ। ਇਹਨਾਂ ਨੇ ਕਦੇ ਵਜ਼ਾਰਤ ਵੇਖੀ ਨਹੀਂ। ਤੀਸਰੀ ਗੱਲ ਸਰ 5 ਸਾਲ ਪੁਰਾਣੀ ਪਾਰਟੀ ਹੈ ਨਾ, ਇਹਨਾਂ ਨੂੰ ਪਤਾ ਪ੍ਰੋਟੋਕਾਲ ਕੀ ਹੁੰਦੀ ਹੈ। ਕੰਪਲੀਟ ਕਰਦਾ ਐਮਪੀ ਦੀ ਵੀ ਪ੍ਰੋਟੋਕਾਲ ਹੁੰਦੀ ਹੈ। ਸਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਰੌਲਾ ਪਾਉਂਦੀ ਤੈਨੂੰ ਪਤਾ ਹੀ ਕੱਖ ਨਹੀਂਗਾ, ਤੂੰ ਰੌਲਾ ਪਾਈ ਜਾਂਦਾ। ਯੂ ਨੋ ਨਥਿੰਗ ਅਬਾਊਟ ਪ੍ਰੋਟੋਕਾਲ। ਸਭ ਪਬਲਿਕ ਦੇਖ ਰਹੀ ਹੈ ਜੀ। ਮੈਂ ਕਿਹੜਾ ਪਬਲਿਕ ਤੋਂ ਘੁੱਟ ਕੱਢਿਆ, ਮੈਂ ਪਬਲਿਕ ਤੋਂ ਘੁੱਟ ਕੱਢਿਆ ਵਾ, ਸਾਹਮਣੇ ਬੋਲ ਰਿਹਾ ਮੈਂ। ਤੀਸਰੀ ਗੱਲ ਹੋਰ ਝੂਠ ਮਾਰਦਾ। ਕਾਂਗਰਸ ਦੇ ਪ੍ਰਵਕਤਾ ਖੁਦ ਹੀ ਕਨਫਿਊਜ਼ ਨੇ। ਆ ਮੈਂ ਕਨਫਿਊਜ਼ ਹਾਂ, ਇਹ ਕਲੀਅਰ ਹੈ। ਪਹਿਲਾਂ ਇਹਨਾਂ ਨੇ ਕਿਹਾ ਜੀ ਕਿ ਦੁਕਾਨਾਂ ਬੀਜੇਪੀ ਨੇ ਬੰਦ ਕਰਾਈਆਂ, ਬਿਲਕੁਲ ਕਰਾਈਆਂ। ਫਿਰ ਹੁਣ ਇਹ ਕਹਿ ਰਹੇ ਵੀ ਉਹ ਸ਼ਾਇਦ ਐਡਮਿਨਿਸਟ੍ਰੇਸ਼ਨ ਨੇ ਬੰਦ ਕਰਾਈਆਂ ਹੋਣਗੀਆਂ। ਨੋ ਮੈਂ ਬਿਲਕੁਲ ਨਹੀਂ ਕਿਹਾ, ਬਿਲਕੁਲ ਨਹੀਂ ਕਿਹਾ। ਮੈਂ ਕਿਹਾ ਦੁਕਾਨਦਾਰ ਮਰਜ਼ੀ ਨਾਲ ਦੁਕਾਨ ਬੰਦ ਕਰਦਾ ਹੈ, ਐਡਮਿਨਿਸਟ੍ਰੇਸ਼ਨ ਖਲੋਣ ਨਹੀਂ ਜਾਊਗੀ, ਇਹ ਕਿਹਾ ਮੈਂ। ਸੋ ਕਰੈਕਟ ਯੋਰਸੈਲਫ। ਤੁਸੀਂ ਇਹਨਾਂ ਦਾ ਬਿਆਨ ਰਿਪੀਟ ਕਰ ਦਿਓ ਕਰੋ ਜੀ ਬਿਆਨ ਰਿਪੀਟ ਕਰੋ। ਇਹਨਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਇਹ ਕਹਿਣਾ ਕੀ ਚਾਹੁੰਦੇ ਆ। ਹਾਂ ਕਿਉਂਕਿ ਸੁਪਰ ਇੰਟੈਲੀਜੈਂਟ ਬੰਦੇ ਬੈਠੇ ਮੇਰੇ ਨਾਲ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਹਿਣਾ। ਜਿੱਥੇ ਫਾਲਟ ਹੁੰਦਾ ਨਾ ਜੀ ਉੱਥੇ ਬੰਦਾ ਲੁਕਾਉਣ ਦੀ ਕੋਸ਼ਿਸ਼ ਕਰਦਾ। ਮੈਂ ਘੁੱਟ ਕੱਢਿਆ ਹੋਇਆ ਤੋਂ। ਤੇ ਉਹ ਜਿਹੜਾ ਫਾਲਟ ਹੁੰਦਾ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਇਹ ਕਿਉਂ ਨਹੀਂ ਐਡਮਿਟ ਕਰ ਲੈਂਦਾ ਕਿ ਸਾਡਾ ਵੀਆਈਪੀ ਕਲਚਰ ਸਿਰਫ ਲਾਲ ਬੱਤੀਆਂ ਤੱਕ ਨਹੀਂ ਸੀਗਾ, ਸਾਡਾ ਵੀਆਈਪੀ ਕਲਚਰ ਖਤਮ ਕਰਦਾ ਤੁਹਾਨੂੰ ਖਟਕਦਾ ਹੈ, ਲੋਕਾਂ 'ਚ ਪਪੂਲਰ ਹੈ। ਇਹ ਗੱਲ ਪਪੂਲਿਸਟ ਮੇਜਰ ਨਹੀਂ ਸੀ, ਮਤਲਬ ਤੁਹਾਡਾ ਵੀਆਈਪੀ ਕਲਚਰ ਪਪੂਲਰ ਨੀਅਤ ਹੈ। ਨਹੀਂ ਸਾਡੀ ਗਵਰਨਮੈਂਟ ਪਪੂਲਰ ਹੈ ਬਿਕੋਜ਼ ਸਾਡੇ 'ਚ ਦਮ ਸੀਗਾ। ਤੁਹਾਡੇ ਕੇਜਰੀਵਾਲ ਨੇ ਅਨਾਉਂਸ ਕਰਕੇ ਅੱਗੇ ਪਿੱਛੇ 17 ਗੱਡੀਆਂ ਲਈਆਂ ਹੋਈਆਂ, ਐਂਬੂਲੈਂਸ ਨਾਲ ਜਾਂਦੀ ਹੈ। ਕਿਹੜੀ ਗੱਡੀ ਹੈ? ਮੈਂ ਕਹਿੰਦਾ ਕਿਹੜੀ ਗੱਡੀ ਹੈ? ਦਿੱਲੀ ਜਾ ਕੇ ਦੇਖੋ ਨਾ, ਅੱਖਾਂ ਖੋਲ ਕੇ ਦੇਖੋ ਨਾ। ਕੇਜਰੀਵਾਲ ਦੇ ਗੁਰਪ੍ਰੀਤ ਜੀ ਗੱਡੀ ਲੈਣ ਅਸੀਂ ਸਰ ਇੱਥੇ ਵੀ ਗੱਲ ਕਰ ਰਹੇ ਨਾ ਕਿ ਗੱਡੀ ਸਿੰਘ ਨੇ ਸੀਐਮ ਹਾਊਸ ਜਾਓ, ਜਿੰਨੀ ਕੈਪਟਨ ਅਮਰਿੰਦਰ ਸਿੰਘ ਦੇ ਬਾਹਰ ਸਿਕਿਉਰਿਟੀ ਹੈ ਨਾ ਉਨੀ ਟੋਟਲ ਸਿਕਿਉਰਿਟੀ ਹੋਣੀ ਅਰਵਿੰਦ ਕੇਜਰੀਵਾਲ ਕੋਲ। ਉਹ 6 ਕਰੋੜ ਰੁਪਇਆ ਉਸ ਬੰਦੇ ਤੇ ਖਰਚ ਰਹੀ ਹੈ ਸਰਕਾਰ ਜਿਹਦੇ ਕੋਲ ਮਹਿਕਮਾ ਵੀ ਕੋਈ ਨਹੀਂ। ਮੁੱਖ ਮੰਤਰੀ ਆ ਉਹ। ਸਰ ਸੀਐਮ ਹੈ। ਉਹ ਸੀਐਮ ਕਿੱਥੋਂ ਦਾ ਜਿਹਦੇ ਕੋਲ ਮਹਿਕਮਾ ਹੀ ਕੋਈ ਨਹੀਂ। ਸੀਐਮ ਹੈ ਜੀ, ਸੀਐਮ ਪੂਰੀ ਦਿੱਲੀ ਨੂੰ ਕਾਹਦੀ ਰਨ ਸੀਐਮ ਕਰ ਰਿਹਾ ਹੈ? ਚੋਰ ਹੈ, ਚੋਰ। ਪੂਰੇ ਦਿੱਲੀ ਨੂੰ ਠੀਕ ਹੈ ਗਰੇਵਾਲ ਸਾਹਿਬ। ਹੀ ਇਜ਼ ਅ ਥੀਫ। ਚੋਰ ਤਾਂ ਤੁਹਾਡੇ ਕੋਲ ਬੈਠਾ ਹੈ। ਚੋਰ ਤਾਂ 10 ਤੁਹਾਡੇ ਕੋਲ ਰਾਣਾ ਕਰੋੜ ਬੈਠਾ ਹੈ। ਚੋਰ ਤੁਹਾਡੇ ਕੋਲ ਰਾਣਾ ਬੈਠਾ ਹੈ। ਚੋਰ ਤੁਹਾਡੇ ਕੋਲ ਕੈਪਟਨ ਬੈਠਾ ਹੈ। 10 ਕਰੋੜ ਰੁਪਇਆ ਦਿੱਲੀ ਦਾ ਖਾਈ ਜਾਂਦਾ। ਸਿਟੀ ਸੈਂਟਰ ਸਕੈਮ ਦੇਖੋ ਕਿੱਥੇ ਹੈ। ਹੀ ਇਜ਼ ਅ ਥੀਫ। ਕੈਂਸਲੇਸ਼ਨ ਰਿਪੋਰਟਾਂ ਦਿੰਦੇ ਸੀ ਤੁਹਾਡੀ ਸਰਕਾਰ ਕੇ ਚੋਰ ਹੈ, ਉਹਦੇ ਹਮਾਇਤੀ ਵੀ ਜਿਹੜੇ ਹੈ ਉਹ ਵੀ ਉਹਨੇ। ਠੀਕ ਹੈ ਗੁਰਪ੍ਰੀਤ ਜੀ, ਠੀਕ ਹੈ। ਵਾਲੀਆ ਵੀ ਉਹਨਾਂ ਦੀ ਚੋਰ ਹੈ। ਈਡੀ ਵਾਲਾ ਈਡੀ ਸਰ ਈਡੀ ਨੂੰ ਡਾਕੂਮੈਂਟ 10 ਕਰੋੜ ਰੁਪਇਆ ਈਡੀ ਨੂੰ ਹਾਈ ਕੋਰਟ ਦੇ ਵਿੱਚ ਫਾਈਲ ਕਰਨੀ ਪਈ। ਸੀਐਮ ਹੈ ਤੇ ਵੀਆਈਪੀ ਕਲਚਰ ਹੈ ਨਹੀਂ, ਮੈਂ ਸੀਐਮ ਹੈ, ਮੈਂ ਪੈਸੇ ਜਿੰਨੇ ਮਰਜ਼ੀ ਲਾਵਾਂ। ਹਾਈ ਕੋਰਟ ਦੇ ਇਨਫੋਰਸ ਗੁਰਪ੍ਰੀਤ ਜੀ, ਟੈਕਸਮੈਨ ਦੇ ਪੈਸੇ। ਗੁਰਪ੍ਰੀਤ ਜੀ ਤੁਸੀਂ ਪਹਿਲਾਂ ਮਨਪ੍ਰੀਤ ਬਾਦਲ ਉਹਨਾਂ ਦੀ ਗੱਲ ਕਹੀ ਸੀ, ਤੁਸੀਂ ਮਨਪ੍ਰੀਤ ਬਾਦਲ ਉਹਨਾਂ ਦਾ ਉਦਾਹਰਨ ਦਿੱਤਾ ਸੀ। ਗੁਰਪ੍ਰੀਤ ਜੀ ਮਨਪ੍ਰੀਤ ਬਾਦਲ ਹੁਣੀ ਵੀ ਤੁਹਾਡੀ ਕੈਬਨਿਟ ਦੇ ਵਿੱਚ ਮੰਤਰੀ ਨੇ, ਉਹ ਆਪਣੀ ਗੱਡੀ ਖੁਦ ਚਲਾ ਕੇ ਲਿਜਾਉਂਦੇ ਨੇ। ਉਹਦੀ ਗੱਲ ਸੁਣ ਲੈ, ਉਹਦੀ ਗੱਲ ਸੁਣ ਲੈ ਫਿਰ ਤੂੰ ਵਾਲੀ ਸਾਹਿਬ 2 ਮਿੰਟ ਰੁਕੋਗੇ। ਮਨਪ੍ਰੀਤ ਬਾਦਲ ਤੁਸੀਂ ਗੱਲ ਕੀਤੀ ਸੀ, ਉਹ ਆਪਣੀ ਖੁਦ ਗੱਡੀ ਚਲਾ ਕੇ ਲੈ ਕੇ ਜਾਂਦੇ ਨੇ, ਤੇ ਮਨਪ੍ਰੀਤ ਬਾਦਲ ਵਰਗਾ ਦਿਲ ਬਾਕੀ ਕੈਬਨਿਟ ਮੰਤਰੀਆਂ ਦਾ ਕਿਉਂ ਨਹੀਂ ਹੋ ਪਾ ਰਿਹਾ? ਹਾਂਜੀ ਮੈਂ ਕਦੋਂ ਕਹਿੰਦਾ ਵੀ ਮਨਪ੍ਰੀਤ ਬਾਦਲ ਜਿਹੜਾ ਹੈਗਾ ਉਹ ਇੱਕ ਇਹੋ ਜਿਹਾ ਰੋਲ ਮਾਡਲ ਹੈ ਕਿ ਸਾਰੇ ਉਹਨੂੰ ਫੋਲੋ ਕਰਨ। ਗੱਲ ਇਹ ਹੈ ਵੀ ਵੀਆਈਪੀ ਕਲਚਰ ਜਦੋਂ ਅੱਗੇ ਜੇ ਭੂਆ ਕਰਦੇ ਆਏ ਹੱਥ ਮਾਰਦੇ ਸੀਗੇ, ਪਾਸੇ ਹੋ ਜਾਓ that culture is non-existent in Punjab। ਲਾਡਰ ਰੋਲ ਵੱਲ ਨੂੰ ਜਾਏ ਸਵੇਰੇ ਸ਼ਾਮ ਨੂੰ। ਗੁਰਪ੍ਰੀਤ ਜੀ ਇਸੇ ਤਰੀਕੇ ਦੀ ਤਸਵੀਰ ਤਾਂ ਹੁਣ ਬਹੁਤ ਤੁਸੀਂ ਕਹਿੰਦੇ ਪੁਲਿਸ ਵਾਲਾ ਇਹੀ ਚੀਜ਼ ਤਾਂ ਅਬੋਹਰ ਚ ਵੇਖਣ ਨੂੰ ਮਿਲੀ ਹੈ ਸਰ, ਤਾਂ ਹੀ ਤਾਂ ਸਵਾਲ ਉੱਠ ਅਬੋਹਰ ਰਹੇ ਦੇ ਆ। ਵਿੱਚ ਦਿਖਾਓ ਕਿੱਥੇ ਲਾਲ ਬੱਤੀਆਂ ਨਹੀਂ ਅਬੋਹਰ ਦੇ ਵਿੱਚ ਦਿਖਾਓ ਟੂ ਕਰਦੀਆਂ। ਚੱਲ ਪਰ ਕਾ ਚੱਲ ਦੇਖੋ ਅਬੋਹਰ ਦੇ ਵਿੱਚ। ਉਹ ਚੱਲ ਠੀਕ ਹੈ, ਮੇਰੇ ਛੱਤ ਤੇ ਰੋਜ਼ ਪੈਂਦਾ ਕਾਂ ਕੇ, ਉਹ ਵੀ ਆਮ ਆਦਮੀ ਪਾਰਟੀ ਦਾ ਹੀ ਹੈ। ਚਲੋ ਜਿਹੜੀ ਵੀਆਈਪੀ ਕਲਚਰ ਹੈ, ਵੀਆਈਪੀ ਕਲਚਰ ਜਿਹੜੀ ਹੈਗੀ ਹੈ ਉਹ ਖਤਮ ਨਹੀਂ ਹੋਈ। ਪੜੋ ਨਹੀਂ ਹੋਇਆ, ਸੁਣੋ, ਨਹੀਂ ਹੋਈ ਖਤਮ। ਕਲਚਰ ਖਤਮ ਨਹੀਂ ਹੋਈ, ਨਹੀਂ ਹੋਇਆ। ਅੱਗੇ ਵੀ ਸੁਣ ਲਓ, ਡੋਂਟ ਇੰਟਰਪਟ ਮੀ। ਕੀ ਨਹੀਂ ਖਤਮ ਹੋਇਆ ਕਿ ਇੱਕ ਪ੍ਰਸ਼ਾਸਨ ਦੇ ਕੰਟਰੋਲ ਕਰਨ ਵਾਸਤੇ ਜੋ ਗੰਦੀਆਂ ਆਦਤਾਂ 10 ਸਾਲ ਅਕਾਲੀਆਂ ਨੇ ਧੱਕੇ ਦੀਆਂ ਪਾਈਆਂ ਕਿ 15 ਗੱਡੀਆਂ ਅੱਗੇ 15 ਗੱਡੀਆਂ ਪਿੱਛੇ, ਉਹ ਹੌਲੀ ਘਟਾ ਕੇ ਇੱਥੋਂ ਤੱਕ ਸਹੂਲੀਅਤ ਹੋ ਗਈ ਹੈ ਕਿ ਨਾ ਤਾਂ ਆਰਬਿਟ ਦੀਆਂ ਬੱਸਾਂ 200 ਕਿਲੋਮੀਟਰ ਦੀ ਸਪੀਡ ਤੇ ਚੱਲਦੀਆਂ ਤੇ ਨਾ ਹੀ
ਉਹਨੇ ਐਕਸੀਡੈਂਟ ਹੋ ਰਹੇ ਆ, ਨਾ ਹੀ ਉੱਥੇ ਕਿਸੇ ਰਾਹ ਜਾਂਦੇ ਬੰਦੇ ਨੂੰ ਧੱਕ ਕੇ ਨਹਿਰ 'ਚ ਸੁੱਟਿਆ ਜਾ ਰਿਹਾ ਕਿਉਂਕਿ ਬਾਦਲ ਸਾਹਿਬ ਲੰਘ ਰਹੇ ਆ। ਨਹੀਂ, ਤੁਸੀਂ ਕਹਿ ਰਹੇ ਹੋ ਵੀ ਇਹ ਪ੍ਰਸ਼ਾਸਨ ਨੂੰ ਆਦਤ ਪਈ ਹੋਈ ਹੈ ਇਸ ਤਰੀਕੇ ਨਾਲ ਕਰਨ ਦੀ। ਵੀਆਈਪੀ ਕਲਚਰ ਵਿਲ ਬੀ ਟੇਕਨ ਕੇਅਰ ਆਫ। ਤੁਹਾਡੇ ਸਾਹਮਣੇ ਧੱਕ ਰਹੇ ਆ, ਤੁਹਾਡੇ ਸਾਹਮਣੇ ਧੱਕ ਲੋਕਲ ਪ੍ਰਸ਼ਾਸਨ, ਲੋਕਲ ਸਾਹਮਣੇ ਰੋਕ ਪ੍ਰਸ਼ਾਸਨ, ਰਹੇ ਆ। ਲੋਕਲ ਪ੍ਰਸ਼ਾਸਨ which includes executive, the police and all the people who have to make ਫਿਰ ਉਹ ਸਰ ਤੁਹਾਡੇ ਅੰਡਰ ਤਾਂ ਆਉਂਦਾ ਹੈ, ਤੁਹਾਡੀ ਸਰਕਾਰ ਦੇ ਅੰਡਰ ਉਹ ਆਉਂਦਾ ਹੈ। ਮੁੱਖ ਮੰਤਰੀ ਸਾਹਿਬ ਨੇ ਪਹਿਲੀ ਮੀਟਿੰਗ ਦੇ ਵਿੱਚ ਬਿਆਨ ਜਾਰੀ ਕਰਕੇ ਸਭ ਕੁਝ ਕਹਿਤਾ ਸੀ ਵੀਆਈਪੀ ਕਲਚਰ ਨਹੀਂ ਰੱਖਾਂਗੇ। ਫਿਰ ਉਹ ਲੋਕਲ ਐਡਮਿਨਿਸਟ੍ਰੇਸ਼ਨ ਕਿਸ ਦੇ ਅਧੀਨ ਆਉਂਦਾ ਹੈ? ਗੁਰਪ੍ਰੀਤ ਜੀ, ਐਮਐਲਏ ਗੂੰਗੇ ਆ, ਗੁਰਪ੍ਰੀਤ ਜੀ, ਤੁਹਾਡੇ ਐਮਐਲਏ ਗੂੰਗੇ ਆ। ਜਿਹੜੇ ਤੁਸੀਂ ਸਥਾਨਕ ਪ੍ਰਸ਼ਾਸਨ ਦੀ ਗੱਲ ਕਰ ਰਹੇ ਹੋ ਸਰ, ਉਹ ਕੀ ਉਹ ਸਥਾਨਕ ਪ੍ਰਸ਼ਾਸਨ ਪੰਜਾਬ ਤੋਂ ਬਾਹਰ ਦਾ ਹੈ? ਮੈਂ ਕਦੋਂ ਕਿਹਾ? ਫਿਰ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ, ਜੋ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ, ਪ੍ਰਸ਼ਾਸਨ ਉਹਨਾਂ ਦੇ ਉੱਤੇ ਹੀ ਕੰਮ ਕਰੇਗਾ ਨਾ ਸਰ। ਜਾਂ ਸਰਕਾਰ ਹਦਾਇਤਾਂ ਦੇਗੀ ਕਿ ਕੋਈ ਮੰਤਰੀ ਆਉਂਦਾ ਹੈ ਤਾਂ ਤੁਸੀਂ ਭਾਈ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ, ਤਾਂ ਪ੍ਰਸ਼ਾਸਨ ਉਹਨੂੰ ਫੋਲੋ ਨਹੀਂ ਕਰੇਗਾ। ਕੁਲਵਿੰਦਰ ਜੀ ਕਰੇਗਾ। ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਪਹਿਲਾਂ ਹੈਲੀਕਾਪਟਰ ਜਾ ਕੇ ਸਾਰਿਆਂ ਨੂੰ ਕਿਹਾ ਭਾਈ ਸਿੱਧੂ ਆ ਰਿਹਾ ਤੇ ਤੁਸੀਂ ਛਾ ਜਾਓ। ਥੋੜੀ ਜੀ ਸੈਂਸਿਬਲ ਗੱਲ ਕਰ ਲਈਏ ਕਿ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਔਰ ਐਮਪੀ ਔਰ ਇੱਕ ਮਿਨਿਸਟਰ ਇੱਕ ਜਗ੍ਹਾ ਦੇ ਉੱਤੇ ਪ੍ਰਸ਼ਾਸਨ ਨੇ ਉਹਨਾਂ ਦਾ ਏਰੀਆ ਬਣਾਤਾ ਕਿ ਸਰ ਤੁਸੀਂ ਇੱਥੇ ਸੇਫ ਹੈ ਸਾਡੇ ਮੁਤਾਬਕ, ਇੱਥੇ ਆਪਦਾ ਕਰ ਲਓ। ਉਹਨਾਂ ਨੇ ਕਰ ਲਿਆ। ਉਹਦੇ ਵਿੱਚ ਦੋ ਹੁਣ ਵੀ ਪਿੱਛੇ ਵੇਖ ਲਓ ਤੁਹਾਡੇ ਚੱਲ ਰਹੀ ਹੈ ਕਲਿੱਪ, ਦੋ ਲੇਡੀਜ਼ ਦਾ ਬੱਚਾ ਚੱਕਿਆ। ਦੁੱਖ ਵਾਲੀ ਗੱਲ ਹੈ, ਉਹ ਬੱਚਾ ਹਸਪਤਾਲ ਪਹੁੰਚਣਾ ਚਾਹੀਦਾ ਸੀਗਾ, ਉਹਨੂੰ ਨਹੀਂ ਸੀ ਰੋਕਣਾ ਚਾਹੀਦਾ। ਪਰ ਇੱਕ ਓਵਰ ਈਗਰ ਪੁਲਿਸ ਕਾਂਸਟੇਬਲ ਜੇ ਕਰਦਾ ਹੈ ਤੇ ਉਹਦੇ ਤੇ ਸਿੱਧੂ ਬਲੇਮ ਕਰੋਗੇ? ਕੋਈ ਹੈ ਸੈਂਸ ਮਾੜੀ ਮੋਟੀ? ਉਹ ਬੰਦਾ ਲੈਕਚਰ ਦੇ ਰਿਹਾ, ਉਹ ਬੰਦਾ ਲੋਕਾਂ ਨੂੰ ਮਿਲ ਰਿਹਾ ਔਰ ਦੋ ਲੇਡੀਜ਼ ਨੂੰ ਪੁਲਿਸ ਵਾਲਿਆਂ ਨੇ ਐ ਕਰਤਾ ਤੇ ਇਹਦਾ ਮਤਲਬ ਪ੍ਰਸ਼ਾਸਨ ਸਾਰਾ ਅਮਰਿੰਦਰ ਸਿੰਘ ਨੇ ਭੇਜਤਾ ਉੱਥੇ ਉਹਨਾਂ ਨੂੰ। ਸਰ ਉੱਥੇ ਸਿਰਫ ਦੋ ਲੇਡੀਜ਼ ਨਹੀਂ ਸੀਗੀਆਂ, ਉੱਥੇ ਇੱਕ ਪੂਰਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ। ਗੁਰਪ੍ਰੀਤ ਜੀ, ਤੁਸੀਂ ਦੋ ਲੇਡੀਜ਼ ਦੀ ਗੱਲ ਕਰ ਰਹੇ ਹੋ, ਉੱਥੇ ਨਾਕੇ ਲਾਏ ਗਏ ਸੀ ਸਰ। ਅਬੋਹਰ ਸ਼ਹਿਰ ਨੂੰ ਤੁਸੀਂ 10 ਥਾਵਾਂ ਤੇ ਨਾਕੇ ਲਾਏ ਪੁਲਿਸ ਨੇ, ਦੇਖੋ ਔਰਤਾਂ ਰੋਕੀਆਂ ਵੱਖਰੀ ਗੱਲ ਹੈ, ਦੁਕਾਨਾਂ ਬੰਦ ਕਰਾਈਆਂ। ਉਹ ਲਾਉਣੇ ਹੁੰਦੇ ਆ ਭਾਈ, ਆਮ ਹਾਂ। ਫਿਰ ਇਹ ਵੀਆਈਪੀ ਕਲਚਰ ਨਹੀਂ ਹੋਇਆ, ਤੁਹਾਨੂੰ ਨਾਕੇ ਲਾਉਣੇ ਪੈਂਦੇ ਆ, ਤੁਹਾਨੂੰ ਦੁਕਾਨਾਂ ਬੰਦ ਕਰਾਉਣੀਆਂ ਪੈ ਰਹੀਆਂ ਐਡਵਰਟਾਈਜ਼ਿੰਗ ਨੇ ਬੰਦ ਕਰਾਈਆਂ। ਨਹੀਂ, ਨੋ ਪਹਿਲਾਂ ਤੁਸੀਂ ਇਹ ਕਲੀਅਰ ਕਰੋ ਕਿ ਬੀਜੇਪੀ ਨੇ ਬੰਦ ਕਰਾਈ ਕਿ ਐਡਵਰਟਾਈਜ਼ਿੰਗ ਨੇ ਬੰਦ Did you hear me ਕਿ ਵੀਆਈਪੀ ਕਲਚਰ ਟੂ ਅ ਸਰਟਨ ਐਕਸਟੈਂਟ ਅਜੇ ਤੱਕ ਹੈਗਾ। ਲੋਕਲ ਐਡਮਿਨਿਸਟ੍ਰੇਸ਼ਨ ਦਾ ਇੱਕ ਬੰਦਾ ਐਸਪੀ ਜਿਹਦੇ ਕੋਲੇ 500 ਪੁਲਿਸ ਵਾਲਾ ਹੈ, ਉਹ ਆਪਦੇ ਮੰਤਰੀ ਨੂੰ ਇੰਪ੍ਰੈਸ ਕਰਨ ਵਾਸਤੇ ਉੱਥੇ ਦੁਕਾਨਾਂ ਸ਼ਟਰ ਕਹਿੰਦਾ ਵੀ ਤੁਸੀਂ ਅਜੇ ਠਹਿਰ ਕੇ ਖੋਲ ਲਿਓ ਜਾਂ ਕਰ ਜੋ ਵੀ ਹੋਇਆ। ਮੇਰਾ ਅੰਦੇਸ਼ਾ ਇਹ ਹੈ ਵੀ ਲੋਕਲ ਬੀਜੇਪੀ ਨੇ ਸਿਰਫ ਬਦਨਾਮ ਕਰਨ ਵਾਸਤੇ, ਕਿਉਂਕਿ ਸਿੱਧੂ 20 ਸ਼ਹਿਰਾਂ 'ਚ ਫੇਰ ਹੋਰ ਗਿਆ, ਉੱਥੇ ਕਿਉਂ ਨਹੀਂ ਬੰਦ ਹੋਏ? ਇੱਥੇ ਕਿਉਂ ਹੋਏ ਆ? ਕਿਉਂਕਿ ਇੱਥੇ ਜਾਖੜ ਨੂੰ ਡਾਊਨ ਕਰਨਾ ਹੈ ਇੱਕ, ਕਿਉਂਕਿ ਹਬੋਰ ਤੋਂ ਹਾਰਿਆ ਹੋਇਆ ਉਹ ਔਰ ਐਮਪੀ ਬਣ ਗਿਆ। ਇਹ ਚੁਭਦੀ ਹੈ ਇਹਨਾਂ ਨੂੰ ਗੱਲ। ਔਰ ਸਿੱਧੂ ਨੇ ਠੋਕਰ ਮਾਰੀ ਹੈ ਬੀਜੇਪੀ ਨੂੰ। ਔਰ ਕਾਂਗਰਸ ਦੇ ਵਿੱਚ ਉਹ ਮੰਤਰੀ ਹੈ ਜਿਹੜਾ ਸਭ ਤੋਂ ਜ਼ਿਆਦਾ ਕੰਮ ਔਰ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ। ਇਹ ਸਾਰੀਆਂ ਪਲਾਨਸ ਜਿਹੜੀਆਂ ਸਾਜ਼ਿਸ਼ਾਂ ਹੁੰਦੀਆਂ, ਪਰ ਸਾਨੂੰ ਇਸ ਚੀਜ਼ ਦੀ ਪਰਵਾਹ ਨਹੀਂ। ਵੀਆਈਪੀ ਕਲਚਰ ਦੇ ਅਸੀਂ ਖਿਲਾਫ ਹੈ। ਅਸੀਂ ਵੀਆਈਪੀ ਕਲਚਰ ਹੌਲੀ ਹੌਲੀ ਖਤਮ ਕਰ ਦਿਆਂਗੇ ਬਿਲਕੁਲ। ਔਰ ਆਪਦੀ ਸਬਜ਼ੀ ਖਰੀਦਣ ਵਾਸਤੇ ਇਹਨਾਂ ਵਾਂਗੂ ਨਹੀਂ, ਗੋਲਫ ਖੇਡਣ ਵਾਸਤੇ 4 ਸਿਪਾਹੀ ਮਗਰ ਬੈਗ ਚੱਕੀ ਫਿਰਦੇ ਆ। ਨੋ, ਮੰਤਰੀ ਆਪਦਾ ਰੋਟੀ ਪਾਣੀ ਸਬਜ਼ੀ ਖਰੀਦਣ ਖੁਦ ਜਾਊਗਾ। ਜੇ ਸਾਡੀ ਵੀਆਈਪੀ ਕਲਚਰ ਦਾ ਜੋ ਸਾਡਾ ਮਨਸੂਬਾ ਹੈ 4 ਸਾਲਾਂ 'ਚ ਅਸੀਂ ਕਰ ਪਾਏ, ਜ਼ਰੂਰ ਕਰਾਂਗੇ। ਤੁਸੀਂ ਵੀ ਇੱਥੇ ਹੋ, ਇਹ ਵੀ ਇੱਥੇ ਨੇ, ਪਰ ਅਸੀਂ ਸਿਰਫ ਰੌਲਾ ਪਾਉਣ ਵਾਸਤੇ ਡਿਬੇਟਸ ਤੇ ਨਹੀਂ ਆਉਂਦੇ। ਦੁਕਾਨਾਂ ਬੰਦ ਹੋਈਆਂ ਨੇ, ਗਰੇਵਾਲ ਸਾਹਿਬ ਦਿਸਦੀਆਂ। ਗਰੇਵਾਲ ਸਾਹਿਬ ਉਹ ਕਹਿ ਰਹੇ ਨੇ ਕਿ ਇਹ ਪਿਛਲੀ ਸਰਕਾਰ ਤੋਂ ਹੀ ਆਇਆ, ਇਸ ਚੀਜ਼ ਨੂੰ ਖਤਮ ਕਰਨ 'ਚ ਟਾਈਮ ਲੱਗੇਗਾ। ਦੇਖੋ ਕੁਲਵਿੰਦਰ ਜੀ, ਅਸੀਂ ਕਦੋਂ ਕਿਹਾ ਕਿ ਸਾਡੀ ਸਰਕਾਰ 'ਚ ਵੀਆਈਪੀ ਕਲਚਰ ਨਹੀਂ ਸੀ? ਅਕਾਲੀ ਭਾਜਪਾ 'ਚ ਅਸੀਂ ਤਾਂ ਕਿਹਾ ਹੀ ਨਹੀਂ। ਵੀਆਈਪੀ ਕਲਚਰ ਸੀਗਾ, ਪਰ ਉਹ ਸਿੰਬਲ ਹਟ ਗਿਆ। ਕਲਚਰ ਉਸੇ ਤਰ੍ਹਾਂ ਕੰਟੀਨਿਊ ਕਰ ਰਿਹਾ, ਉਹ ਹਟਣਾ ਚਾਹੀਦਾ। ਉਹਦੇ 'ਚ ਸਰਕਾਰ ਵੀ ਸਹਿਯੋਗ ਕਰੇ। ਅਸੀਂ ਤਾਂ ਇਹਨਾਂ ਦੇ ਮੂਹਰੇ ਹੱਥ ਜੋੜ ਕੇ ਨਤਮਸਤਕ ਹਾਂ। ਔਰ ਦੂਜੀ ਗੱਲ ਇਹਨਾਂ ਨੇ ਇੱਕ ਹੋਰ ਕਹੀ ਕਿ ਸਿੱਧੂ ਨੇ ਬੀਜੇਪੀ ਨੂੰ ਠੋਕਰ ਮਾਰੀ। ਬੀਜੇਪੀ ਨੂੰ ਸਿੱਧੂ ਨੇ ਨਹੀਂ ਠੋਕਰ ਮਾਰੀ। ਸਿੱਧੂ ਦੀ ਇੱਕ ਸ਼ਰਤ ਸੀ ਕਿ ਅਕਾਲੀ ਦਲ ਨਾਲੋਂ ਅਲਾਈਅੰਸ ਤੋੜ ਲਓ। ਅਸੀਂ ਕਿਹਾ ਵੀ ਅਸੀਂ ਨਹੀਂ ਤੋੜਨਾ, ਕਿ ਕੋਈ ਸਾਨੂੰ ਟਰਮਸ ਨਹੀਂ ਡਿਕਟੇਟ ਕਰ ਸਕਦਾ। ਉਸ 'ਚ ਉਹਨੂੰ ਜਾਣਾ ਪਿਆ। ਤਾਂ ਬਾਕੀ ਠੋਕਰ ਠੱਕਰ ਅਸੀਂ ਨਾ ਉਹਨੇ ਸਾਨੂੰ ਮਾਰੀ ਤੇ ਨਾ ਅਸੀਂ ਉਹਨੂੰ ਮਾਰੀ। ਅੱਜ ਵੀ ਉਹ ਬੀਜੇਪੀ ਦੇ ਖਿਲਾਫ ਨਹੀਂ ਬੋਲਦਾ। ਔਰ ਤੀਸਰੀ ਉਹਦੀ ਖੂਬੀ ਹੈ, ਇਹ ਉਹਦੀ ਗ੍ਰੇਟਨੈਸ ਹੈ। ਅੱਛਾ, ਤਾਂ ਹੀ ਸੁਖਵੀਰ ਤੇ ਮਜੀਠੀਆ ਦੇ ਖਿਲਾਫ ਨਹੀਂ ਬੋਲਦਾ, ਇਹ ਉਹਦੀ ਖੂਬੀ ਹੈ। ਮੇਰੀ ਗੱਲ ਸੁਣੋ ਗਰੇਵਾਲ ਸਾਹਿਬ, ਇੱਕ ਮਿੰਟ ਜਵਾਬ ਲੈ ਲਓ। ਬੀਜੇਪੀ ਦੇ ਸਾਰੇ ਵਿਧਾਇਕ, ਸਾਰਾ ਪੈਰਾਫਰਨਾਲੀਆ ਪੰਜਾਬ ਦਾ ਉਹ ਤੋੜਨ ਨੂੰ ਫਿਰਦਾ ਸੀ। ਬ੍ਰਿਗੇਡੀਅਰ ਗਗਨੇਜਾ ਨੇ ਓਪਨਲੀ ਕਹਿਤਾ ਸੀ ਕਿ ਅਕਾਲੀਆਂ ਨਾਲ ਜੇ ਰਲ ਕੇ ਆਪਾਂ ਲੜਾਂਗੇ ਸਿਆਸਤ ਤੇ ਐਤਕੇਰੀ ਆਪਣਾ ਕੱਖ ਨਹੀਂ ਵਟਿਆ ਜਾਣਾ, ਲੈਟ ਅਸ ਬ੍ਰੇਕ ਦੀ ਅਲਾਈਅੰਸ। ਉਹ ਬੰਦਾ ਮਾਰਤਾ।
ਇਹ ਜਿਹੜੀ ਹੈ ਨਾ ਇਹ ਮੈਰਿਜ ਆਫ ਟੂ ਡੈਵਲਸ ਕਨਵੀਨੀਅੰਸ ਇਹ ਚੱਲਦੀ ਆਈ ਹੈ ਬੜੇ ਚਿਰ ਤੋਂ। ਇਹਨਾਂ ਨੇ ਕਿਸੇ ਸਟੇਟ ਦਾ ਕੱਖ ਨਹੀਂ ਕੀਤਾ ਜਿੱਥੇ ਜਿੱਥੇ ਅਲਾਇੰਸ ਹੈ, ਔਰ ਪੰਜਾਬ ਦਾ ਤੁਹਾਡੇ ਸਾਹਮਣੇ ਹੈ। ਅਸੀਂ ਤਾਂ ਨਹੀਂ ਕਿਹਾ ਲੋਕਾਂ ਨੂੰ ਵੀ ਇਹਨਾਂ ਨੂੰ 15 ਸੀਟਾਂ ਤਾਂ ਬੀਜੇਪੀ ਨੂੰ 3 ਦਿਓ, 23 ਚੋਂ 3 ਤੇ 60 ਦੇ ਵਿੱਚੋਂ 15। ਅਸੀਂ ਤਾਂ ਨਹੀਂ ਕਿਹਾ ਜਾ ਕੇ ਭਾਈ, ਲੋਕਾਂ ਨੇ ਵੋਟਾਂ ਪਾਈਆਂ। ਠੀਕ ਹੈ ਗਰੇਵਾਲ ਸਾਹਿਬ, ਇਸ ਤੋਂ ਪਹਿਲਾਂ ਸਿੱਧੂ ਸਾਹਿਬ ਨੇ ਉੱਥੇ ਇਹ ਬਿਆਨ ਵੀ ਦਿੱਤਾ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਵੀਆਈਪੀ ਕਲਚਰ ਖਤਮ ਕੀਤਾ ਹੈ ਤੇ ਸਾਡੇ ਤੋਂ ਹੀ ਕੇਂਦਰ ਦੀ ਸਰਕਾਰ ਨੇ ਵੀ ਸਿੱਖਿਆ ਲਈ ਹੈ ਤੇ ਕੇਂਦਰ ਦੀ ਸਰਕਾਰ ਨੇ ਵੀ ਵੀਆਈਪੀ ਕਲਚਰ ਬੰਦ ਕੀਤਾ ਸਾਨੂੰ ਵੇਖ ਕੇ। ਮੋਦੀ ਸਾਹਿਬ ਦਾ ਬਿਆਨ ਹੈ ਜੀ, ਮੋਦੀ ਸਾਹਿਬ ਦਾ ਬਿਆਨ ਹੈ। ਇਸ ਤਰ੍ਹਾਂ ਇਹ ਜ਼ਰੂਰ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪੰਜਾਬ ਚੋਂ ਰੈੱਡ ਲਾਈਟ ਬੰਦ ਕੀਤੀ, ਜਿਹੜਾ ਸਿੰਬਲ ਸੀ ਵੀਆਈਪੀ। ਉਸ ਤੋਂ ਬਾਅਦ ਸੈਂਟਰ ਨੇ ਵੀ ਕੀਤਾ, ਪਰ ਸਿੱਧੂ ਸਾਹਿਬ ਨੂੰ ਸਮਝ ਲੈਣਾ ਸਭ ਤੋਂ ਪਹਿਲਾਂ ਚਾਹੀਦਾ। ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕੀਤਾ ਸੀ। ਸਰਕਾਰ ਬਣਦੇ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਰੈੱਡ ਲਾਈਟ ਐਦੋਂ ਵੱਡਾ ਮਜ਼ਾਕ ਨਹੀਂ ਹੋ ਸਕਦਾ, ਕੋਈ ਰੈੱਡ ਲਾਈਟ ਯੂਜ਼ ਨਹੀਂ ਕਰੇਗਾ। ਐਦੋਂ ਵੱਡਾ ਮਜ਼ਾਕ ਨਹੀਂ ਹੋ ਸਕਦਾ। ਸਭ ਤੋਂ ਵੱਡਾ ਮਜ਼ਾਕ ਇਹ ਹੈ ਮਤਲਬ ਆਮ ਆਦਮੀ ਪਾਰਟੀ ਸਰਕਾਰ ਆਂਦੇ ਉਹਨਾਂ ਨੇ ਕਿਹਾ ਕੋਈ ਐਮਐਲਏ ਆਪਣੀ ਰੈੱਡ ਲਾਈਟ ਯੂਜ਼ ਨਹੀਂ ਕਰੇਗਾ, ਨਾ ਕੋਈ ਕੁਲਵਿੰਦਰ ਯੂਜ਼ ਕਰੇਗਾ, ਨਾ ਕੋਈ ਲਾਂਦਾ ਹੈ। ਇਹ ਆ ਦੋ ਹਾਰ ਭੇਜੋ, ਇੱਕ ਮੈਂ ਇਹਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਗੱਲ ਚ ਪਾ ਦੇਣਾ, ਇੱਕ ਉਹਨਾਂ ਦੇ ਪਾ ਦੇਣਾ, ਮੰਨ ਲੈਂਦੇ ਆ। ਪਰ ਅਸਲੀ ਗੱਲ ਇਹ ਆ ਕਿ ਵੀਆਈਪੀ ਕਲਚਰ ਨਾ ਦਿੱਲੀ 'ਚ ਖਤਮ ਹੋਇਆ ਪੂਰੀ ਤਰ੍ਹਾਂ, ਕਿਉਂਕਿ ਇਹ ਆਪਣੇ ਗੁਰਪ੍ਰੀਤ ਜੀ ਤਾਂ ਸੱਚੀ ਗੱਲ ਮੰਨ ਲੈਂਦੇ ਆ, ਕਈ ਵਾਰ ਬਹੁਤ ਸੱਚ ਬੋਲਦੇ ਆ, ਤੇ ਨਾ ਪੰਜਾਬ 'ਚ ਖਤਮ ਹੋਇਆ। ਇਸ ਕਰਕੇ ਵੀਆਈਪੀ ਕਲਚਰ ਕਿਤੇ ਖਤਮ ਨਹੀਂ ਹੋਇਆ, ਸਿੰਬਲ ਜ਼ਰੂਰ ਖਤਮ ਹੋਇਆ। ਆਪਾਂ ਕੋਸ਼ਿਸ਼ ਸਾਰੇ ਕਰੀਏ ਕਿ ਕਲਚਰ ਵੀ ਖਤਮ ਹੋ ਜਾਏ। ਹੈਲਦੀ ਡੈਮੋਕ੍ਰੇਸੀ ਲਈ ਇੱਕ ਅੱਛਾ ਸਾਈਨ ਹੋਏਗਾ ਜੇ ਇਹ ਖਤਮ ਹੋਏਗਾ, ਆਮ ਲੋਕਾਂ ਲਈ ਰਾਹਤ ਹੋਏਗੀ ਜੇ ਇਹ ਖਤਮ ਹੋਏਗਾ, ਔਰ ਜਿਹੜੇ ਲੋਕ ਮੁਸੀਬਤ ਬਣਦੇ ਨੇ ਉਹ ਸੱਤਾ ਚ ਆਉਣ ਤੋਂ ਬਾਅਦ ਉਹ ਨਹੀਂ ਮੁਸੀਬਤ ਬਣਨਗੇ। ਇਸ ਲਈ ਕਾਫੀ ਫਰਕ ਪੈ ਜਾਏਗਾ। ਮੈਂ ਸਮਝਦਾ ਕਿ ਜ਼ਰੂਰ ਇਹ ਖਤਮ ਹੋਣਾ ਚਾਹੀਦਾ ਔਰ ਸਾਰਿਆਂ ਨੂੰ ਸਾਰੇ ਖਤਮ ਕਿਵੇਂ ਹੋਏਗਾ? ਜਿਵੇਂ ਹੁਣ ਗੁਰਪ੍ਰੀਤ ਜੀ ਨੇ ਕਿਹਾ ਕਿ ਪ੍ਰਸ਼ਾਸਨ ਦੇ ਤਾਂ ਇਹ ਤਾਂ ਪ੍ਰਸ਼ਾਸਨ ਦੀ ਵੀ ਆਦਤ ਬਣ ਗਈ ਹੈ ਕਿ ਕੋਈ ਮੰਤਰੀ ਆਉਂਦਾ ਹੈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਹ ਕੁਲਵਿੰਦਰ ਜੀ ਇੱਕ ਮੇਰੀ ਗੱਲ ਸੁਣ ਲਓ, ਮਛਲੀ ਜਿਹੜੀ ਹੈ ਨਾ ਉਹ ਕਦੇ ਨੀਚੇ ਤੋਂ ਪੂਛ ਵਾਲੀ ਸਾਈਡ ਤੋਂ ਖਰਾਬ ਨਹੀਂ ਹੁੰਦੀ, ਉਹ ਮੂੰਹ ਵਾਲੀ ਸਾਈਡ ਤੋਂ ਖਰਾਬ ਹੁੰਦੀ ਆ। ਜਦੋਂ ਇਹਨਾਂ ਨੂੰ ਪਤਾ ਹੈ ਨਾ ਜੀ, ਐਕਸਪੀਰੀਅੰਸ ਹੈ 10 ਸਾਲ ਦਾ। ਜਦੋਂ ਉੱਪਰੋਂ ਸੁਧਾਰ ਆਏਗਾ ਤਾਂ ਨੀਚੇ ਆਪਣੇ ਆਪ ਸੁਧਾਰ ਆ ਜਾਏਗਾ, ਤੇ ਇਸ ਕਰਕੇ ਇਹ ਉੱਪਰੋਂ ਸੁਧਾਰ ਆਉਣ ਦੀ ਗੱਲ ਹੁੰਦੀ ਹੈ। ਜਦੋਂ ਇਹ ਸਾਰਿਆਂ ਨੇ ਸੋਚ ਲਿਆ ਕਿ ਅਸੀਂ ਸੁਧਾਰ ਕਰਨਾ ਹੀ ਆ, ਤਾਂ ਬਿਊਰੋਕ੍ਰੇਸੀ ਨੂੰ ਵੀ ਸੁਧਰਨਾ ਪੈਣਾ। ਤੁਹਾਨੂੰ ਲੱਗਦਾ ਕਿ ਉੱਪਰ ਸੁਧਾਰ ਹੋ ਰਿਹਾ ਹੈ? ਉਹ ਵੀ ਸਾਡੇ ਵਰਗੇ ਇਨਸਾਨ ਨੇ, ਸਮਾਜ ਦਾ। ਤੁਹਾਨੂੰ ਲੱਗਦਾ ਕਿ ਉੱਪਰ ਸੁਧਾਰ ਹੋ ਰਿਹਾ ਹੈ? ਬਿਲਕੁਲ ਸੁਧਾਰ ਦੇਖੋ ਪਹਿਲਾਂ ਨਾਲੋਂ ਤਾਂ ਸੁਧਾਰ ਹੋਇਆ। ਮੈਂ ਇਦਾਂ ਝੂਠੀਆਂ ਗੱਲਾਂ ਨਹੀਂ ਕਰਦਾ। ਸਿੰਬਲ ਹਟਿਆ, ਜਦੋਂ ਸਾਰਿਆਂ ਨੇ ਸੋਚ ਕੇ ਹਟਾਇਆ ਹੈਗਾ ਔਰ ਸਾਰਿਆਂ ਦੀ ਸਹਿਮਤੀ ਹੈ, ਕੇਂਦਰ ਨੇ ਵੀ ਹਟਾਇਆ, ਪੰਜਾਬ ਨੇ ਵੀ ਹਟਾਇਆ, ਤਾਂ ਨਿਸ਼ਚਿਤ ਹੈ ਕਿ ਕੁਛ ਨਾ ਕੁਛ ਸੁਧਾਰ ਤਾਂ ਹੋਇਆ ਹੀ ਆ। ਹੋਰ ਸੁਧਾਰ ਅੱਗੇ ਨਾਲੋਂ ਹੋ ਜਾਏਗਾ। ਅੱਗੇ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਸੀ, ਹੁਣ ਪਰੇਸ਼ਾਨੀ ਅੱਗੇ ਨਾਲੋਂ ਘਟੀ ਆ, ਸਭ ਮਹਿਸੂਸ ਕਰਨ ਲੱਗੇ। ਉਹਦੇ 'ਚ ਮੈਂ ਮੀਡੀਆ ਦਾ ਰੋਲ ਜਿਹੜਾ ਸਭ ਤੋਂ ਮਹੱਤਵਪੂਰਨ ਸਮਝਦਾ ਕਿ ਮੀਡੀਆ ਜਿਹੜਾ ਅਵੇਅਰ ਆ। ਅੱਜ ਤੁਸੀਂ ਵੀ ਇਹ ਡਿਬੇਟ ਕਰ ਰਹੇ ਹੋ ਤਾਂ ਇੰਨੇ ਜ਼ਿਆਦਾ ਅਵੇਅਰ ਹੈਗੇ ਤਦ ਹੀ ਕਰ ਰਹੇ ਹੋ ਨਾ, ਤਾਂ ਇਸ ਲਈ ਤੁਹਾਨੂੰ ਵੀ ਸਾਰਿਆਂ ਨੂੰ ਵਧਾਈ ਆ, ਮੀਡੀਆ ਨੂੰ ਵੀ। ਜਦੋਂ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦੇ ਹਾਂ, ਪਹਿਲੀ ਕੈਬਨਿਟ ਦਾ ਫੈਸਲਾ ਹੋ ਗਿਆ ਸੀ ਕੋਈ ਮੰਤਰੀ ਜਾਂ ਬਾਬੂ ਆਪਣੀ ਗੱਡੀ ਤੇ ਬੱਤੀ ਨਹੀਂ ਲਾਊਗਾ, ਕੋਈ ਉਦਘਾਟਨ ਨਹੀਂ ਕਰੂਗਾ, ਨਹੀਂ ਪੱਥਰ ਨਹੀਂ ਰੱਖੂਗਾ। ਕਿ ਅਸੀਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਜਿਹੜੀ ਪਰਿਭਾਸ਼ਾ ਹੈ ਉਹਨੂੰ ਸਿਰਫ ਇਸੇ ਤੱਕ ਹੀ ਸੀਮਿਤ ਕਰ ਰਹੇ ਹਾਂ ਕਿ ਸਿਰਫ ਬੱਤੀਆਂ ਨਹੀਂ ਹੋਣਗੀਆਂ ਤੇ ਕੋਈ ਉਦਘਾਟਨ ਨਹੀਂ ਕਰੂਗਾ? ਜੇ ਆਪਾਂ ਹਿਮਾਲਿਆ ਪਰਬਤ ਚੜ੍ਹਨਾ ਹੋਵੇ ਨਾ ਤੇ ਘਰੋਂ ਪਹਿਲਾ ਕਦਮ ਪੱਟ ਕੇ ਤੇ ਘਰ ਦੇ ਬਾਹਰ ਜਾਣਾ ਪੈਂਦਾ ਹੈ। ਇਹ ਲੰਬਾ ਇੱਕ ਵਕਫਾ ਆਉਂਦਾ, ਲੰਬਾ ਇੱਕ ਜਰਨੀ ਹੈ, ਔਰ ਉਹਦੇ ਵਿੱਚ ਜਦੋਂ ਆਦਤਾਂ ਪੁਸ਼ਤ ਦਰ ਪੁਸ਼ਤ ਪਈਆਂ ਹੋਣ ਕਿ ਜਿਹੜੀ ਚੀਜ਼ ਦੇ ਤੁਸੀਂ ਹੱਕਦਾਰ ਨਹੀਂ, ਉਸ ਚੀਜ਼ ਨੂੰ ਤੁਹਾਨੂੰ ਫ੍ਰੀ 'ਚ ਮਿਲੇ, ਔਰ ਇਹ ਚੀਜ਼ ਮੈਂ ਅਬਵ ਪਾਰਟੀ ਲਾਈਨਸ ਗੱਲ ਕਰ ਰਿਹਾ, ਉਹਨੂੰ ਹਟਾਉਣਾ, ਕਿਉਂਕਿ ਗੰਦੀ ਆਦਤ ਛੱਡਣੀ ਬੜੀ ਔਖੀ ਹੈ। ਇਸੇ ਕਰਕੇ ਨਸ਼ਾ ਨਹੀਂ ਛੱਡਦਾ ਕੋਈ, ਤੇ ਚੰਗੀ ਆਦਤ ਪਾਉਣੀ ਬੜੀ ਔਖੀ ਹੈ ਜੀ। ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਜਿਹੜੇ ਲੋਕ ਸਹਿਯੋਗ ਦੇਣ ਦੀ ਬਜਾਏ ਸਿਰਫ ਰੌਲਾ ਪਾਉਂਦੇ ਆ ਕਿ ਜੀ ਆਹ ਨਹੀਂ ਹੋਇਆ, ਵਾਹ ਨਹੀਂ ਹੋਇਆ। 10 ਮਹੀਨੇ 8 ਮਹੀਨੇ ਹੋਏ ਆ, 9ਵਾਂ ਮਹੀਨਾ ਚੱਲਦਾ ਹੈ, ਅਜੇ ਜਵਾਕ ਜੰਮਿਆ ਨਹੀਂ ਹੈ, ਪਹਿਲਾਂ ਹੀ ਰੌਲਾ ਪਾਉਣ ਲੱਗ ਗਏ ਮੁੰਡਾ ਕਿ ਕੁੜੀ ਹੈ। ਲੱਗ ਜੂਗਾ ਪਤਾ ਇਹ ਮੁੰਡਾ ਕਿ ਕੁੜੀ ਹੈ, ਥੋੜਾ ਜਿਹਾ ਠਹਿਰ ਜਾਓ। ਦੂਸਰੀ ਗੱਲ ਕਿ ਵੀਆਈਪੀ ਕਲਚਰ ਦਾ ਪਹਿਲਾ ਸਟੈਪ ਉਸ ਪੰਜਾਬ ਦੇ ਵਿੱਚ ਜਿੱਥੇ ਤੁਹਾਡੇ ਵਰਗੇ ਨੌਜਵਾਨ ਮੁੰਡੇ ਜੇ ਮੁੱਛ ਖੜੀ ਕਰ ਲੈਣ ਤਾਂ ਸਮਝਦੇ ਆ ਵੀ ਮੈਂ ਕਿੰਗ ਹੈ, ਉੱਥੋਂ ਬੱਤੀਆਂ ਲਵਾ ਕੇ ਘਰੇ ਧਰਾ ਦੇਣੀਆਂ ਮੰਤਰੀਆਂ ਦੀਆਂ ਸਣੇ ਮੁੱਖ ਮੰਤਰੀ ਦੇ। ਇਹ ਕੋਈ ਨਿੱਕਾ ਜਿਹਾ ਸਟੈਪ ਨਹੀਂ ਹੈ, ਇਹ ਲੀਡ ਬਾਈ ਐਗਜ਼ਾਮਪਲ ਹੈ। ਸੋ that lead is being taken up, and let me tell you again, Navjot Singh Sidhu is one person who does not need VIP culture. He is a celebrity. He has lived that culture for at least the last 40 years.
ਸੋ ਉਹ ਤੁਸੀਂ ਕੋਈ ਮੇਰੇ ਵਰਗਾ ਨਵਾਂ ਐਮਐਲਏ ਆਉਂਦਾ ਤੇ ਉਹ ਉਹਦਾ ਲੋਕਾਂ ਨੂੰ ਨੇੜੇ ਪਿੰਡ ਦੇ ਜਾ ਕੇ ਟੌਰ ਖੋੜਾ ਉੱਥੇ ਢੂਠੂ ਕਰ ਲਏ, ਹੂਟਰ ਲਾ ਲਿਓ ਤਾਂ ਮੈਂ ਮੰਨ ਸਕਦਾ। ਨਵਜੋਤ ਸਿੰਘ ਸਿੱਧੂ ਤਾਂ ਮੈਂ ਮੰਨਣ ਨੂੰ ਤਿਆਰ ਨਹੀਂ। ਜਿਹੜੀ ਉੱਥੇ ਕੋਈ ਸਿਕਿਉਰਿਟੀ ਹੋਈ ਹੈ ਜਾਂ ਲੋਕਾਂ ਨੂੰ ਤਕਲੀਫ ਹੋਈ ਹੈ ਉਹਦੇ ਅਸੀਂ ਦੇਣਦਾਰ ਹਾਂ, ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਹਾਂ ਔਰ ਇਹ ਵੀ ਆਸ਼ਵਾਸਨ ਦਿੰਦੇ ਹਾਂ ਕਿ ਸਾਡੇ ਨੋਟਿਸ ਲਿਆਉਂਗੇ। ਹਬੋਰ ਪ੍ਰਸ਼ਾਸਨ ਦੇ ਨਹੀਂ, ਜੇ ਹਰਬੋਰ ਪ੍ਰਸ਼ਾਸਨ ਨੇ ਕਰਨਾ ਹੁੰਦਾ ਤਾਂ ਉਦੋਂ ਨਹੀਂ ਕਰ ਦਿੰਦੇ। ਸਾਡੀ ਨੋਟਿਸ ਦਾ ਮਤਲਬ ਹੈ ਸਭ ਤੇ ਸਰਕਾਰ ਵੀ ਬੈਠੀ ਹੈ। ਨਹੀਂ ਗੁਰਪ੍ਰੀਤ ਜੀ, ਉਹਦੇ ਉੱਤੇ ਜੇ ਹੋਰ ਤੁਹਾਨੂੰ ਵੀ ਲੱਗ ਰਿਹਾ ਬੈਠੇ ਕਿ ਆ। ਉੱਥੇ ਪ੍ਰਸ਼ਾਸਨ ਦੀ ਜਾਖੜ ਗਲਤੀ ਹੈ ਸਾਹਿਬ ਤਾਂ ਦੇ ਹੁਣ ਤੁਹਾਡੇ ਨੋਟਿਸ ਧਿਆਨ 'ਚ ਵੀ ਆ ਲਿਆਉਣ ਦੀ ਗਿਆ। ਕੀਤਾ ਹੈ। ਤੁਸੀਂ ਵੀ ਦੇਖਿਆ, ਤੁਸੀਂ ਵੀ ਤਸਵੀਰਾਂ ਵੇਖ ਲਿਆ ਤੇ ਤੁਸੀਂ ਮੰਨ ਵੀ ਰਹੇ ਹੋ ਕਿ ਹੋ ਸਕਦਾ ਹੈ ਕਿ ਪ੍ਰਸ਼ਾਸਨ ਹੋਰ ਨੇ ਮੈਂ ਕਹਾਂ ਨਹੀਂ, ਹੋਰ ਮੈਂ ਕਹਾਂ ਵੀ ਸਰ ਤੁਸੀਂ ਮੈਥੋਂ ਇਹ ਹੋਣਾ ਚਾਹੁੰਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਕੇ ਕਿਹਾ ਸੀਗਾ ਸਿੱਧੂ ਆ ਰਿਹਾ। ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਕੈਪਟਨ ਸਾਹਿਬ ਨੇ ਕਿਹਾ ਸੀ, ਮੈਂ ਕਹਿ ਰਿਹਾ ਪਹੁੰਚ ਕੇ ਰਾਤ ਕਿ ਬੰਦਾ ਤੁਸੀਂ ਜੇ ਚੱਕਿਆ, ਤੁਹਾਨੂੰ ਲੱਗ ਰਿਹਾ ਕਿ ਹਸਪਤਾਲ- ਪ੍ਰਸ਼ਾਸਨ ਨੇ ਉੱਥੇ ਅਣਗਹਿਲੀ ਕੀਤੀ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਅੱਗੇ ਤੋਂ ਪ੍ਰਸ਼ਾਸਨ ਨੂੰ ਇਸ ਤਰੀਕੇ ਦੀ ਕੋਈ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਕਿ ਜਦੋਂ ਇਸ ਤਰੀਕੇ ਨਾਲ ਕੋਈ ਮੰਤਰੀ ਆਵੇ ਤਾਂ ਲੋਕ ਪਰੇਸ਼ਾਨ ਨਾ ਹੋਣ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹ ਤਾਂ ਪ੍ਰਸ਼ਾਸਨ ਦੇ ਜ਼ਹਿਨ 'ਚ ਬੈਠੀ ਹੋਈ ਹੈ, ਇਹ ਚੀਜ਼ ਪ੍ਰਸ਼ਾਸਨ ਦੀ ਮਾਨਸਿਕਤਾ 'ਚ ਬੈਠੀ ਹੋਈ ਹੈ, ਤਾਂ ਪ੍ਰਸ਼ਾਸਨ ਨੂੰ ਸਰਕਾਰ ਹਦਾਇਤਾਂ ਕਰ ਸਕਦੀ ਹੈ ਨਾ ਕਿ ਇਸ ਤਰੀਕੇ ਦੀ ਅੱਗੇ ਤੋਂ ਕੋਈ ਗਲਤੀ ਨਾ ਹੋਵੇ ਜਿਵੇਂ ਅਬੋਹਰ 'ਚ ਹੋਇਆ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਯਾਦ ਕਰਾਤਾ ਵੀ ਅਸੀਂ ਪ੍ਰਸ਼ਾਸਨ ਨੂੰ ਦੇਣੀ ਹੁੰਦੀ ਹਦਾਇਤਾਂ ਦਿੱਤੀਆਂ ਹੋਈਆਂ ਨੇ, ਲੇਕਿਨ ਹਦਾਇਤਾਂ ਦੇ ਬਾਵਜੂਦ ਮੰਨਦੇ ਨਹੀਂ। ਹਦਾਇਤਾਂ ਦੇ ਬਾਵਜੂਦ ਆ ਦੇਖੋ ਬੋਲ ਪਏ, ਮੰਨਦੇ ਨਹੀਂ ਹੈ। ਹਰ ਇੱਕ ਜਗ੍ਹਾ ਤੇ ਮੰਨੀ ਜਾਂਦੀ ਹੈ। ਜੇ ਮੈਂ ਕਹਿ ਰਿਹਾ ਜੇ ਪ੍ਰਸ਼ਾਸਨ ਦੇ ਹੱਥ 'ਚ ਨਹੀਂ ਹੈਗਾ, ਇਹ ਕਹਿਣਾ ਚਾਹੁੰਦੇ ਨੇ। ਚੱਲ ਬੋਲ ਨਹੀਂ ਤੂੰ ਬਥੇਰਾ ਰੌਲਾ ਪਾ ਲਿਆ। ਜੇ ਪ੍ਰਸ਼ਾਸਨ ਨੇ ਓਵਰ ਇੰਥੂਸੀਆਸਟਿਕਲੀ ਕੁਝ ਕੀਤਾ ਹੈ, ਜੋ ਕਿ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕੀਤਾ ਹੈ, ਜੋ ਤੁਹਾਨੂੰ ਲੱਗ ਰਿਹਾ ਪੱਤਰਕਾਰਾਂ ਨੂੰ, ਜੋ ਲੋਕਾਂ ਨੂੰ ਲੱਗ ਰਿਹਾ ਹੈ, ਇਫ that is brought to the notice of the government in Chandigarh, not Habor, ਔਰ ਇਹੀ ਨਵਜੋਤ ਸਿੰਘ ਸਿੱਧੂ ਕਹਿ ਦੂਗਾ ਕਿ ਅੱਗੇ ਤੋਂ ਨਾ ਕਰਿਆ ਕਰੋ ਭਾਈ, ਲੋਕ ਖਰਾਬ ਹੋਏ ਆ, ਸਾਡਾ ਕੰਮ ਖਰਾਬ ਕਰਨਾ ਨਹੀਂ, ਉਸ ਬੰਦੇ 'ਚ ਇੰਨਾ ਕੁ ਦਮ ਹੈਗਾ। ਔਰ ਉਹ ਡਿਪਟੀ ਸੀਐਮਸ਼ਿਪ ਆਮ ਆਦਮੀ ਪਾਰਟੀ ਦੀ ਲੱਤ ਮਾਰ ਕੇ ਆਇਆ ਤੇ ਜਿਹੜੀ ਪਾਰਟੀ ਨੇ ਕਿਹਾ ਪੰਜਾਬ 'ਚੋਂ ਬਾਹਰ ਰਹਿ ਲੈ ਤੇ ਐਮਪੀ ਰਹਿ, ਉਹ ਕਹਿੰਦਾ ਮੈਨੂੰ ਲੋੜ ਨਹੀਂ, ਮੈਂ ਤਾਂ ਪੰਜਾਬ 'ਚ ਜਾਣਾ। ਇਹ ਉਹ ਇਨਸਾਨ ਹੈ। ਔਰ 2 ਕਰੋੜ ਰੁਪਈਆ ਕੇਜਰੀਵਾਲ ਮੰਗਦੇ ਆ। ਇੱਕ ਮਿੰਟ ਸੁਣਤਾ ਲੈ, ਉਹ ਸਿੱਧੂ ਨੇ ਕਿਹਾ ਹੱਥ ਅੱਡ ਕੇ ਐਨਆਰਆਈ ਵੱਲ ਨੂੰ ਉਹ ਭਿੱਖ ਦੇ ਦਿਓ। ਇਹ ਉਹ ਬੰਦੇ 85 ਲੱਖ ਰੁਪਇਆ ਇਹ ਉਹ ਬੰਦੇ ਆ। ਮਾਫ ਕਰੇ ਇਹਨਾਂ ਨੇ 85 ਲੱਖ ਐਨਆਰਆਈ ਵਾਲੀਆ ਸਾਹਿਬ ਨੂੰ ਆਪਣੀ ਗੱਲ ਪੂਰੀ ਕਰਨ ਦਿਓ। ਐਨਆਰਆਈ ਵੀਰੋ ਠੀਕ ਹੈ। ਪੱਠਲ ਦਾ 85 ਕਰੋ ਜੀ ਵਾਲੀਆ ਸਾਹਿਬ, ਪੂਰੀ ਕਰੋ ਗੱਲ। ਪੱਠਲ ਦਾ 85 ਮੰਗਣੋਂ ਬੰਦ ਕਰ ਦਿਓ, 800 ਮੰਗਤੇ ਨਾ ਬਣੋ, ਅਣਖ ਰੱਖੋ, ਮੰਗਤੇ ਨਾ ਬਣੋ। ਪੰਜਾਬ ਕੋਲੇ ਅਣਖ ਹੈ, 800 ਸਕੂਲ ਬੰਦ ਤੁਹਾਡੇ ਮਾਰ ਕੇ ਛੱਤਰ ਬਾਹਰ ਕੱਢਤਾ ਅਗਲੇ ਤੁਸੀਂ ਨੇ। ਆਪਣਾ ਨੈਸ਼ਨਲ ਤੁਹਾਡਾ ਅੱਜ ਅਰਵਿੰਦ ਕੇਜਰੀਵਾਲ ਗੁਰਦਾਸਪੁਰ 'ਚ ਵੜ ਨਹੀਂ ਸਕਿਆ। ਚੱਕੋ ਫੰਡਸ ਦਾ ਗੁਰਦਾਸਪੁਰ 'ਚ ਵੜਿਆ ਨਹੀਂ ਕੇਜਰੀਵਾਲ। ਕਿੱਥੇ ਪਹੁੰਚ ਰਹੇ ਹੋ? ਕਿੱਥੇ ਆ ਸੰਜੇ ਕੁਮਾਰ ਕਿੱਥੇ ਦਾ? ਕਿੱਥੇ ਆ ਤੁਹਾਡਾ ਸੰਜੇ? ਕਿੱਥੇ ਆ ਦੁਰਗੇਸ਼ ਪਾਠਕ? ਕਿੱਥੇ ਆ ਸ਼ੀਸ਼ ਕਤਾਨ? ਕਿੱਥੇ ਆ ਤੁਹਾਡਾ ਕਹਿੰਦਾ ਮੈਂ ਬੜਾ ਵੱਡਾ ਕਵੀ ਹਾਂ? ਕਮਾਲ ਵਿਸ਼ਵਾਸ ਨਹੀਂ ਹੈ। ਵਾਲੀਆ ਸਾਹਿਬ, ਤੁਹਾਡੀ ਕਾਂਗਰਸ ਦੀ ਨੈਸ਼ਨਲ ਪਾਰਟੀ ਹੈ ਜਿਹੜੀ ਉਹਦੇ ਕੋਲ ਵਾਲੀਆ ਸਾਹਿਬ ਜੋ ਚੀਜ਼ ਅਬੋਹਰ 'ਚ ਅੱਜ ਐਡੇ ਵੱਡੇ ਕਰਪਟ ਪਾਰਟੀ ਕਿੱਥੇ ਹੋਏਗੀ? ਵਾਲੀਆ ਸਾਹਿਬ, ਮੈਂ ਤੁਹਾਨੂੰ ਅਬੋਹਰ ਵਾਲੇ ਜੋ ਸਥਿਤੀ ਹੈ ਉਹਦੇ ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜੋ ਅੱਜ ਸਥਿਤੀ ਅਬੋਹਰ ਦੇ ਵਿੱਚ ਵੇਖਣ ਨੂੰ ਮਿਲੀ ਹੈ। ਆਧਾਰ ਕਾਰਡ ਉਹਦਾ ਨਾ ਕੋਈ ਅਕਾਊਂਟ ਕੁਝ ਵੀ ਨਹੀਂ ਹੈ। ਉਹ ਮੁੱਦੇ ਤੇ ਗੱਲ ਕਰਾਓ। ਇਹ ਤੋਂ ਇਹਦੇ ਕੋਲ ਕੁਝ ਕਰਪਸ਼ਨ ਦੀ ਗੱਲ ਕਰ ਰਿਹਾ। ਅਜੇ ਵੀ ਇਲੈਕਸ਼ਨ ਦੀ ਕਰਦਾ ਹੈ। ਵਾਲੀਆ ਸਾਹਿਬ ਮੈਂ ਰੋਕਣਾ ਚਾਹੂੰਗਾ ਤੁਹਾਨੂੰ। ਜੀ ਘੁਟਾਲੇ ਕਰੀ ਬੈਠੇ ਨੇ। ਹਾਂ, ਮੇਰੇ ਕੋਲ ਸਮਾਂ ਘੱਟ ਹੈ ਸਰ, ਮੈਂ ਆਖਰੀ ਸਵਾਲ ਹੈ ਮੇਰਾ ਆਖਰੀ ਸਵਾਲ ਹੈ। ਹਾਂ ਬਿਲਕੁਲ ਅਸੀਂ ਹਾਂਜੀ ਮੈਂ ਕਹਿ ਰਿਹਾ ਕਿ ਜੋ ਅਬੋਹਰ ਦੇ ਵਿੱਚ ਅਸੀਂ ਅੱਜ ਚੀਜ਼ ਵੇਖੀ ਹੈ, ਜਿਵੇਂ ਕਿ ਜਾ ਕੇ ਜੇ ਬੋਲਣਾ ਪਊ ਤਾਂ ਮੂੰਹ ਚੋਂ ਕਾਂ ਨਿਕਲਣੀ ਹੈ। ਗੁਰਪ੍ਰੀਤ ਜੀ ਜਿਵੇਂ ਕਹਿ ਰਹੇ ਨੇ ਕਿ ਕੁਲਵਿੰਦਰ ਜੀ ਪਹਿਲਾਂ ਮੇਰੀ ਇੱਕ ਗੱਲ ਸੁਣ ਲਓ। ਜੀ ਤੁਸੀਂ ਗੜੇਵਾਲ ਸਵਾਲ ਬਾਅਦ ਚ ਕਰਿਓ। ਇਹ ਭਰਾ ਕੁਲਵਿੰਦਰ ਜੀ ਕੁਆਲਿਟੀ ਡਿਬੇਟ ਕਰਿਆ ਕਰੋ, ਇਦਾਂ ਅੱਛਾ ਨਹੀਂ ਲੱਗਦਾ। ਤੁਹਾਡਾ ਵੀ ਮੈਸੇਜ ਠੀਕ ਨਹੀਂ ਜਾਂਦਾ, ਸਾਡਾ ਵੀ ਮੈਸੇਜ ਠੀਕ ਨਹੀਂ ਜਾਂਦਾ, ਇਸ ਕਰਕੇ ਆਪਾਂ ਕੁਆਲਿਟੀ ਡਿਬੇਟ ਕਰਿਆ ਕਰੀਏ ਅੱਗੇ ਤੋਂ। ਇਹ ਮੇਰਾ ਸੁਝਾਅ ਆ। ਮੇਰਾ ਵੀ ਸੁਝਾਅ ਹੈ। ਸਹੀ ਗੱਲ ਹੈ ਜੀ, ਬਿਲਕੁਲ ਮੇਰਾ ਵੀ ਸੁਝਾਅ ਹੈ। ਆ ਵੇਖੋ ਇਹ ਵੀ ਸੁਝਾਅ ਹੀ ਦੇ ਰਹੇ ਆ ਪਰ ਹਟਦੇ ਨਹੀਂ। ਰੌਲਾ ਵਾਲੀਆ ਨਹੀਂ ਸਾਹਿਬ, ਹਟਦੇ। ਸੁਝਾਅ ਠੀਕ ਹੈ, ਮੰਨ ਲਿਆ ਸੀ। ਡਿਬੇਟ ਤੁਸੀਂ ਕਰਨੀ ਹੁੰਦੀ ਜਾਂ ਸਾਡੇ ਸਿਰਫ ਸਵਾਲ ਹੁੰਦੇ ਨੇ। ਡਿਬੇਟ ਕਰਨ ਲਈ ਤੁਸੀਂ ਪੈਨਲਿਸਟ ਬਣ ਕੇ ਆਏ ਹੋ ਸਾਡੇ ਕੋਲ, ਤਾਂ ਤੁਹਾਡੀ ਅਸੀਂ ਸਿਰਫ ਸਵਾਲ ਪੁੱਛਣੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਜੇ ਤੁਸੀਂ ਚੰਗੇ ਤਰੀਕੇ ਨਾਲ ਦੇ ਦਿੰਦੇ ਹੋ ਤਾਂ ਤੁਹਾਡਾ ਵੀ ਇੱਕ ਚੰਗਾ ਅਕਸ ਲੋਕਾਂ ਦੇ ਵਿੱਚ ਜਾਏਗਾ, ਕਿਉਂਕਿ ਸਾਡਾ ਕੰਮ ਸਵਾਲ ਪੁੱਛਣਾ ਹੈ। ਅਸੀਂ ਸਿਰਫ ਸਵਾਲ ਪੁੱਛ ਸਕਦੇ ਹਾਂ। ਉਹਨਾਂ ਸਵਾਲਾਂ ਦੇ ਜਵਾਬ ਤੁਸੀਂ ਕਿਹੜੇ ਲਹਿਜੇ 'ਚ ਕਿਸ ਤਰੀਕੇ ਨਾਲ ਦੇਣੇ ਨੇ ਤੇ ਤੁਸੀਂ ਇੱਕ ਦੂਜੇ ਦੀ ਗੱਲ ਜੇ ਆਰਾਮ ਨਾਲ ਬਹਿ ਕੇ ਸੁਣ ਸਕਦੇ ਹੋ ਤਾਂ ਸ਼ਾਇਦ ਲੋਕ ਵੀ ਤੁਹਾਡੀ ਗੱਲ ਸੁਣ ਲੈਣਗੇ ਤੇ ਸਾਡੀ ਗੱਲ ਵੀ ਸੁਣ ਲੈਣਗੇ। ਗਰੇਵਾਲ ਸਾਹਿਬ, ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਦੋਂ ਅਸੀਂ ਡਿਬੇਟ ਕਰੀਏ ਤਾਂ ਪਲੀਜ਼ ਅਸੀਂ ਇੱਕ ਦੂਜੇ ਦੀ ਗੱਲ ਸੁਣੀਏ, ਇੱਕ ਦੂਜੇ ਨੂੰ ਟੋਕੀਏ ਨਾ। ਅਸੀਂ ਤੁਹਾਨੂੰ ਸਵਾਲ ਕਰਨਾ ਹੁੰਦਾ ਹੈ, ਤੁਸੀਂ ਉਸ ਸਵਾਲ ਦਾ ਵਾਰੀ-ਵਾਰੀ ਜਵਾਬ ਦੇ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪੂਰਾ ਸਮਾਂ ਦਈਏ।
ਤੇ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ। ਤੇ ਮੈਂ ਆਖਰੀ ਕਮੈਂਟ ਚਾਹੂੰਗਾ ਗੁਰਪ੍ਰੀਤ ਜੀ ਤੁਹਾਡੇ ਕੋਲੋਂ ਵੀ, ਕਿ ਜੇ ਹੋ ਸਕਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਹ ਗਲਤੀ ਹੋਈ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਅੱਗੇ ਨਹੀਂ ਹੋਣਾ ਚਾਹੀਦਾ, ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਆਮ ਲੋਕ ਪਰੇਸ਼ਾਨ ਨਾ ਹੋਣ। ਕਿਸੇ ਦੀ ਸਿਕਿਉਰਿਟੀ ਤੇ ਕੋਈ ਸਵਾਲ ਨਹੀਂ ਹੈ ਕਿ ਕੋਈ ਸਿਕਿਉਰਿਟੀ ਲੈ ਕੇ ਘੁੰਮ ਰਿਹਾ, ਪਰ ਗੱਲ ਆਮ ਲੋਕਾਂ ਦੀ ਹੈ ਕਿ ਲੋਕ ਪਰੇਸ਼ਾਨ ਨਹੀਂ ਹੋਣੇ ਚਾਹੀਦੇ। ਇਹਦੇ 'ਚ ਦੋ ਰਾਏ ਹੋ ਹੀ ਨਹੀਂ ਸਕਦੀ ਜੀ। ਲੋਕਾਂ ਦੀ ਪਰੇਸ਼ਾਨੀ ਵਾਸਤੇ ਸਰਕਾਰ ਬਣਦੀ ਹੈ, ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਬਣਦੀ ਹੈ। ਜੀ। ਔਰ ਇਹ ਜੇ ਹੋਇਆ ਗਲਤ ਹੈ, ਇਹ ਹੋਇਆ ਨਹੀਂ ਵੈਸੇ, ਇਹ ਜੀ। ਸ਼ਰਾਰਤ ਹੈ, ਲੇਕਿਨ ਫਿਰ ਵੀ ਜੇ ਨੋਟਿਸ ਆਊਗਾ ਔਰ ਇਨਕੁਆਇਰੀ ਹੋਊਗੀ, ਕੁਝ ਨਿਕਲੂਗਾ ਤਾਂ ਉਹਦੇ ਤੇ ਐਕਸ਼ਨ ਲਿਆ ਜਾਊਗਾ। ਇਹ ਮੈਂ ਆਸ਼ਵਾਸਨ ਦਵਾਉਣਾ। ਠੀਕ ਹੈ ਸਰ। ਲੇਕਿਨ ਝੂਠ ਵਾਲੀਆ ਨਹੀਂ ਸਾਹਿਬ। ਮਾਰ ਸਕਦੇ। ਠੀਕ ਹੈ ਸਰ, ਜੋ ਵਾਲੀਆ ਕੁਛ ਹੈ ਸਾਹਿਬ। ਸਾਹਮਣੇ ਹੈ, ਲੋਕਾਂ ਦੇ ਵੀ ਸਾਹਮਣੇ ਹੈ, ਲੋਕਾਂ ਨੇ ਵੇਖ ਕੇ ਸਾਨੂੰ ਦਿੱਤਾ ਹੈ। ਦੇਖੋ ਜਿੱਦਾਂ ਹੁਣ ਆਸ਼ਵਾਸਨ ਵੀ ਦੇ ਰਹੇ ਨੇ, ਮੋਰ ਓਵਰ ਇਹ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਜਿਹੜਾ ਇਹਨਾਂ ਨੇ ਕਿਹਾ ਕਿ ਵੀਆਈਪੀ ਕਲਚਰ ਅਸੀਂ ਖਤਮ ਕਰਾਂਗੇ, ਉਹ ਕਲਚਰ ਖਤਮ ਹੋਣਾ ਚਾਹੀਦਾ ਹੈ। ਉਸ 'ਚ ਸਾਰਿਆਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ। ਜੀ। ਇਹ ਗੱਲ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ। ਸਾਡੇ ਆਪਣੇ ਆਮ ਆਦਮੀ ਪਾਰਟੀ ਦੇ ਸਿਰਫ ਕੁਝ ਐਮਐਲਏ ਜਿਹੜੇ ਰੇਤ ਮਾਫੀਆ ਦੇ ਮਗਰ ਪਏ ਨੇ, ਉਹਨਾਂ ਨੇ ਇੱਕ ਸਿਕਿਉਰਿਟੀ ਗਾਰਡ ਦਿੱਤਾ ਹੈ, ਅਦਰਵਾਈਜ਼ ਬਾਕੀ ਨੇ ਕਿਸੇ ਨੇ ਨਹੀਂ ਦਿੱਤਾ। ਠੀਕ ਹੈ ਸਿਰਫ ਸਰ। 3-4 ਐਮਐਲਏ ਨੇ, ਔਰ ਮੋਰ ਓਵਰ ਕਿਸੇ ਦੇ ਰੈੱਡ ਲਾਈਟ ਤਾਂ ਖੈਰ ਖਤਮ ਹੀ ਹੈ, ਪਰ ਕੋਈ ਕਿਹਦੇ ਗੱਡੀ 'ਚ ਹੂਟਰ ਤੱਕ ਨਹੀਂ ਹੈਗਾ। ਠੀਕ ਹੈ ਗਰੇਵਾਲ ਸਾਹਿਬ, ਆਖਰੀ ਕਮੈਂਟ। ਅਸੀਂ ਵੀ ਜੇ 20 ਸਕਿੰਟ ਨੇ ਸਰ ਮੇਰੇ ਕੋਲ। ਚੰਗੀ ਨੀਤ ਨਾਲ ਠੀਕ ਹੈ ਵਾਲੀ ਸਾਹਿਬ, ਧੰਨਵਾਦ। ਖਤਮ ਹੋਵੇ ਤਾਂ ਅਸੀਂ ਇਹਨਾਂ ਦੇ ਨਾਲ ਹੀ ਖੜੇ ਆ ਤੇ ਅਸੀਂ ਇਹਨਾਂ ਦੇ ਨਾਲ ਅੱਗੇ ਚੱਲਾਂਗੇ। ਮੇਰਾ ਇਹ ਕਹਿਣਾ ਜੀ ਕਿ ਵੀਆਈਪੀ ਕਲਚਰ ਜ਼ਰੂਰ ਖਤਮ ਹੋਣਾ ਚਾਹੀਦਾ। ਉਹਦੇ 'ਚ ਆਮ ਲੋਕਾਂ ਨੂੰ ਸੁਵਿਧਾ ਹੋਏਗੀ, ਡੈਮੋਕ੍ਰੇਸੀ ਹੋਰ ਅੱਛੀ ਹੋਏਗੀ। ਡੈਮੋਕ੍ਰੇਸੀ ਜਿਹੜੀ ਹੈ ਉਹ ਟ੍ਰੈਡੀਸ਼ਨਸ ਤੇ ਬੇਸ ਕਰਦੀ ਹੈ, ਰਵਾਇਤਾਂ ਤੇ ਆਧਾਰਿਤ ਹੁੰਦੀ ਹੈ। ਜੇ ਅਸੀਂ ਅੱਛੀਆਂ ਰਵਾਇਤਾਂ ਪਾਵਾਂਗੇ ਤਾਂ ਅੱਛੇ ਉਹਦੇ ਅੱਗੇ ਨਤੀਜੇ ਵੀ ਨਿਕਲਦੇ ਆ, ਔਰ ਸਾਰੇ ਹੀ ਫਿਰ ਉਸ ਦਿਸ਼ਾ ਦੀ ਤਰਫ ਜਾਂਦੇ ਆ। ਇਹ ਮੇਰਾ ਕਹਿਣਾ ਹੈਗਾ, ਔਰ ਸਾਰੀਆਂ ਹੀ ਪਾਰਟੀਆਂ ਮਿਲ ਕੇ ਇਹਦੇ 'ਚ ਸਹਿਯੋਗ ਦੇਣ, ਸਾਰੇ ਲੀਡਰ ਸਹਿਯੋਗ ਦੇਣ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਚਰਚਾ ਦੇ ਵਿੱਚ ਜੁੜਨ ਲਈ। ਮੇਰੇ ਕੋਲ ਸਮਾਂ ਨਹੀਂ ਹੈ ਗੁਰਪ੍ਰੀਤ ਜੀ, ਮਾਫੀ ਚਾਹੂੰਗਾ, ਫਿਲਹਾਲ ਸਮਾਂ ਮੇਰੇ ਕੋਲ ਖਤਮ ਹੋ ਚੁੱਕਿਆ ਸਰ। ਇਹ ਸ਼ੁਕਰ ਤੁਹਾਡਾ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਫਿਲਹਾਲ ਇਸ ਚਰਚਾ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ। ਦੁਕਾਨ ਇਹਨਾਂ ਕਰਨ ਬੰਦ ਕੀਤੀ ਗਈ ਹੈ। ਕਿੰਨਾ ਕਾਰਨ? ਜਿਹੜੇ ਆਪਣੇ ਆਏ ਆ ਸਿੱਧੂ ਸਾਹਿਬ, ਉਹਨਾਂ ਕਰਨ ਬੰਦ ਕਰਵਾਈ।